क्या है? ਤੁਸੀਂ ਸਿੱਧੀ ਆਈਡੀ ਤੋਂ ਆ ਜਾਓ। ਤੁਸੀਂ मतलब कि मुशरक बन के आए जे। जो मुशरक है तो मुशरक ही बनेंगे। हदीस है बुखारी की। और तो नासर बट ਨੂੰ ਫਿਰ 5-7 ਗਾਲਾਂ ਕੱਢੋ, ਫਿਰ ਆਪੇ ਪਤਾ ਲੱਗ ਜਾਏਗਾ। नासर भट्ट कौन है? ਇਹ ਕੋਈ ਹਰਾਮ ਦਾ ਲੌਂਡਾ ਲਪਾੜਾ ਜਰਮਨੀ ਦਾ। उसने आपको गालियां दी हैं? ਨਹੀਂ, ਇਹ ਸਾਡੇ ਕਾਬਰੀ ਨੂੰ ਗਾਲਾਂ ਪਵਾਉਂਦਾ ਹੈ। ਲੋਕਾਂ ਨੂੰ ਜਾ ਕੇ ਧੂਣੀ ਦਿੰਦਾ ਤੇ ਉਹ ਫਿਰ ਗਾਲਾਂ ਕੱਢਦੇ ਨੇ ਸਾਡੇ ਕਾਬਰੀ ਨੂੰ। नासर भट्ट मुसलमान है? जी जमात अहमदी ਨਾਲ ਤਲਕ ਹੈ ਉਹਦੀ, ਜਿਹੜਾ ਨਾਮ ਨਹਾਦ ਅਹਿਮਦੀ ਹੈ ਸਿਰਫ। ਤੁਸੀਂ ਅਗਰ ਆਪਣੀ ਸਿੱਧੀ ਆਵਾਜ਼ ਦੇ ਨਾਲ ਬੋਲਣਾ ਤੇ ਉੱਤੇ ਬਹੋ, ਨਹੀਂ ਤੇ ਤੁਸੀਂ ਥੱਲੇ ਚਲੇ ਜਾਓ ਨਾ। नीचे मेरा भाई आ गया। अली अकबर को ऊपर ले ले। जी जी अली अकबर साहब आ जाना। हाँ जी बड़ी शेर जी अली अकबर साहब अस्सलाम वालेकुम रहमतुल्लाह जी। ਨਾਮ ਤਾਂ ਐਸਾ ਮੈਂ ਨਾ ਸੱਚੇ ਨਾਲ ਮਸਰੂਫ ਸੀ, ਨਾਲ ਮੈਂ ਸੱਚ ਕੰਮ ਤੇ ਤਿਆਰੀ ਕਰ ਰਿਹਾ ਸੀ ਤੇ ਨਾਲ ਮੈਂ ਸੀਸੀਟੀ ਪੁਲਿਸ ਤੇ ਗੱਲ ਬਰਾਰ ਤੇ ਗੱਲ ਕਰ ਸ਼ੇਰ ਆ ਰਹੀ ਸੀ। ਤੁਹਾਡੀ ਵੀ ਆਈ ਸੀ, ਸਾਰਾ ਬਾਜੀ ਦੀ ਵੀ ਆਈ ਸੀ ਠੀਕ। ਤੇ ਮੈਂ ਕਿ ਸ਼ਾਇਦ ਉਹ ਕੰਮ ਪਿਆ ਇੱਥੇ, ਲੇਕਿਨ ਇੱਥੇ ਤੇ ਆਪਣੇ ਭਾਈ ਬੈਠੇ ਨੇ, ਅਬੂ ਤਾਲਿਬ ਮੁਸ਼ਰਕ ਸਾਹਿਬ ਜੀ। ਉਹਨਾਂ ਦਾ ਪਤਾ ਨਹੀਂ ਲੱਗਣ ਡਿਆ ਕਿ ਕਿਹੜੇ ਅਬੂ ਤਾਲਿਬ ਨੇ। मुझे अली अकबर भाई ये मुझे कह रहे हैं कि आप नीचे उतर जाए। ਇਹ ਬੜੇ ਵੱਡੇ ਮੁਸ਼ਰਕ ਨੇ, ਅਬੂ ਤਾਲਿਬ ਮੁਸ਼ਰਕ ਜਿਹੜੇ ਨੇ ਨਾ, ਇਹਨਾਂ ਨੂੰ ਤੁਸੀਂ ਉੱਥੇ ਬੈਠੇ ਰਹਿਣ ਦਿਓ। ਉਹਨਾਂ ਦੀ ਆਵਾਜ਼ ਅੱਜ ਬਿਮਾਰ ਜ਼ੁਕਾਮ ਸ਼ੁਕਾਮ ਲੱਗਾ, ਬੰਦੇ ਠੀਕ ਨੇ। ਇਹ ਬੜੇ ਵੱਡਾ ਮੁਸ਼ਰਕ ਇਨਸਾਨ ਨੇ, ਸ਼ਿਰਕ ਕਰਦੇ ਨੇ। अच्छा अच्छा। ना हम शिरक करते हैं तो आपको कोई मसला है? मैं शायद नासर भट्ट ਦੀ ਜ਼ਾਤ ਤੇ ਕੋਈ ਗੱਲ ਕਰਨਾ ਚਾਹਣ। ਨਹੀਂ ਨਾਸਰ ਇਹ ਕੀ ਤੁਸੀਂ ਕੀ ਲਾਇਆ ਮੈਨੂੰ ਵੇਖਣਾ ਵਾ, ਤੁਸੀਂ ਕੀ ਬਰਾੜ ਲਾਈਏ ਜੀ ਉਹ ਨਾਸਰ ਭੱਟ ਸਾਹਿਬ ਨੇ ਉਹਨੂੰ ਬਹਿਰੀਨ ਨੂੰ ਕਿਹਾ ਤੂੰ ਜਲਾਇਆ, ਤੇ ਉਹਨੇ ਜਾ ਕੇ ਪੋਸਟ ਬਣਾ ਕੇ ਮਿਰਜ਼ਾ ਸਾਹਿਬ ਤੇ ਲਾਤੀ ਕਿ ਮਿਰਜ਼ਾ ਸਾਹਿਬ ਬਰਦਾਸ਼ਤ ਜਲਾਏ ਸਨ, ਤੇ ਗਸਤਾਖੀ ਕਰਤੀ ਨਾਸਰ ਭੱਟ ਨੇ। ਅੱਛਾ ਨਾਸਰ ਭੱਟ ਨੇ ਕਿਹਾ ਹੈਗਾ ਉਹਨਾਂ ਨੂੰ, ਕਿਹਨੂੰ ਕਿਹਾ ਉਹਨੂੰ? ਬਹਿਰੀਨ ਨੂੰ ਜਲਾਇਆ ਕਿਹਾ। जुलाया तो उनने को लिखे कि क्या मिर्जा गुलाम कादियानी भी जुलाहा था, क्योंकि तो नहीं पता है कि मुगल बेग मैंने समझ नहीं आई वो। अच्छा उन्हें पोस्टर ला के बैठा सी, सवेरे बैठा सी बहरीन जी, हजे भी ला के बैठे ने पोस्टर। मैं तो उधर बुला किया ना, मैं तो जा नहीं सकता उत्थे ना। ਕੀ ਜਾਂਦੇ ਤੇ ਅਸੀਂ ਵੀ ਨਹੀਂ, ਪਰ ਅਸੀਂ ਥੱਲੇ ਵੇਖ ਕੇ ਸਾਨੂੰ ਫਿਰ ਤਕਲੀਫ ਬੜੀ ਹੁੰਦੀ ਹੈ। ਹਾਂ ਮੈਨੂੰ ਨਾ ਉਹਨਾਂ ਨੇ ਉੱਥੇ ਨਾ ਕਿ ਇਹਦਾ ਇਹਨੂੰ ਬਲਾਕ ਕੀਤਾ ਬਹਿਰੀਨ ਨੇ, ਤੇ ਮੈਂ ਤਾਂ ਜਾ ਬਣਾ ਮੈਂ ਜਵਾਬ। ਅੱਛਾ ਹੁਣ ਤੁਸੀਂ ਸਵਾਲ ਕਿਹਦੇ ਤੇ ਕਰ ਰਹੇ ਹੋ? ਬਾਟ ਸਾਹਿਬ ਤੇ ਸਵਾਲ ਕਰ ਰਹੇ ਹੋ ਕਿ ਬਹਿਰੀਨ ਤੇ ਸਵਾਲ? ਮੈਨੂੰ ਇਹ ਹੀ ਹੈ ਕਿ ਬੱਟ ਜਿਹੜਾ ਵੀ ਇਹ ਬਾਰ-ਬਾਰ ਜਮਾਤ ਦੀ ਬਦਨਾਮੀ ਦਾ ਬਾਇਸ ਕਿਉਂ ਬਣਦਾ? ਨਾਸਰ ਭੱਟ। ਹਾਂਜੀ ਨਾਸਰ ਭੱਟ ਜਿਹੜਾ। ਅੱਛਾ ਠੀਕ ਹੋ ਜੀ ਵਾਲੇਕੁਮ अस्सलाम। ਭਾਈ ਜੀ ਤੁਹਾਡਾ ਨਾਂ ਕੀ ਹੈ? ਕੋਈ ਨਾਂ ਆਪਣਾ ਦੱਸਿਓ। ਨਾ ਉੱਤੇ ਲਿਖਿਆ ਪਹਿਲਾਂ, ਉੱਤੇ ਲਿਖਿਆ ਵੇਖੋ ਕੋਨੇ ਤੇ ਲੈਫਟ ਸਾਈਡ ਤੇ ਵੇਖੋ ਨਾ ਆਪਣੇ। ਅੱਛਾ ਤਾਹਿਰ ਭਾਈ ਜੀ, ਮੈਂ ਤੁਹਾਡੀ ਗੱਲ ਸੁਣ ਕੇ ਵਾਕਈ ਤੁਸੀਂ ਜਿਹੜੀ ਗੱਲ ਕਰਦੇ ਜੇ ਬਿਲਕੁਲ ਠੀਕ ਗੱਲ ਕਰ ਰਹੇ। ਇਸ ਕੁੱਤੇ ਦੇ ਪੁੱਤਰ ਨੇ ਹਜ਼ਰਤ ਮਸੀਹ ਮੌਦ ਨੂੰ ਗਾਲਾਂ ਇਹਨੇ ਪਵਾਈਆਂ ਨਾਸਰ ਭੱਟ ਨੇ। ਮੈਂ ਤੁਹਾਡੇ ਨਾਲ ਹਾਂ ਇਸ ਬਗੈਰਤ ਦੇ ਪਿੱਛੇ ਤੇ ਕੋਈ। ਮੈਂ ਤੁਸੀਂ ਕਹਿੰਦੇ ਆਪਣਾ ਤਾਰਫ ਕਰਾ ਦਿਓ ਸਰ। ਮੈਂ ਜਨਾਬ ਆਸਟ੍ਰੇਲੀਆ ਤੋਂ ਹਾਂ, ਠੀਕ ਹੈ, ਤੇ ਵੈਂਸ ਬਰਾਦਰੀ ਤੋਂ ਹਾਂ। ਵੈਂਸ ਬਰਾਦਰੀ ਜੀ ਇਸ ਕੁੱਤੇ ਦੇ ਪੁੱਤਰ ਨੇ ਜਿਹੜੇ ਵੈਂਸ ਜੀ, ਤੁਸੀਂ ਗੱਲ ਤਾਂ ਸੁਣੋ। ਅਹਿਮਦੀ ਜੀ ਕਿ ਗੈਰਤ ਜਮਾਤ? ਮੈਂ ਤੈਨੂੰ ਨਹੀਂ, ਤੁਸੀਂ ਪੁੱਛਣਾ ਨਾ ਅਮਾਨ ਜੋਈਏ ਕੋਲ, ਮੇਰਾ ਪੁੱਛ ਲੈ। ਅਮਾਨ ਜੋਈਏ ਤੈਨੂੰ ਦੱਸ ਦੇਗਾ। ਅਮਾਨ ਜੋਈਏ ਦਾ ਪਤਾ ਹੀ, ਅਮਾਨ ਜੋ ਇਹ ਸਭ ਆਉਂਦੇ ਰਹੇ ਨੇ ਸਾਡੇ ਕੋਲ। ਹਾਂਜੀ ਉਹਨਾਂ ਕੋਲ ਪੁੱਛ ਲਵੇ ਮੇਰਾ, ਮੈਂ ਤੁਹਾਨੂੰ ਪਤਾ ਲੱਗ ਜਾਏਗਾ। ਮੈਂ ਬਾਹਰ ਵੈਂਸ ਸਾਹਿਬ ਵੀ ਬੈਠੇ ਨੇ, ਉਹ ਵੀ ਦੱਸ ਦੇਣਗੇ ਤੁਹਾਡੇ ਬਾਰੇ। ਉਹਨੇ ਸ਼ਾਇਦ ਜਾਣਦੇ ਹੋਣੇ ਨਾ ਜਾਣਦੇ, ਤੁਸੀਂ ਆਪਣਾ ਅਮਾਨ ਜੋਈਏ ਸਾਹਿਬ ਨੂੰ ਪੁੱਛ ਲਵੇ ਤੇ ਤੁਹਾਨੂੰ ਸਾਰਾ ਕੁਝ ਨਹੀਂ। ਵੈਂਸ ਸਾਡੇ ਵੀ ਵੈਂਸ ਰਹਿੰਦੇ ਨੇ ਆਸਟ੍ਰੇਲੀਆ ਦੇ ਵਿੱਚ। ਚਲੋ ਜਿਹੜੇ ਵੀ ਰਹਿੰਦੇ ਨੇ, ਮੇਰੀ ਗੱਲ ਸੁਣੋ। ਮੈਂ ਬਰਾਡ ਸਿਰਫ ਸੁਣਦਾ ਹੁੰਦਾ ਵਾ ਸਾਰਿਆਂ ਦੇ।
ਸਾਰਾ ਤਾਰਫ ਨਾ ਲਵੋ ਨਾ, ਲਾਈਵ ਸਾਰਾ ਤਾਰਫ ਨਹੀਂ ਲਈ ਦਿੱਤਾ ਹੈ ਸਭ ਉਹਨੇ ਨਾ ਦੱਸਤਾ ਵੈਸ ਬਰਾਦਰੀ, ਬਾਕੀ ਉਹ ਜੋ ਸਾਨੂੰ ਪੁੱਛ ਲਿਓ। ਨਹੀਂ ਵੀ ਇਹਨਾਂ ਦਾ ਨਾਸਰ ਬੱਟ ਨਾਲ ਕੋਈ ਤੁਹਾਡਾ ਮੁਖਾਲਫਤ ਹੈ ਕਿ ਵੈਸੇ ਵੀ ਮੇਰੀ ਤੇ ਉਹਦੇ ਨਾਲ ਮੁਖਾਲਫਤ ਹੈ, ਮੈਂ ਤਾਂ ਲਾਈ ਆ। ਮੇਰੀ ਗੱਲ ਸੁਣੋ, ਮੈਂ ਸੁਬਹ ਉਹਨਾਂ ਦੀ ਬਰਾਤ ਸੁਣਦਾ ਸੀ, ਫਿਰ ਉਹ ਮੁੰਡਾ ਸੀ ਪਤਾ ਨਹੀਂ ਕੌਣ ਸੀ, ਠੀਕ ਹੈ ਬਹਿਰੀਨ ਜੀ ਬਹਿਰੀਨ ਜੋ ਵੀ ਸੀ, ਉਹਨੇ ਗੱਲ ਕੀਤੀ, ਠੀਕ ਹੈ ਉਹਨੇ ਜਾ ਕੇ ਮਸੀਹ ਮੌਤ ਦੇ ਉੱਤੇ ਸੱਟ ਦਿੱਤੀ ਗੱਲ ਸਾਰੀ। ਇਸ ਕੁੱਤੀ ਦੇ ਪੁੱਤਰ ਨੂੰ ਉਸ ਦੀ ਬਰਾਦਰੀ ਦੇ ਉੱਤੇ ਗੱਲ ਕਰਨ ਦੀ ਕਿਹੜੀ ਲੋੜ ਹੈ, ਉਹਨੇ ਇਹ ਦੱਸੋ। ਜਦੋਂ ਗੱਲ ਜੋ ਇਹਨਾਂ ਨੂੰ ਨਹੀਂ ਪਤਾ ਹੈ, ਪਹਿਲਾਂ ਇੱਕ ਪਲੇਟ 'ਚ ਬਹਿ ਕੇ ਖਾਣਾ ਵੀ ਖਾਦਾ ਨਾ ਇਹਨਾਂ ਨੇ, ਪਹਿਲੇ ਇੱਕ ਪਲੇਟ 'ਚ ਬਿੰਦੇ ਰਹੇ ਨੇ। ਮੈਨੂੰ ਕੋਈ ਹਾਸ ਲੰਗੋਟੀ ਦਾ ਯਾਰੀ ਸੀ ਉਹਨਾਂ ਦੀ। ਇਹ ਮੈਨੂੰ ਕੋਈ ਹਾਸ ਹਰਾਮ ਦਾ ਲੱਗਦਾ ਜੀ, ਯਕੀਨ ਕਰੋ ਕਿ ਇਹਨੇ ਪਤਾ ਨਹੀਂ ਉਹ ਪਹਿਲਾਂ ਕੋਈ ਤਸਵੀਰਾਂ ਵਿਗਾੜ ਕੇ ਲਾਈਆਂ ਹੁੰਦੀਆਂ ਜੇ, ਮੈਨੂੰ ਤਾਂ ਇਹ ਤਾਂ ਪਤਾ ਵੀ ਨਹੀਂ ਜੇ ਕਿੰਝ ਚਲਾਈ ਦੀ ਜੇ, ਠੀਕ ਹੈ ਪਹਿਲਾਂ ਤਸਵੀਰਾਂ ਵਿਗਾੜ ਕੇ ਉੱਤੇ ਬੈਠਾ ਹੁੰਦਾ, ਉਹਦੀ ਵਜ੍ਹਾ ਤੋਂ ਗਾਲਾਂ ਪੈਂਦੀਆਂ ਨੇ। ਜੇ ਤੁਹਾਡੇ ਕੋਲੋਂ ਕਿਤਾਬਾਂ ਵਿੱਚੋਂ ਗੱਲ ਨਹੀਂ ਹੁੰਦੀ, ਠੀਕ ਹੈ ਤੁਸੀਂ ਉਹਨਾਂ ਦੇ ਹਵਾਲੇ ਜੇ ਸੁਣਨੇ ਨੇ, ਜੇ ਸੁਣਾਣੇ ਨੇ, ਤੁਸੀਂ ਉਹਨਾਂ ਦੇ ਨਾਲ ਉੱਤੇ ਗੱਲ ਕਰੋ। ਤਸਵੀਰਾਂ ਵਿਗਾੜ ਕੇ ਮਸੀਹ ਮੌਤ ਨੂੰ ਗਾਲਾਂ ਪਾਉਣੀਆਂ ਕਿਤੇ ਦਾ ਤੁੱਕ ਬਣਦਾ, ਮੈਨੂੰ ਤੁਸੀਂ ਦੱਸੋ। ਨਹੀਂ ਇਹਦੇ ਨਾਲ ਕੋਈ ਸ਼ੈਤਾਨ ਟੋਲੇ ਰੜੇ ਨੇ, ਉਹ ਜਾ ਕੇ ਕੰਮ ਸਾਰਾ ਖਰਾਬ ਕਰਦੇ ਨੇ। ਜਿੱਦਾਂ ਵੀ ਆਪਣੇ ਇਮਤਿਆਜ਼ ਬਸਰਾ ਸਾਹਿਬ ਨੇ, ਉਹ ਸ਼ੈਤਾਨੀ ਕਰਦੇ ਨੇ, ਇੱਧਰ ਦੀ ਗੱਲ ਉੱਧਰ ਜਾ ਕੇ ਕਰਦੇ ਨੇ, ਉੱਥੇ ਜਾ ਕੇ ਪੈਗਾਮ ਲੈ ਕੇ ਜਾਂਦਾ ਬਹਿਰੀਨ ਕੋਲ, ਫਿਰ ਨਾਸਰ ਬੱਟ ਨੂੰ ਆ ਕੇ ਪੈਗਾਮ ਦਿੰਦਾ। ਤੇ ਇਹੋ ਜਿਹੇ ਬੰਦੇ ਵਿੱਚ ਸ਼ੈਤਾਨ ਨੇ। ਤੇ ਜਿਹੜਾ ਨਾ ਨਾਸਰ ਬੱਟ, ਇਹ 11 ਭਾਈ ਥੱਲੇ ਆ ਗਿਆ ਕਿਉਂਕਿ ਬਹੁਤ ਵੱਡਾ ਸ਼ੈਤਾਨ ਆਦਮੀ ਇਹ ਵੇ ਵੈਸੇ ਹੀ। ਤੇ ਇਹ ਹੁਣ ਨਾਸਰ ਇਹ ਅਲੀ ਅਕਬਰ ਸਾਹਿਬ WhatsApp ਗਰੁੱਪਾਂ 'ਚ ਲੋਕਾਂ ਦੀਆਂ ਬੁੱਢੀਆਂ ਦੇ ਫੋਨ ਕੱਢਦਾ, ਬੁੱਢੀਆਂ ਨੂੰ ਫੋਨ ਕਰਦਾ। ਇਹ ਬਿਲਕੁਲ ਜਿਹੜਾ 11 ਭਾਈ ਹੈ, ਇਹ ਜਿਹੜੀ ਉਹ ਸਫੀਆ ਵੀ ਉਹਨੂੰ ਫੋਨ ਕਰਨ ਵਾਲਾ ਵੀ ਇਹ ਹੈ, ਜਾਂ ਉਹਦੇ ਨੰਬਰ ਦੇਣ ਵਾਲਾ ਵੀ ਇਹ ਹੀ ਹੈ। ਇਹ ਲੋਕਾਂ ਦੇ ਫੋਨ ਕੱਢਦਾ, ਉਹਨਾਂ ਨੂੰ ਬਲੈਕਮੇਲ ਕਰਾਉਂਦਾ, ਲੋਕਾਂ ਕੋਲੋਂ ਫੋਨ ਕਰਵਾਉਂਦਾ, ਫਿਰ ਇਹ ਉਹਨਾਂ ਨੂੰ ਜਾ ਕੇ ਬਲਾਕ ਕਰਾ ਦਿੰਦਾ। ਹੁਣ ਮਿਰਜ਼ਾ ਸਾਹਿਬ ਦੀ ਮਤਲਬ ਕਿ ਨੌਜ਼ਬਿਲਾ ਤੋਹੀਨ ਕਰਾ ਰਿਹਾ, ਨਾਸਰ ਬੱਟ ਨੂੰ ਪੂਰੀ ਸ਼ਾਹ ਦੇ ਕੇ। अस्सलाम वालेकुम रहमतुल्लाह। ਤੇ ਇਹਨੇ ਹੁਣ ਕਿਹਾ ਕਿ ਨਾ ਸੁਣ ਲਓ ਪਹਿਲੇ ਤਾਹਿਰ ਸਾਹਿਬ ਦੀ ਗੱਲ ਸੁਣ ਲਓ। ਇਹਨੇ ਪੂਰੀਆਂ ਗਾਲਾਂ ਦਵਾਉਣ ਦੇ ਵਿੱਚ ਇਹ ਪੂਰਾ ਇਹਦਾ ਹੱਥ ਹੈ। ਕਦੀ ਉੱਥੇ ਜਾ ਕੇ ਕਹਿੰਦਾ ਮੈਂ ਵੀਡੀਓ ਚਲਾਵਾਂਗਾ, ਕਦੀ ਕੁਛ ਕਰਾਂਗਾ। ਮੈਨੂੰ ਤੇ ਇਸ ਬੰਦੇ ਦੀ ਸਮਝ ਨਹੀਂ ਆਉਂਦੀ। ਨਹੀਂ ਤਾਂ ਸਭ ਗੱਲ ਕੀ ਹੋਈ ਹੈ? ਹੋਣੀ ਟੰਗਿਆ ਇਹ ਵੀ ਜਾ ਸਕਦਾ, ਤੇ ਇਹ ਕੋਈ ਗੱਲ ਨਹੀਂ। ਨਹੀਂ ਉਹ ਤਾਂ ਟੰਗ ਚੜਾਈ, ਹੁਣ ਇਸ ਤੋਂ ਬਾਅਦ ਕੀ ਟੰਗਣਾ ਜੇ? ਆਸਟ੍ਰੇਲੀਆ ਤੋਂ ਇਹ ਵੀ ਨਾਸਰ ਬੱਟ ਨੂੰ ਗਾਲਾਂ ਦੇ ਰਹੇ ਨੇ। ਮੈਂ ਕਿਹਾ ਦਿਓ ਗਾਲਾਂ ਤੇ ਅੱਛੀਆਂ ਗੱਲਾਂ ਨੇ, ਉਹ ਤੇ ਕੋਈ ਮਸਲਾ ਨਹੀਂ। ਮੈਂ ਨਾਸਰ ਗੱਲ ਕਰ ਬੱਟ ਰਿਹਾ ਉਹਦੀਆਂ ਨਾਲਾਂ ਦਿੰਦਾ ਲੋਕਾਂ ਨੂੰ, ਉਹ ਨਹੀਂ ਗਾਲਾਂ ਤੇ ਮੈਂ ਕਿਦੋਂ ਆਖਿਆ? ਮੈਂ ਕਿਹਾ ਉਹ ਵੀ मैंने कहना था जो अहमद रजा खान ब्रेन में लिखा है भाभी देवबंदियों का खदान लवातत बाज है, क्या नबी भी लवातत बाज है? ਉਹ ਯਾਰ ਵੜ ਗਿਆ ਵੇ ਇੱਥੇ ਓ ਯਾਰ ਇੱਕ ਮਿੰਟ, ਤਾਹਰ ਭਾਈ ਗੱਲ ਸੁਣੋ। ਤਾਹਿਰ ਭਾਈ ਗੱਲ ਕੀ ਹੋਈ ਹੈ, ਕੋਈ ਦੱਸ ਸਕਦੇ ਹੋ ਸ਼ੁਰੂ ਤੋਂ? ਗੱਲ ਉੱਥੇ ਬਹਿਰੀਨ ਦੀ ਬਰਾਤ ਤੇ ਕੀ ਚੱਲਣ ਡਈ ਹੈ ਜੀ? ਅੱਛਾ, ਉਹ ਨਹੀਂ ਉਸ ਗੱਲ ਦਾ ਬੈਕਗ੍ਰਾਉਂਡ ਪਤਾ ਤੁਹਾਨੂੰ ਕੀ ਹੋਇਆ ਸੀ? ਤੇ ਕਿਉਂ ਕਿਹਾ, ਤੇ ਉਹਨੇ ਅੱਗੋਂ ਮਿਰਜ਼ਾ ਸਾਹਿਬ ਦੇ ਉੱਤੇ ਕੀ ਪੋਸਟਰ ਬਣਾ ਕੇ ਲਾਇਆ? ਨਹੀਂ ਉਹਨੂੰ ਕੀ ਕਿਹਾ ਤੇ ਦੱਸ, ਉਹਨੇ ਨਾਸਰ ਬੱਟ ਸਾਹਿਬ ਨੇ ਕੀ ਕਿਹਾ 313 ਮੇਰੀ ਨੂੰ ਪਤਾ ਜੀ ਉਹਦਾ? ਨਹੀਂ ਤੇ ਨਾਸਰ ਬੱਟ ਪਹਿਲਾਂ ਉਹਦੇ ਨਾਲ ਇੱਕ ਪਲੇਟ 'ਚ ਬਹਿ ਕੇ ਖਾਣਾ ਖਾਂਦਾ ਰਿਹਾ, ਤੇ ਹੁਣ ਜਾ ਕੇ ਉਹਦੇ ਉੱਤੇ ਕਰਨ ਡਿਆ। ਇੱਕ ਮਿੰਟ ਠਹਿਰ ਜਾਓ, ਫਿਰ ਹੁਣ ਜੇ ਸ਼ੁਰੂ ਹੋ ਹੀ ਗਏ ਹੋ ਤੁਸੀਂ ਤੇ ਉੱਤੇ ਵੱਡੀ ਸਕਰੀਨ ਉੱਤੇ ਕਰੋ, ਸਰਕਾਰ ਨੂੰ ਉੱਤੇ ਕਰੋ, ਮੇਰੇ ਨਾਲ ਬਾਹੋ। ਉਸ ਪੋਸਟਰ ਜਿਹੜਾ ਨਹੀਂ ਠੀਕ ਹੈ। ਅੱਛਾ ਮੈਂ ਦੂਜੀ ਆਈਡੀ ਤੋਂ ਦੂਜੇ ਮੋਬਾਈਲ ਤੋਂ ਆਉਣਾ ਵਾ, ਫਿਰ ਤੁਹਾਨੂੰ ਨਾਲ ਸਾਰਾ ਕੇਸ ਫਿਰ ਕਲੀਅਰ ਵੀ ਕਰਦੇ ਜਾਈਏ ਨਾ। ਨਸਣ ਲੱਗਾ ਜੇ ਡਬਲ ਮੈਂ ਦੂਜੇ ਮੋਬਾਈਲ ਤੋਂ ਆਉਣ ਲੱਗਾ, ਚੁੱਕੋ ਮੈਨੂੰ ਫੋਨ ਤੇ ਉਹਦੇ ਨਾਲ ਰਾਬਤਾ, ਗਰੁੱਪਾਂ 'ਚ ਉਹਦੇ ਨਾਲ ਅਟੈਚ ਹੈ। ਹਾਂ ਨਸ ਗਿਆ ਜਵਾਬ ਹੀ ਨਹੀਂ ਜਵਾਬ ਵਾਦਾ ਕਰ ਲਿਆ ਸੀ ਕਿ ਲਾਈਵ ਨਹੀਂ ਲਾਣੀ, ਪਰ ਮਜਬੂਰੀ ਨਾਲ ਫੇਰ ਲਾਣੀ ਪੈ ਗਈ ਅਲੀ ਅਕਬਰ ਸਾਹਿਬ। ਅੱਛਾ ਤੁਸੀਂ ਕਹਿ ਰਹੇ ਹੋ, ਮੈਂ ਇੱਕ ਸਵਾਲ ਤੁਹਾਨੂੰ ਪੁੱਛ ਸਕਦਾ ਵਾਂ? ਤੁਸੀਂ ਕਹਿ ਰਹੇ ਹੋ ਕਿ ਮੇਰੀ ਵੀ ਮੁਖਾਲਫਤ ਹੈ ਨਾ, ਤੁਸੀਂ ਆਪਣੀ ਮੁਖਾਲਫਤ ਚ ਬਰਾੜ ਲਾਈਏ ਕਿ ਜਮਾਤ ਵੀ ਬਣੇ, ਤਾਂ ਥੋੜਾ ਦੱਸ ਦਿਓ ਵੀ। ਮੈਂ ਅਲੀ ਅਕਬਰ ਸਾਹਿਬ ਬਹੁਤ ਅਰਸੇ ਪਹਿਲੇ ਆਪਣੀ ਮੁਖਾਲਫਤ ਨਾਸਰ ਬੱਟ ਸਾਹਿਬ ਨੂੰ ਖਤਮ ਕਰ ਚੁੱਕਿਆ ਵਾਂ। ਅਲੀ ਅਕਬਰ ਸਾਹਿਬ ਗੱਲ ਸੁਣੋ ਆਪਣੇ 11 ਭਾਈ, ਇੱਕ ਮਿੰਟ। ਮੈਂ ਆਪਣੀ ਮੁਖਾਲਫਤ ਨਾਸਰ ਬੱਟ ਸਾਹਿਬ ਨਾਲ ਬਿਲਕੁਲ ਖਤਮ ਕਰਤੀ ਸੀ, ਬਿਲਕੁਲ ਉਹਨੂੰ ਕੁੱਬੇ ਲੈਣ ਲਾਤਾ ਸੀ, ਬਿਲਕੁਲ। ਉਹ ਰਿਕਾਰਡਿੰਗਾਂ ਜਿਹੜੀਆਂ ਸਾਈਡ ਤੇ ਕਰਤੀਆਂ ਸਨ, ਜਿਹੜੀਆਂ ਮੈਨੂੰ ਉਹਨੇ ਗਾਲਾਂ ਕੱਢੀਆਂ ਸਨ। ਕੁਛ ਦਿਨ ਪਹਿਲੇ ਇੱਕ ਦਿਨ ਇਹਨੇ 1122 में ਬਹਿਰੀਨ ਨੂੰ ਤੇ ਨਾਸਰ ਬੱਟ ਨੂੰ ਬਹਾ ਕੇ ਉੱਥੇ ਬੇਇੱਜ਼ਤੀ ਕਰਵਾਈ ਜਮਾਤ ਅਹਿਮਦੀਆ ਦੀ ਬਹੁਤ ਜ਼ਿਆਦਾ। ਨੋਸ਼ੀ ਸ਼ੇਰਨੀ ਸਾਹਿਬਾ ਦੇ ਉੱਤੇ ਆਪਣੀਆਂ ਵੀਡੀਓ ਬਣੀਆਂ, ਫਿਰ ਆਪਣੀ ਹਾਦੀਆਬਾਜੀ ਤੇ ਬਣੀਆਂ ਹੈ। ਉਹ ਗੈਰ ਅਹਿਮਦੀ ਕਿਹੜੇ ਲਕਾਬਾਤ
ਬੁਲਾ ਰਹੇ ਨੇ। ਅੱਛਾ ਹੁਣ ਸੁਣੋ, ਗੱਲ ਤੇ ਸੁਣੋ ਤਾਹਰ ਸਾਹਿਬ, ਛੱਡਦਾ ਨਾ ਬਿਲਕੁਲ ਤਾਹਰ ਸਾਹਿਬ, ਤਾਹਰ ਸਾਹਿਬ, ਤਾਹਰ ਸਾਹਿਬ। ਰਸ਼ ਪੈਣਾ ਸ਼ੁਰੂ ਹੋ ਗਿਆ, ਉਹ ਗੱਲ ਕਰੋ ਯਾਰ ਗੱਲ। ਗੱਲ ਵੀ ਦੋ ਗੱਲ ਚਾਰ ਚੱਲਣ ਦਿਨ ਦਿਓਗੇ, ਰਸ਼ ਬਹੁਤਾ ਪਏਗਾ, ਗੱਲ ਭਾਈ ਚੱਲਣ ਬਰਾੜ ਦੇ। ਲਾਈਏ ਨੇ, ਸ਼ੈਤਾਨੀ ਕੀਤੀ ਹੈ ਤੇ ਮੈਨੂੰ ਉਹ ਯਾਰ ਸ਼ੈਤਾਨੀ ਤੇ ਸੁਣ ਲਓ ਹੁਣ ਮੇਰੀ, ਸ਼ੈਤਾਨੀ ਤੇ ਸੁਣ ਲਓ, ਸੁਣ ਲਓ, ਸੁਣ ਲਓ। ਜੀ ਜੀ ਸੁਣ ਲਓ ਜਰਾ। ਆ ਮੈਂ ਹੁਣ ਆਡੀਓ ਸੁਣਾਉਣ ਲੱਗਾ, ਠੀਕ ਹੈ, ਜਿਹੜੀ ਮੈਂ ਸ਼ੈਤਾਨੀ ਅਲੀ ਅਕਬਰ ਨੂੰ ਨਾਸਰ ਭੱਟ ਸਾਹਿਬ ਨੇ ਗੱਲ ਨਾ ਚੁੱਕੋ ਇਹਨੂੰ, ਨਾ ਚੁੱਕੋ ਯਾਰ, ਮੁਸ਼ਰਕ ਨੂੰ ਕੋਈ ਬੰਦਾ ਨਾ ਚੁੱਕੇ ਯਾਰ। ਉਹ ਯਾਰ ਮੇਰੀ ਵੀ ਸੁਣ ਲਓ, ਅਲੀ ਅਕਬਰ ਸਾਹਿਬ ਮਿਊਟ ਲਾਓ, ਤੁਹਾਨੂੰ ਮਜ਼ਾ ਆਉਣ ਲੱਗਾ ਜੇ ਹੁਣ, ਓਕੇ ਓਕੇ। ਠੀਕ ਹੈ। ਐ ਜੀ ਸੁਣੋ ਪਹਿਲੇ ਜੀ। ਇਜਾਜ਼ਤ ਲੈ ਕੇ ਚਲਾਣੀ ਹੈ, ਜੇ ਕੋਈ ਐਸੀ ਅੱਛਾ ਜੀ, ਇਜਾਜ਼ਤ ਇਜਾਜ਼ਤ ਹੈ ਜੀ, ਇਜਾਜ਼ਤ ਹੈ। ਮੁੱਕੀ ਪਹਿਲਾਂ ਲੱਭੇ ਲਬਾਬ ਦਾ ਦੱਸਿਆ ਜਾਏ ਨਾ। ਲੱਭੇ ਲਬਾਬ ਇਸੇ ਗੱਲ ਤੋਂ ਗੱਲ ਸ਼ੁਰੂ ਹੋਈ ਏ ਕਿ ਜਿਹੜੇ ਅਲਫਾਜ਼ ਨਹੀਂ, ਜੇ ਤਾਂ ਕੋਈ ਨਾਸਰ ਭੱਟ ਦੀ ਹਮਾਇਤ ਚ ਕੋਈ ਗੱਲ ਤੁਸੀਂ ਕਰਨੀ ਹੈ ਤਾਂ ਨੋ 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 ਨੋ, ਕਿਸੇ ਦੀ ਹਮਾਇਤ ਚ ਗੱਲ ਨਹੀਂ, ਸਿਰਫ ਹਕਾਇਕ ਖੋਲਣੇ ਨੇ। ਹਕਾਇਕ ਖੋਲਣੇ ਨੇ ਤੁਹਾਡੇ ਅੱਗੇ ਕਿ ਹਕਾਇਕ ਅਸਲ ਚੀਜ਼ ਹੈ ਕੀ ਹੈ। ਸੁਣੋ ਜੀ, ਬਿਸਮਿਲ੍ਲਾ ਕਰੋ। ਅਸੀਂ ਪੂਰੀ ਦੁਨੀਆ ਨੇ ਤਾਲੀਮ ਲੈਣੀ ਹੈ, ਮੁਸਲਮਾਨਾਂ ਨੇ ਤਾਲੀਮ ਲੈਣੀ ਹੈ ਕਿ ਨਬੀ ਦੇ ਘਰ ਨੂੰ ਵੇਖ ਕੇ। ਤੋ ਜੇ ਤੂੰ ਇਹ ਗੱਲ ਪੜੇਗਾ ਬਈ ਨਬੀ ਦੇ ਘਰ ਤੇ ਬੁੱਢੀਆਂ ਆਪ ਲੜ ਰਹੀਆਂ ਨੇ ਬਈ ਤੋਹਫੇ ਦੇ ਪਿੱਛੇ, ਦੁਨਿਆਵੀ ਮਾਲ ਦੇ ਪਿੱਛੇ, ਤੇ ਉਹਨੇ ਫਿਰ ਕੱਟਾ ਇਸਲਾਮ ਲੈਣਾ। ਨਬੀ ਸਾਡੇ ਸੇ ਮਿਸਾਲ ਹੈ ਤੇ ਉਹਨਾਂ ਦੀ ਜਿੰਨੀ ਔਰਤਾਂ ਨੇ ਉਹ ਆਪਸ ਵਿੱਚ ਲੜ ਰਹੀਆਂ ਨੇ ਤੋਹਫੇ ਸੇ। ਜਿਹੜਾ ਨਬੀ ਪੂਰੀ ਦੁਨੀਆ ਸੇ ਰਹਿਮਤ ਆਲਮੀਨ ਬਣ ਕੇ ਆਇਆ ਤੇ ਆਪਣੀ ਬੁੱਢੀ ਦੇ ਅੰਦਰ ਵੰਡ ਕਰ ਰਿਹਾ ਹੈ, ਸ਼ਾਇਦ ਨਾਲ ਇਹ ਨਤੀਜਾ ਵੀ ਅਖਜ਼ ਹੁੰਦਾ ਹੈ ਕਿ ਸਾਨੂੰ ਰੋਣ ਦੀ ਲੋੜ ਨਹੀਂ ਕਿ ਸਾਡੀ ਬੁੱਢੀ ਸਾਡੀ ਨਹੀਂ ਮੰਨਦੀ। ਨਬੀ ਦੇ ਘਰ ਵੀ ਲੁੱਚ ਤਲਿਆ ਰਿਹਾ। ਸੁਣਿਆ ਜੀ ਮੈਸੇਜ, ਇੱਕ ਇਹ ਮੈਸੇਜ ਸੀ, ਦੂਸਰਾ ਮੈਸੇਜ ਜਿਹੜਾ ਸੀ ਨਾ ਨਾਸਰ ਭੱਟ ਸਾਹਿਬ ਨੇ ਸੁਣਿਆ ਸੀ, ਉਹ ਇਹ ਸੁਣਿਆ ਸੀ। ਸੁਣੋ ਜੀ ਅੱਗੋਂ, बिस्मिल्लाह करो। हुज़ूर सल्लल्लाहु अलैहि वसल्लम ने क्या फरमाया है कि हजरत अबू बकर रज़ियल्लाहु तआला अन्हु रवायत करते हैं कि नबी अकरम सल्लल्लाहु अलैहि वसल्लम ने इरशाद फरमाया, जब दो मुसलमान, अब ये पता नहीं हजरत आयशा सिद्दीक़ा रज़ियल्लाहु तआला अन्हा को या हजरत अली अलैहिस्सलाम को ये लोग पता नहीं अब क्या मानते हैं, अब देखते हैं। हुज़ूर सल्लल्लाहु अलैहि वसल्लम ने इरशाद फरमाया है, जब दो मुसलमान अपनी तलवारें संभाल कर एक दूसरे के मुकाबिल आए तो कातिल और मकतूल दोनों जहन्नमी होंगे। अब जंगे जमल के अंदर हमें सब पता है कि दो मुसलमान जो है लश्कर आमने सामने आ गए, उनमें से कातिल भी थे, दोनों तरफ से मकतूल भी थे। अब ये बताएं, या तो ये साबित करें कि हजरत अली अलैहिस्सलाम ने उस जंग में किसी को जो है वो कत्ल नहीं किया। अभी ये बताएं कि हुज़ूर तो कह रहे हैं कि कातिल और मकतूल यानी मारने वाला भी और मरने वाला भी दोनों जहन्नमी होंगे। तो ये हमें बता दें, अब ये 313 साहब कि वो जो जमल वाले थे वो अब किस कैटेगरी में, उनको मुसलमान ये समझते हैं कि नहीं समझते? जी 313 साहब, मैं आपको अपना क्लियर कट जो अकीदा बता देता हूँ। नैनवा होगी, सफीन हो गई, जमल होगी, मौला अली के मुकाबले में जितने आने वाले थे वो दायरा इस्लाम से खारिज थे और मौला अली हक पे थे। नबी वसल्लम ने फरमाया अली हक के साथ और हक अली के साथ है। ठीक हो गई। नबी वसल्लम ने फरमाया पूरी दुनिया अली को छोड़ दे, आप लोगों ने नहीं छोड़नी, खत्म होगी बात। जब हम लोग मानते ही मौला अली को हैं तो मौला अली के मुकाबले में ज़ौजत रसूल आए, उम्मुल मोमिनीन आए और वो खुद इस गलती पर जो थी पशेमान रही सारी जिंदगी। इसमें तो क्लियर कट बात, दूसरी दो टोक बात है। अहले सुन्नत वल जमात का भी ये अकीदा, हमारा भी ये अकीदा। आपने ये कहा कि हजरत अली अलैहिस्सलाम के सामने जो भी आया जंग के मैदान में वो दारा इस्लाम से खारिज है, मैं ठीक समझा हूँ मोहतरम? जी बिल्कुल खारिज है। इसको रिकॉर्डिंग करें, अपनी लाइफ पे चलाएं, अपनी आईडी पे भी चलाएं। जो शख्स मौला अली के साथ जंग पे आया, मुकाबले में जंग पे आया, हम उसे दायरा इस्लाम से खारिज समझते हैं। जो शख्स भी मौला अली के मुकाबले पे आया, तलवार खींची, हमारी तलवारें जुबानें मौला अली के साथ हैं। जो भी उनके मुखालिफ आए, सफीन में, नैनवा में या जमल में, हम उसे मुसलमान ही नहीं समझते, बात खत्म होगी। भाई आप नाम लेकर बताएं ना, किसे मुसलमान नहीं सकते, कौन आया है जबल में आप नाम नहीं बता रहे हैं, इशारों कमाई में क्यों बात करते हैं आप? भाई जान आपको नहीं पता जमल में कौन आई? उम्मुल मोमिनीन आयशा नहीं है, ठीक है, हजरत आयशा नहीं है, मुआविया इब्न सुफियान नहीं है, खारजियों ने लश्करकशी नहीं की मौला अली के खिलाफ। जिसने भी लश्करकशी की मौला अली के खिलाफ, खलीफा राशिद के खिलाफ, हम उसे समझते हैं। नाम पूरे लेना भाई, सारे नाम लेना, क्या कर रहे हैं आप जो है नाम लेकर बताएं कि जंग जमल में ये बताएं कि जंग जमल में ये खबरें थे, ये मैं कह रहा हूँ, मैं तो नाम लेके बता रहा हूँ। हाँ जी, मैं कह रहा हूँ हज़रत तलहा हो, हज़रत जुबैर हो, मरवान इब्न हकम हो, हज़रत आयशा हो, अमीर माविया हो आपके, या खारजी ग्रोह हो, हम सब को दायरे इस्लाम से खारिज समझते हैं। जो भी मौला अली के खिलाफ तलवार लेके आया, खत्म होगी बात। लो जी माशाल्लाह,
ਇਹ ਗੱਲ ਸੀ ਤਾਹਰ ਸਾਹਿਬ ਜਿਹੜੀ ਸੁਣ ਕੇ 313 ਬਹਿਰੀਨ ਸਾਹਿਬ ਦੀ ਤੇ ਨਾਸਰ ਭੱਟ ਸਾਹਿਬ ਨੇ ਇੱਕ ਕਮੈਂਟ ਕੀਤਾ, ਠੀਕ ਹੈ। ਉਹ ਕਮੈਂਟ ਕੀਤਾ ਨਹੀਂ, ਉਹ ਅੱਜ ਦੇ ਕਮੈਂਟ ਨਹੀਂ ਹੁੰਦੇ, ਉਹ ਜਦੋਂ ਸੁਣ ਤੇ ਲੋ, ਲਾਉਂਦਿਆ ਉਦੋਂ ਨੇ ਨਾਸਰ ਭੱਟ ਸਾਹਿਬ ਉਹਦੇ ਖਿਲਾਫ ਹੋਏ ਸੁਣ ਤੇ ਲੋ, ਦੱਸਣ ਤੇ ਡਿਆ ਜਦੋਂ ਦੀ ਇਹ ਗੱਲ ਉਹਨੇ ਕੀਤੀ ਏ ਤੁਹਾਂ ਵੇ ਸੁਣੀ ਲਈ ਏ ਕਿ ਹਜ਼ਰਤ ਆਇਸ਼ਾ ਜਿਹੜੇ ਨੇ ਨਾਉਜ਼ ਬਿੱਲਾ ਕਾਫਰ ਨੇ, ਉਹ ਇਸਲਾਮਦਾਰ ਇਸਲਾਮ ਚ ਸੁਣ ਤੇ ਲੋ ਤਾਹਰ ਭਾਈ ਗੱਲ ਤਾਂ ਸੁਣ ਲੋ, ਚਲਾਉਣ ਦੀ ਇਜਾਜ਼ਤ ਉਹ ਦੇ ਸਾਰ ਸੁਣ ਤੇ ਲਵੋ, ਉਹ ਮੈਂ ਦੱਸਣ ਲੱਗਾ ਸੁਣ ਲੋ। ਉਹਨਾਂ ਨੇ ਹਜ਼ਰਤ ਆਇਸ਼ਾ ਦੇ ਉੱਤੇ ਫਤਵਾ ਲਾਇਆ ਕਿ ਹਜ਼ਰਤ ਆਇਸ਼ਾ ਜਿਹੜੇ ਨੇ ਉਹ ਮੁਸਲਮਾਨ ਨਹੀਂ ਨੇ, ਠੀਕ ਹੈ। ਇਹ ਗੱਲ ਜਦੋਂ ਨਾਸਰ ਭੱਟ ਸਾਹਿਬ ਨੇ ਸੁਣੀ ਹੈ, ਨਾਸਰ ਭੱਟ ਸਾਹਿਬ ਨੇ ਆਖਿਆ ਕਿ ਤੂੰ ਹੈ ਹੀ ਹਰਾਮ ਦਾ ਜਲਾਇਆ ਹੈ, ਤੂੰ ਹਲਾਲ ਦਾ ਨਹੀਂ ਹੋ ਸਕਦਾ, ਕਿਉਂਕਿ ਤੂੰ ਹਜ਼ਰਤ ਆਇਸ਼ਾ ਤੇ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੀ ਜ਼ੋਜਾ ਮੁਹਤਰਮਾ ਤੇ ਪਹੁੰਚਿਆ ਹੈ, ਉਹਨਾਂ ਨੂੰ ਤੂੰ ਗੈਰ ਮੁਸਲਮ ਕਰਾਰ ਦਿੱਤਾ। ਹੁਣ ਤੁਸੀਂ ਇਹ ਗੱਲ ਦੱਸੋ ਤਾਹਰ ਸਾਹਿਬ ਕਿ ਜਿਹੜਾ ਬੰਦਾ ਜ਼ੋਜਾ ਮੁਹਤਰਮਾ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਜੀ ਤੁਹਾਨੂੰ ਜਿਹੜੇ ਸੁਣ ਤੇ ਲਵੋ, ਗੱਲ ਤਾਂ ਪੂਰੀ ਸੁਣ ਲਓ, ਗੱਲ ਤਾਂ ਪੂਰੀ ਸੁਣ ਲਓ ਤੁਹਾਨੂੰ ਤਾਹਰ ਭਾਈ, ਸੁਣ ਤੇ ਲਵੋ ਭਾਵੇਂ ਕੋਈ ਸ਼ੀਆ ਹੋਏ ਭਾਵੇਂ ਕੋਈ ਯਹੂਦੀ ਹੋਏ ਕੋਈ ਵੀ ਹੋਏ, ਜਦੋਂ ਉਹਨੇ ਉਮੁਲ ਮੋਮਿਨੀਨ ਦੇ ਬਾਰੇ ਚ ਇੰਜ ਦੇ ਅਲਫਾਜ਼ ਬੋਲਣੇ ਨੇ, ਕਿਆ ਤੁਸੀਂ ਉਹਨੂੰ ਇੱਜ਼ਤ ਅਲਫਾਜ਼ ਦਿਓਗੇ? ਤੁਹਾਨੂੰ ਪਤਾ ਇਹਦੇ ਬਾਰੇ ਚ ਹਜ਼ਰਤ ਮਸੀਹ ਮੌਦ ਦਾ ਕੀ ਫਤਵਾ ਹੈ? ਹਜ਼ਰਤ ਮਸੀਹ ਮੌਦ ਦਾ ਫਤਵਾ ਹੈ ਕਿ ਜਿੰਨੇ ਵੀ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਜਾਂ ਉਹਨਾਂ ਦੀ ਅਹਿਲੇ ਬੈਤ ਵਾਸਤੇ ਹਲਕੇ ਅਲਫਾਜ਼ ਵੀ ਬੋਲਣੇ ਨੇ ਨਾ, ਉਹ ਉਹਦੇ ਹਰਾਮਜ਼ਾਦੇ ਹੋਣ ਦੇ ਵਿੱਚ ਕੋਈ ਸ਼ੱਕ ਨਹੀਂ। ਤੇ ਤੁਸੀਂ ਮੈਨੂੰ ਦੱਸੋ ਕਿ ਅਗਰ ਉਹਨੇ ਹਰਾਮਜ਼ਾਦਾ ਉਹਨੂੰ ਸਾਬਤ ਕੀਤਾ ਹੈ 313 ਬਹਿਰੀਨ, ਚਲੋ ਬਹਿਰੀਨ ਤੇ ਹਲਾਲਜ਼ਾਦਾ, ਨਾਸਰ ਭੱਟ ਨੇ ਉਹਨੂੰ ਇਹ ਅਲਕਾਬਾਤ ਦੇ ਕੇ ਉਹਨੂੰ ਹਲਾਲਜ਼ਾਦਾ ਸਾਬਤ ਕਰਤਾ ਹੈ। ਬਿਲਕੁਲ, ਅਗਰ ਨਾਸਰ ਭੱਟ ਸਾਹਿਬ ਨੇ ਉਹਨੂੰ ਇਹ ਗੱਲ ਕਹਿ ਦਿੱਤੀ ਹੈ ਤੇ ਨਾਸਰ ਭੱਟ ਸਾਹਿਬ ਦੀ ਗੈਰਤ ਹੈ, ਸੁਣ ਤੇ ਲੋ, ਉਹਦਾ ਦੇਖੋ ਨਾ, ਹੁਣ ਦੇਖੋ ਤਾਹਰ ਭਾਈ ਸੁਣੋ, ਅਗਰ ਹੁਣ ਮਿਸਾਲ ਤੌਰ ਤੇ ਉਹਨਾਂ ਨਾਸਰ ਭੱਟ ਸਾਹਿਬ ਨੇ ਆਪਣੀ ਜਮਾਤ ਦੇ ਆਪਣੇ ਅਕਾਬਰੀਨ ਦੇ ਅਕਾਇਦ ਦੇ ਮੁਤਾਬਕ ਉਹਨਾਂ ਇੱਕ ਫਤਵਾ 313 ਬਹਿਰੀਨ ਤੇ ਲਾ ਦਿੱਤਾ, ਠੀਕ ਹੈ। ਹੁਣ ਤੁਸੀਂ ਕੀ ਆਂਦੇ ਹੋ ਕਿ ਉਹ ਫਤਵਾ ਵਾਪਸ ਲੈ ਲੈਣ, ਨਾ ਕਹਿਣ ਉਹਨੂੰ ਹਰਾਮ ਦਾ? ਕੀ ਕਹਿੰਦੇ ਹੋ ਤੁਸੀਂ ਦੱਸੋ, ਜਾਂ ਤੁਸੀਂ ਕਹੋਗੇ ਉਸ ਤਰ੍ਹਾਂ ਹੀ ਨਾਸਰ ਭੱਟ ਸਾਹਿਬ ਨੂੰ ਕਹਾਂਗੇ ਕਿ ਵੀ ਉਸ ਤਰ੍ਹਾਂ ਕਰ ਲਓ? ਨਹੀਂ, ਮੈਂ ਨਹੀਂ ਕੁਛ ਕਹਿੰਦਾ, ਨਾ ਮੈਂ ਕਹਿ ਸਕਦਾ, ਮੈਨੂੰ ਤਾਂ ਉਹਨੇ ਖੁਦ ਬੜੀਆਂ ਗਾਲਾਂ ਕੱਢੀਆਂ ਨੇ। ਮੈਂ ਯਾਰ ਉਹ ਤੇ ਪੁਰਾਣੀ ਗੱਲ ਹੋ ਗਈ, ਉਹ ਛੱਡ ਦਿਓ, ਹੁਣ ਜਿਹੜੀ ਨਵੀਂ ਗੱਲ ਹੈ ਕਿ 313 ਬਹਿਰੀਨ, ਹਾਂ ਮੈਂ ਵੀ ਕਿਸੇ ਦੇ ਕਹਿਣ ਤੇ ਛੱਡਦੀ ਸੀ, ਪਰ ਮੈਂ ਜਿਹੜਾ ਬਾਰ-ਬਾਰ ਬਰਦਾਸ਼ਤ ਨਹੀਂ ਕਰ ਸਕਦਾ, ਹੁਣ ਨਹੀਂ ਛੱਡਿਆ ਜਾਣਾ ਕੁਛ। ਯਾਰ ਛੱਡਣ ਦੀ ਤੇ ਗੱਲ ਹੀ ਨਹੀਂ ਮੈਂ ਕਰ ਰਿਹਾ, ਉਹ ਤਾਹਰ ਸਾਹਿਬ ਮੈਂ ਛੱਡਣ ਦੀ ਗੱਲ ਨਹੀਂ ਕਰ ਰਿਹਾ, ਮੈਂ ਗੱਲ ਕਰ ਰਿਹਾ ਕਿ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ, ਉਹ ਮੇਰੇ ਸੁਣ ਤਾਹਿਰ ਸਾਹਿਬ ਨੇ ਆਪਣੀ ਗੱਲ ਛੱਡਤੀ, ਲੇਕਿਨ ਇਸ ਟਾਈਮ ਉਹ ਕਹਿੰਦੇ ਨੇ ਮਸੀਹ ਅਲੈਹਿ ਸਲਾਮ ਤੇ ਗੱਲ ਆਈ ਹੈ। ਨਹੀਂ ਆਹੋ, ਹੁਣ ਮੈਂ ਦੱਸੋ ਕਿ ਉਹਨਾਂ ਨੇ ਅਲੀ ਅਕਬਰ ਸਾਹਿਬ ਤੁਸੀਂ ਫੈਸਲਾ ਕਰੋ ਕਿ ਉਹਨਾਂ ਨੇ ਇਹ ਆਡੀਓ ਸੁਣੀਆਂ ਨੇ, ਇਹ ਗੱਲਾਂ ਸੁਣੀਆਂ ਨੇ, ਗੱਲਾਂ ਸੁਣਨ ਤੋਂ ਬਾਅਦ ਉਹਨਾਂ ਨੇ ਫਤਵਾ ਹਜ਼ਰਤ ਮਸੀਹ ਮੌਦ ਦਾ ਸੁਣ ਤੇ ਲਵੋ, ਉਹ ਤਾਹਰ ਸਾਹਿਬ ਸੁਣ ਤੇ ਲਵੋ, ਉਹਨਾਂ ਨੇ ਹਜ਼ਰਤ ਮਸੀਹ ਮੌਦ ਦਾ ਫਤਵਾ ਜਿਹੜਾ ਉਹ ਅਪਲਾਈ ਕਰ ਦਿੱਤਾ 313 ਬਹਿਰੀਨ ਦੇ ਉੱਤੇ, ਠੀਕ ਹੈ। ਹੁਣ ਤੁਸੀਂ ਉਹ ਅੱਗੋਂ ਹੁਣ ਇਸ ਗੱਲ ਨੂੰ ਲੈ ਕੇ ਤੇ ਗਾਲਾਂ ਕੱਢ ਰਹੇ ਨੇ, ਤੁਸੀਂ ਇਹ ਦੱਸੋ ਕਿ ਉਹ ਗਾਲਾਂ ਕਿਉਂ ਕੱਢ ਰਹੇ ਨੇ ਕਿ ਹਜ਼ਰਤ ਮਸੀਹ ਮੌਦ ਦਾ ਫਤਵਾ ਗਲਤ ਹੈ ਤਾਂ ਗਾਲਾਂ ਕੱਢ ਰਹੇ ਨੇ? ਮੌਦ ਨੂੰ ਮੰਨਦੇ ਨੇ। ਅੱਛਾ, ਮਤਲਬ ਕਿ ਫਤਵਾ ਨਾ ਲਾਏ ਨਹੀਂ, ਉਹ ਜਿਹੜੇ ਨੇ ਬਹਿਰੀਨ ਦੀਆਂ ਦੂਜੇ ਜਿਹੜੇ ਨੇ ਉਹ ਮੰਨਦੇ ਨੇ ਹਜ਼ਰਤ ਮਸੀਹ ਮੌਦ? ਨਹੀਂ ਮੰਨਦੇ। ਤੇ ਉਹ ਤਾਂ ਤੁਸੀਂ ਸੱਚਾ ਫਤਵਾ ਵੀ ਲਾਓਗੇ ਤੇ ਉਹਨਾਂ ਮੰਨਣਾ। ਤੇ ਇਹੀ ਫਤਵਾ ਜਿਹੜਾ ਉਹ ਅਮਨ ਅਲੀ ਸਾਹਿਬ ਨੇ ਲਾਇਆ, ਸੁਣ ਲਓ, ਅੱਛਾ, ਇਹੀ ਫਤਵਾ ਜਿਹੜਾ ਨਾ, ਇਹੀ ਫਤਵਾ ਦਾ ਮਸੀਹ ਮੌਦ ਦਾ, ਇਹ ਅਮਨ ਨਜ਼ੀਰ ਸਾਹਿਬ ਨੂੰ ਵੀ ਕਬੂਲ ਹੈ। ਉਹ ਆਂਦੇ ਨੇ ਬਿਲਕੁਲ ਜਿਹੜਾ ਬੰਦਾ ਇੰਜ ਦੇ ਅਲਫਾਜ਼ ਯੂਜ਼ ਕਰਦਾ ਹੈ, ਯਾਨੀ ਕਿ ਕੁਫਰ ਦਾ ਫਤਵਾ ਲਾਉਂਦਾ ਹੈ ਹਜ਼ਰਤ ਆਇਸ਼ਾ ਸਦੀਕਾ ਤੇ, ਉਹ ਹਰਾਮਜ਼ਾਦਾ, ਉਹਦੇ ਹਲਾਲਜ਼ਾਦੇ ਹੋਣ ਦੀ ਕੋਈ ਨਿਸ਼ਾਨੀ ਮੌਜੂਦ ਨਹੀਂ ਦੁਨੀਆ ਤੇ। ਇਹੀ ਗੱਲ ਨਾਸਰ ਭੱਟ ਸਾਹਿਬ ਨੇ ਕੀਤੀ ਹੈ। ਤੁਸੀਂ ਦੱਸੋ ਤਾਹਰ ਸਾਹਿਬ ਤੇ ਜਾਂ ਅਮਨ ਨਜ਼ੀਰ ਸਾਹਿਬ ਨੂੰ ਦੱਸਣ, ਦੋਵੇਂ ਬੰਦੇ ਦੱਸਣ, ਠੀਕ ਹੈ, ਕਿ ਇਹ ਫਤਵਾ ਅਮਨ ਉਹਦਾ ਨਾਸਰ ਭੱਟ ਸਾਹਿਬ ਦਾ ਗਲਤ ਕਿਸ ਤਰ੍ਹਾਂ ਹੈ, ਇਹ ਦੱਸ ਦਿਓ ਸਿਰਫ। ਨਹੀਂ, ਅਸੀਂ ਤੇ ਇਹ ਪੁੱਛ ਰਹੇ ਹਾਂ ਕਿ ਉਹਨਾਂ ਨੇ ਇਹ ਫਤਵਾ ਦੱਸੋ, ਫਤਵਾ ਗਲਤ ਹੈ, ਉਹਨਾਂ ਨੂੰ ਕੀ ਜ਼ਰੂਰਤ ਪਈ ਸੀ? ਉਹ ਯਾਰ ਤਾਹਰ ਸਾਹਿਬ ਮੈਂ ਉਹੀ ਤੁਹਾਨੂੰ ਦੱਸਣ ਤੇ ਲੱਗਾ, ਸੁਣੋ ਗੱਲ ਨੂੰ ਹੋਰ ਪਾਸੇ ਮੋੜ ਕੇ ਲੈ ਕੇ ਜਾ ਰਹੇ ਜੀ ਤੁਸੀਂ। ਬਾਅਦ ਚੋਂ ਕਹਿਣਾ ਜੀ ਮੈਂ ਲਾਈਵ ਬੰਦ ਕਰਾਉਣ ਗਿਆ ਸੀ, ਮੈਂ ਇੰਜ ਕਰਾਉਣ ਗਿਆ। ਨਹੀਂ ਮੈਂ ਨਹੀਂ, ਤੁਸੀਂ ਜੋ ਤਾਰ ਭਾਈ ਵੇਖੋ, ਮੈਂ ਤੁਹਾਨੂੰ ਪਹਿਲਾਂ ਵੀ ਕਦੀ ਨਹੀਂ ਕਿਹਾ, ਹੁਣ ਕਿਉਂਕਿ ਦੋ ਦਿਨ ਪਹਿਲੇ ਤੁਸੀਂ ਵੀ ਆਪਣੀ ਲਾਈਵ ਤੇ ਬੜਾ ਕੁਝ ਕਰਾ ਚੁੱਕੇ ਜੇ ਯਾਰ। ਮੈਂ ਹੁਣ ਵੇਖੋ ਨਾ, ਮੈਂ ਸਪੈਸ਼ਲ ਆਇਆ, ਮੈਂ ਜੇ 2 ਦਿਨ ਦੂਰ ਹੋ ਜਾਣਾ ਲਾਈਵ ਤੋਂ, ਤੇ ਇਹਦਾ ਮਤਲਬ ਇਹ ਨਹੀਂ ਤੁਸੀਂ ਪਿੱਛੋਂ ਤੁਹਾਨੂੰ ਆਜ਼ਾਦੀ ਹੈ ਜੋ ਮਰਜ਼ੀ ਕਰਾ। ਯਾਰ ਕਿੰਨੇ ਕੋਈ ਕਿਸੇ ਤੁਹਾਡੇ ਤੋਂ ਹਟ ਕੇ ਕੋਈ ਕੰਮ ਕਰ ਸਕਦਾ ਇੱਥੇ? ਹਫਤੇ ਵਾਲਾ ਦਿਨ ਮਾਈ ਸਫੀਆ ਨੇ ਮੇਰੇ ਉੱਤੇ ਕਿੰਨੀ ਬਕਵਾਸ ਕੀਤੀ ਹੈ, ਪਰ ਮੈਂ ਚੁੱਪ ਰਿਹਾ, ਮੈਂ ਕੋਈ ਗੱਲ ਹੀ ਨਹੀਂ ਕੀਤੀ।
ਹਾਂ। ਮੈਂ ਉਦੋਂ ਵੀ ਲਾਈਵ ਲਾ ਸਕਦਾ। ਨਹੀਂ ਉਹ ਨਾ ਲੱਗਣੀ ਚਾਹੀਦੀ ਸੀ। ਮੇਰੀ ਗੱਲ ਸੁਣ ਲਓ ਤਾਰ ਸਾਹਿਬ, ਹੁਣ ਮੈਨੂੰ ਤੁਸੀਂ ਇਹ ਦੱਸੋ ਕਿ ਜਿਹੜਾ ਨਾਸਰ ਬੱਟ ਨੇ ਤੇ ਤੂੰ ਤੇਰਾ ਬਹਿਰੀਨ ਦੇ ਉੱਤੇ ਫਤਵਾ ਲਾਇਆ ਹਜ਼ਰਤ ਮਸੀਹ ਮੌਦ ਦੀ ਗੱਲ ਜਿਹੜੀ ਹੈ ਉਹ ਉਹਦੇ ਤੇ ਪਟਾਈ ਹੈ। ਅਮਨ ਨਜ਼ੀਰ ਵੀ ਆਉਂਦਾ ਕਿ ਮੈਂ ਤੁਹਾਡੇ ਹਜ਼ਰਤ ਮਸੀਹ ਮੌਦ ਦੀ ਇਸ ਗੱਲ ਤੋਂ 101% ਐਗਰੀ ਹਾਂ, ਠੀਕ ਹੈ, ਉਹਨਾਂ ਨੇ ਬਿਲਕੁਲ ਠੀਕ ਕੀਤੀ ਹੈ। ਉਹੀ ਗੱਲ ਅਮਨ ਨਜ਼ੀਰ ਦੇ ਦੋਸਤ, ਅਮਨ ਨਜ਼ੀਰ ਦੇ ਭਰਾ, ਅਮਨ ਨਜ਼ੀਰ ਦਾ ਸਾਥੀ, ਅਮਨ ਨਜ਼ੀਰ ਦਾ 24 ਘੰਟੇ ਦਾ ਸਾਥੀ ਜਿਹੜਾ ਉਹਦੇ ਉੱਤੇ ਉਹ ਅਪਲਾਈ ਕਰ ਦਿੱਤਾ ਉਹਨਾਂ ਨੇ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਤਾਹਰ ਸਾਹਿਬ, ਨਾਸਰ ਬੱਟ ਸਾਹਿਬ ਇਸ ਗੱਲ ਦੇ ਉੱਤੇ ਗਲਤ ਨੇ ਜਾਂ ਸਹੀ ਨੇ? ਇਹ ਗੱਲ ਮੈਂ ਤੁਹਾਨੂੰ ਪੁੱਛ ਰਿਹਾ ਜੀ। ਸਾਨੂੰ ਆਪਣੇ 11 ਭਾਈ ਸਹੀ ਜਾਂ ਗਲਤ ਹੋਣ ਦਾ ਸਾਨੂੰ ਕੋਈ ਉਹਦੇ ਨਾਲ ਕੋਈ ਜਵਾਬ ਹੀ ਨਹੀਂ ਹੈ। ਨਹੀਂ ਮਤਲਬ ਕਿ ਮੇਰੀ ਗੱਲ ਤਾਂ ਸੁਣੋ ਤਾਹਰ ਭਾਈ, ਦੇਖੋ ਨਾ ਫਿਰ ਤੁਸੀਂ ਅੱਗੇ ਜਾ ਰਹੇ ਹੋ। ਇੰਨੀ ਗੱਲ ਦੱਸੋ ਕਿ ਜਿਹੜਾ ਕੰਮ ਉਹਨਾਂ ਨੇ ਗਈਆਂ ਨੇ, ਹੁਣ ਕਿਹੜੇ ਇਖਤਲਾਫ ਹੋ ਗਏ ਨੇ ਕਿ ਉਹ ਰਮਸੀਏ ਮੌਦ ਦੀ ਜ਼ਾਤ ਤੇ ਭੌਂਕਣ ਲੱਗ ਪਏ ਨੇ, ਭੌਂਕਣ ਲੱਗ ਪਏ ਨੇ ਉਹ ਜਮਾਤ ਅਹਿਮਦ ਕੌਣ? ਭੌਂਕਦੇ ਨੇ। ਕੌਣ? ਜਮਾਤ ਯਾਰ ਉਹਨਾਂ ਨੂੰ ਛੱਡੋ ਨਾ, ਪਹਿਲਾਂ ਇੱਕ ਵਾਰੀ ਨਾਸਰ ਬੱਟ ਨੂੰ ਕਲੀਅਰ ਕਰ ਲਈਏ। ਉਹ ਨਾਸਰ ਬੱਟ ਦੀ ਵਜ੍ਹਾ ਨਾਲ ਹੀ ਭੌਂਕਣ ਡਏ ਨੇ ਉਹ ਯਾਰ ਉਹੀ ਤਾਂ ਦੱਸਣ ਡਿਆ ਨਾ, ਮੇਰੀ ਗੱਲ ਸੁਣ ਲਓ, ਉਹੀ ਤਾਂ ਗੱਲ ਦੱਸਣ ਡਿਆ। ਜਿਹੜਾ ਫਤਵਾ ਨਾਸਰ ਬੱਟ ਨੇ, ਆ ਤੁਹਾਨੂੰ ਮੈਂ ਹੁਣੇ ਆਡੀਓ ਸੁਣਾਈਆਂ ਨੇ, ਇਹ ਆਡੀਓ ਨਹੀਂ, ਸੁਣ ਇਹ ਕੇ ਤੇ ਹਜ਼ਾਰਾਂ ਆਡੀਓ ਇਦਾਂ ਦੀਆਂ ਚੱਲ ਸਕਦੀਆਂ ਨੇ, ਉਹ ਤਾਂ ਕੋਈ ਮਸਲਾ ਨਹੀਂ। ਯਾਰ ਇਹ ਜਿਹੜੇ ਮੈਂ ਕਹਿਣ ਡਿਆ ਕਿ ਜਿਹੜਾ ਫਤਵਾ ਉਹਨੇ ਦਿੱਤਾ ਹੈ, ਠੀਕ ਹੈ, ਇਹ ਮਤਲਬ ਇਹ ਆਡੀਓ ਸੁਣ ਕੇ ਸੁਣ ਲਓ, ਇਹ ਆਡੀਓ ਸੁਣ ਕੇ ਉਹਨੇ ਜਿਹੜਾ ਫਤਵਾ ਦਿੱਤਾ ਹੈ ਉਹ ਗਲਤ ਹੈ ਜਾਂ ਸਹੀ ਹੈ, ਇਸ ਗੱਲ ਦਾ ਫੈਸਲਾ ਕਰ ਲਈਏ ਕਿ ਨਾਸਰ ਬੱਟ ਸਹੀ ਹੈ ਜਾਂ ਗਲਤ ਹੈ, ਫਿਰ ਉਸ ਤੋਂ ਬਾਅਦ ਅੱਗੇ ਚੱਲਨੇ ਆ। ਆਪਣੀ ਲਾਈਵ ਲਾਓ ਨਾ, ਉਹਦੇ ਤੇ ਆਡੀਓ ਚਲਾਓ ਤੇ ਉਹਦੇ ਤੇ ਸੁਣੋ ਕਿ ਕੀ ਫਤਵਾ ਤੇ ਕੀ ਨਹੀਂ ਹੈ ਨਾ। ਕਿਹਦੇ ਤੇ? ਸਾਨੂੰ ਜਿਹੜੀ ਗੱਲ ਹੈ ਅਸੀਂ ਉਹ ਇੱਥੇ ਜਿਹੜੀ ਕਰਨ ਦੇ ਆ, ਸਾਨੂੰ ਉਹ ਕਰਨ ਦਿਓ ਨਾ। ਮੈਂ ਉਹੀ ਤਾਂ ਕਹਿਣ ਡਿਆ। ਨਾਸਰ ਬੱਟ ਇੱਥੇ ਆ ਕੇ ਸਾਨੂੰ ਸਫਾਈ ਦੇ ਦੇ ਵੀ ਕਿਉਂ ਇਹਨੇ ਇੰਜ ਕੀਤਾ ਹੈ। ਕਿੰਨੇ ਕੌਣ ਸਫਾਈ ਦੇ ਦੇ? ਉਹਦੀ ਧੌਣ ਤੇ ਏਡਾ ਸਰੀਆ ਕਿ ਉਹ ਕਿਸੇ ਦੀ ਤੇ ਗੱਲ ਮੰਨਦਾ ਨਹੀਂ ਹੈ। ਇੱਕ ਕਮਰੇ ਚ ਉੱਥੇ ਬੈਠਾ ਫਾਈਟਰ ਦੇ, ਨਾ ਇਧਰੋਂ ਬਾਹਰ ਨਿਕਲਦਾ ਨਾ ਉੱਥੋਂ ਬਾਹਰ ਨਿਕਲਦਾ। ਯਾਰ ਉਹਨੂੰ ਤੇ ਮੇਰੀ ਗੱਲ ਤੇ ਸੁਣ ਲਓ, ਮੇਰੀ ਗੱਲ ਸੁਣ ਲਓ ਤਾਰ ਸਾਹਿਬ ਸੁਣੋ, ਤਾਰ ਸਾਹਿਬ ਸੁਣੋ। ਇਹ ਕੱਲ ਜਿਹੜੀ ਮੈਂ ਹੁਣ ਗੱਲ ਕੀਤੀ ਹੈ ਨਾ ਮੈਨੂੰ ਖਾਸ ਤੌਰ ਤੇ ਮੈਂ ਸਾਰੀਆਂ ਇੱਥੇ ਕੱਲ ਚਲਾ ਦੇਣੀਆਂ ਨੇ। ਉਹ ਨਹੀਂ ਮੇਰੀ ਗੱਲ ਸੁਣੋ, ਬੇਸ਼ੱਕ ਉਹਨੂੰ ਜਾ ਕੇ ਦੱਸ ਦਿਓ। ਉਹ ਇੰਜ ਨਹੀਂ ਕਰੀਦਾ, ਸੁਣੋ ਇੰਜ ਨਹੀਂ ਕਰੀਦਾ। ਕੀ ਕਰੀਦਾ ਭਾਈ ਜੀ? ਉਹ ਗੱਲ ਤੇ ਸੁਣੋ, ਗੱਲ ਸੁਣੋ। ਕਰੀਦਾ ਇਹ ਫਿਰ ਤੁਸੀਂ ਥੱਲੇ ਜਾ ਕੇ ਬਹੋ ਤੇ ਸੁਣੋ ਜਾ ਕੇ, ਤੇ ਫਿਰ ਇਹ ਕਰੀਦਾ ਜੇ। ਯਾਰ ਮੈਂ ਕਹਿਣ ਡਿਆ ਇੱਕ ਵਾਰੀ ਜਿਹੜੀ ਗੱਲ ਹੋਣ ਡਈ ਉਹ ਤੇ ਕਲੀਅਰ ਕਰ ਲਈਏ ਕਿ ਨਹੀਂ ਕਰੀਏ। ਗੱਲ ਸੁਣ ਲਓ, ਥੱਲੇ ਨਾ ਭੇਜੋ ਉਹਨਾਂ ਦੇ ਦਿਫਾ, ਉਹ ਨਾਸਰ ਬੱਟ ਉਹਨਾਂ ਨੂੰ ਮਾਇਆ ਬਾਸ ਉਹ ਨਹੀਂ, ਮੈਂ ਇੱਕ ਗੱਲ ਦੱਸੀਏ ਕਿ ਕਿਹੜਾ भाई एक बार दोबारा रिकॉर्डिंग सुना दे, आवाम काफी हो गई है। ਚਲੋ ਠੀਕ ਹੈ ਜੀ, ਬਿਸਮਿਲ੍ਲਾ ਕरें ਜੀ। ਉਹ ਨਹੀਂ ਯਾਰ ਰਹਿਣ ਦੋ, ਰਿਕਾਰਡਿੰਗ ਸੁਣਾਓ ਤੇ ਲੋਬੇ ਲੁਬਾਬ। ਇਹ ਰਿਕਾਰਡਿੰਗ ਅਸੀਂ ਨਹੀਂ ਸੁਣਨੀ, ਸਾਨੂੰ ਕੀ ਜ਼ਰੂਰਤ ਸੁਣਨ ਦੀ। ਯਾਰ ਆਈਏ ਮੈਂ 1 2 ਸੁਣਾਈਆਂ ਨੇ, ਮੇਰੇ ਕੋਲ ਟੋਟਲ 4 ਨੇ। ਮੈਂ ਤੇ ਤਾਹਰ ਸਾਹਿਬ ਦੇ ਵਾਸਤੇ ਸਿਰਫ 2 ਹੀ ਚਲਾਈਆਂ ਨੇ। ਹਾਂਜੀ, ਤੇ ਜਿਹੜੀਆਂ ਨਾਸਰ ਬੱਟ ਗੱਲਾਂ ਕਰਦਾ ਉਹਦੀਆਂ ਰਿਕਾਰਡਿੰਗ ਚਲਾਇਆ ਕਰੋ ਨਾ, ਉਹ ਵੀ ਪਤਾ ਲੱਗੇ ਵੀ ਉਹ ਕੀ ਕਹਿੰਦਾ ਲੋਕਾਂ ਨੂੰ। ਕੌਣ? ਨਾਸਰ ਬੱਟ ਜੋ ਆਂਦਾ ਹਰ ਬੰਦੇ ਨੂੰ। ਯਾਰ ਮੇਰੀ ਗੱਲ ਸੁਣੋ, ਇਹੀ ਤੇ ਗੱਲ ਉਹਦੀ ਤੇ ਗੱਲ ਕਰ ਰਹੇ ਆ ਕਿ ਇਹ ਤੁਹਾਨੂੰ ਮੈਂ 2 ਆਡੀਓ ਦੀਆਂ ਸੁਣਾਈਆਂ ਨੇ 313 ਬਹਿਰੀਨ ਦੀਆਂ, ਜਿਹਦੇ ਉੱਤੇ ਉਹਨੇ ਫਤਵੇ ਲਾਏ ਨੇ। ਉਹ ਫਤਵੇ ਸੁਣ ਕੇ ਨਾਸਰ ਬੱਟ ਸਾਹਿਬ ਦੇ ਅੰਦਰ ਦਾ ਸੁਣ ਤੇ ਲਵੋ ਯਾਰ, ਮੇਰੀ ਗੱਲ ਤੇ ਸੁਣ ਲਓ, ਨਾਸਰ ਬੱਟ ਸਾਹਿਬ ਨੇ ਫਤਵਾ ਲਾਇਆ ਉਹੀ ਜੋ ਹਜ਼ਰਤ ਮਸੀਹ ਮੌਦ ਨੇ ਲਾਇਆ ਸੀ, ਠੀਕ ਹੈ। ਸੌਰੀ ਲੁੱਬੇ ਲੁਬਾਬ ਦੱਸੋ ਹੁਣ, ਲੁੱਬੇ ਲੁਬਾਬ ਕੀ ਹੈਗਾ, ਸਾਰੀ ਗੱਲ ਦਾ ਕੀ ਸੂਰਤ ਹੈ, ਕੀ ਚੱਲ ਰਿਹਾ, ਕੋਈ ਸਮਝਾਓ ਸਾਨੂੰ। अली अकबर भाई लुम्बे लबाब यही है कि अहमद रजा खान बरेलवी ने लिखा है वहाबियों देवबंदियों का खदा लवातत बाद है। ਉਹ ਵੜ ਗਿਆ ਬਈ, ਹਲੇ ਉੱਥੇ ਵਾਬੀਆਂ ਦੇ ਖੁਦਾ ਦੀ ਗੱਲ ਨਹੀਂ ਹੋ ਰਹੀ, ਹਲੇ ਇੱਥੇ ਹੋਰ ਖੁਦਾਵਾਂ ਦੀ ਗੱਲ ਹੋ ਰਹੀ ਹੈ। ਲੁੱਬੇ ਲਬਾਬ ਆ ਰਿਹਾ ਸੀ ਅਲੀ ਅਕਬਰ ਸਾਹਿਬ। ਲੁੱਬੇ ਲਬਾਬ ਇਹ ਵੇ ਕਿ ਇਹ 2 ਆਡੀਓ ਨੇ ਜਿਹੜੀਆਂ ਮੈਂ ਸੁਣਾਈਆਂ ਨੇ, ਅਗਰ ਬੰਦੇ ਬਾਹਰ लबाब ये है कि 11 भाई एक बार दोबारा रिकॉर्डिंग सुना दे। ਮੈਂ ਸੁਣ ਲਓ ਮੈਂ ਕਹਿਣ ਡਿਆ ਕਿ ਲੁੱਬੇ ਲਬਾਬ ਇਹ ਵੇ ਕਿ ਅਗਰ ਮਿਸਾਲ ਦੇ ਤੌਰ ਤੇ ਤੁਸੀਂ ਸਭ ਨੇ ਥੱਲੇ ਵੇਖੋ ਨਾ, ਸਭ ਅਗਰ ਕਹਿਣਗੇ ਤੇ ਫਿਰ ਆਡੀਓ ਸੁਣਾਵਾਂਗਾ, ਤਾਹਰ ਸਾਹਿਬ ਦੀ ਮਰਜ਼ੀ ਦੇ ਨਾਲ ਸੁਣਾਵਾਂਗਾ, ਤਾਹਰ ਸਾਹਿਬ ਕਹਿਣਗੇ ਤੇ ਸੁਣਾਵਾਂਗਾ, ਨਹੀਂ ਤੇ ਨਹੀਂ ਸੁਣਾਵਾਂਗਾ। ਇਹ 2 ਆਡੀਓ ਨੇ ਜੀ ਮੇਰੇ ਕੋਲ। ਇਹ 2 ਆਡੀਓ ਦੇ ਮੁਤਾਬਕ ਨਾਸਰ ਬੱਟ ਸਾਹਿਬ ਨੇ ਜਦੋਂ ਸੁਣੀਆਂ ਨੇ ਨਾ, ਉਹਨਾਂ ਦੇ ਕੰਨੀ ਪਈਆਂ ਨੇ, ਉਹਨਾਂ ਦੇ ਅੰਦਰ ਦਾ ਮੁਸਲਮਾਨ ਸੁਣ ਲਓ, ਅੰਦਰ ਦਾ ਅਹਿਮਦੀ ਮੁਸਲਮਾਨ ਜਾਗ ਗਿਆ। ਉਹਨੇ ਉਹੀ ਫਤਵਾ ਜਿਹੜਾ ਕਿ ਅਮਨ ਨਜ਼ੀਰ ਸਾਹਿਬ ਲਾਉਂਦੇ ਹੁੰਦੇ ਨੇ ਤੇ ਹਜ਼ਰਤ ਮਸੀਹ ਮੌਦ ਦਾ ਪੜ੍ਹ ਕੇ ਲਾਉਂਦੇ ਹੁੰਦੇ ਨੇ ਫਤਵਾ, ਉਹ ਫਤਵਾ ਉਹਨੇ 313 ਬਹਿਰੀਨ ਤੇ ਲਾਇਆ। ਮੇਰਾ ਸਵਾਲ ਇਹ ਵੇ ਹਰ ਉਸ ਬੰਦੇ ਦੇ ਨਾਲ ਜਿਹਨੇ ਆਡੀਓ ਸੁਣੀ ਹੈ, ਉਹ ਸਿਰਫ ਇੰਨਾ ਦੱਸ ਦੇ ਕਿ ਕਿਆ ਉਹ ਨਾਸਰ ਬੱਟ ਦਾ ਫਤਵਾ ਗਲਤ ਹੈ ਜਾਂ ਸਹੀ ਹੈ। ਹਾਂਜੀ, ਇਹ ਮੇਰਾ ਸਵਾਲ ਹੈ। ਇਸ ਤੋਂ ਅੱਗੇ ਜਿਹੜਾ ਕੰਮ ਹੋਇਆ ਹੈ ਕਿ ਉਹ ਗਾਲਾਂ ਕੱਢਣ ਡੇ ਨੇ, ਉਹ ਫਿਰ ਇਸ ਤੋਂ ਅਗਲਾ ਕੰਮ ਹੈ, ਉਹਦੇ ਉੱਤੇ ਫਿਰ ਇਸ ਤੋਂ ਬਾਅਦ ਗੱਲ ਕਰਾਂਗੇ। ਬਿਲਕੁਲ ਠੀਕ ਹੈ ਜੀ, ਤਰਤੀਬ ਨਾਲ ਗੱਲ ਕਰੋ ਤਾਂ ਕਿ ਸਮਝ ਤਰਤੀਬ ਨਾਲ।
ਮੈਨੂੰ ਜੇ ਤੇ ਤੁਹਾਨੂੰ ਲੇਖ ਬਰ ਸਾਹਿਬ ਸਮਝ ਆਈ ਹੈ ਤਾਂ ਤੁਸੀਂ ਜਵਾਬ ਦੇ ਦਿਓ ਇਹਨਾਂ ਨੂੰ, ਮੇਰੇ ਤੋਂ ਤੇ ਇਹਨਾਂ ਦਾ ਭਾਰਾ ਕੰਮ ਹੈ। ਉਹ ਕਹਿ ਰਹੇ ਨੇ ਕਿ ਬੇਸਿਕਲੀ ਨਾਸਰ ਬੱਟ ਸਾਹਿਬ ਨੇ ਜਿਹੜਾ ਉਹਨੂੰ ਜੁਲਾਇਆ ਕਿਹਾ ਜਾਂ ਜੋ ਉਹਨੂੰ ਕਿਹਾ ਨਾ, ਉਹਨੇ ਸਭ ਤੋਂ ਪਹਿਲੇ ਇਹੀ ਕਿਹਾ ਕਿ ਬੀਬੀ ਆਇਸ਼ਾ ਰਜ਼ੀ ਅੱਲਾਹ ਅਨਹੁਮ, ਤਲਾ ਬਿਨ ਜ਼ੁਬੈਰ, ਹਜ਼ਰਤ ਅਬਦੁल्ला बिन ਜ਼ੁਬੈਰ और बाकी तमाम ਜਿਹੜੇ ਮੌਲਾ ਅਲੀ ਨਾਲ ਲੜ ਰਹੇ ਸੀ ਦਾਇਰਾ ਇਸਲਾਮ ਤੋਂ ਖਾਰਜ ਨੇ, ਉਹ ਮੁਸ਼ਰਕ ਨੇ, ਉਹ ਤੇ ਕਾਫਰ। ਅਮਨ ਨਜ਼ੀਰ ਸਾਹਿਬ ਆਏ ਨੇ ਜੀ, ਅਮਨ ਨਜ਼ੀਰ ਸਾਹਿਬ ਉੱਤੇ ਆ ਜਾਓ। ਤੇ ਤੁਹਾਡੇ ਕੋਲੋਂ ਇਹ ਪੁੱਛਣ ਦੇ ਅਸੀਂ ਹੱਕਦਾਰ ਹਾਂ ਕਿ ਤੁਸੀਂ ਇਹ ਪੋਸਟਰ ਬਣਾ ਕੇ ਕਿਉਂ ਲਾਇਆ? ਅੱਛਾ, ਤੇ ਉਹ ਨਾ ਕਿ ਲੈਦਾ ਆਮ ਨਾਸਰ ਬੱਟ ਸਾਹਿਬ ਨੇ ਜਦੋਂ ਉਹ ਕਹਿੰਦੇ ਨੇ ਕਿ ਬਹਿਰੇਨ ਨੇ ਕਿਹਾ ਕਿ ਜਿੰਨੇ ਸਹਾਬਾ ਕਰਾਮ ਹਜ਼ਰਤ ਅਲੀ ਮੌਲਾ ਅਲੀ ਨਾਲ ਲੜ ਰਹੇ ਸੀ ਨਾ, ਇਹ ਸਾਰੇ ਦਾਇਰਾ ਇਸਲਾਮ ਤੋਂ ਖਾਰਜ ਨੇ, ਤੇ ਉਹਦੇ ਜਵਾਬ ਦੇ ਵਿੱਚ ਨਾਸਰ ਬੱਟ ਸਾਹਿਬ ਨੇ ਉਹਨੂੰ ਜੁਲਾਇਆ ਕਿਹਾ। ਉਸ गैरत ਵਿੱਚ ਆ ਕੇ ਉਹਨਾਂ ਦੇ ਅੰਦਰ ਦਾ ਮੁਸਲਮਾਨ ਜਾਗਿਆ ਤੇ ਉਹਨੇ ਕਿਹਾ ਭਾਈ ਜੀ ਤੂੰ है ही जुलाया। आमन नजीर सूअर के बच्चे को ऊपर लो, ये रसूल अल्लाह को गालियां निकालते हैं, कुत्ते के बच्चे। ਜੀ ਆ ਵੇਖੋ ਨਾ, ਸਾਡੇ ਕਾਬਰੀ ਨੂੰ ਗਾਲਾਂ ਕੱਢਦੇ। ये खंजीर के बच्चे रसूल अल्लाह को गालियां निकालते हैं, यार, बड़ी ये गंदी क्या और और मसला गलीज चलन उम्महात दिया है। मोमिनीन को गालियां निकालते हैं। हाँ ਓਏ जी, ਇੱਥੇ ਬਬਾਸੀ अभी भी वो सूअर का बच्चा सुहेब राजा और ये लानती लूती जो है, जिसके बाप ने इसकी बेटी के साथ जना किया गुजरात में, बकवास उधर कर रहे हैं हाँ जी, और गंदी और गलीज गालियां नबी पाक को निकालते हैं। ऐसे हरामजादे और सुअर हैं, और निकालते हैं और निकलवा के फिर खुश होते हैं। देखो जी, आपने बम्बास्टिक साहब नई गालियां सुनी हैं जो अमन नजीर साहब के दोस्त अमन नजीर साहब के भाई ने दी हैं? नहीं सुन लगाएं। बिस्मिल्लाह करें जी। ये 4 मिनट की 3.5 मिनट की ऑडियो है। ये बराए मेहरबानी सारे रिकॉर्डिंग सुन लगा भी लें और सुन भी लें सारे दोस्त। बिस्मिल्लाह करें जी। ਅੱਛਾ, ਜੋ ਸੁਣਾਣਾ ਨਾ ਆਪਣੇ ਜੀ, ਜੀ। ਟੂਟੂ ਭਾਈ, ਇਹਦੇ ਸਬੂਤ ਜਿਹੜੇ ਮੈਨੂੰ ਵਿਦ ਪ੍ਰੂਫ ਘੱਲਣੇ ਨੇ ਮੇਰੇ ਕੋਲ। बिल्कुल इस तरह ही ਨਹੀਂ, ਇਹ ਗੱਲ ਇੰਜ ਨਹੀਂ ਕਰਨੀ ਵੀ ਤੁਸੀਂ ਚਲਾ ਆਹਾਂ ਤੇ ਕਰਨੀ ਨਹੀਂ थे इस तरह नहीं गल ਬਾਅਦ ਚ चलनी। ਮੈਨੂੰ ਇੱਕ proof ਜਿਹੜੇ ਡਿਸਕਲੇਮਰ ਕਰਕੇ ਦਿਓ। ਇੱਕ ਡਿਸਕਲੇਮਰ ਲੈ ਲਓ, ਡਿਸਕਲੇਮਰ ਇੱਕ ਬਲਕਿ ਇੱਕ ਤੁਸੀਂ ਐਲਾਨ ਸੁਣ ਲਓ ਕਿ ਇਹ ਬਰਾਤ ਹੈ ਜਿਹੜੀ ਇਹ ਲਾਈ ਹੈ ਇਹਨਾਂ ਨੇ ਨਾਸਰ ਬੱਟ ਸਾਹਿਬ ਦੇ ਖਿਲਾਫ ਨਾ ਪਾਈ। हाँ जी, ये नासिर भट्ट साहब के खिलाफ चल रही है। सुनो गल लगी ਇਹ ਹਜ਼ਰਤ ਮਸੀਹ ਮੌਤ ਦੀ ਮੁਹੱਬਤ ਚ ਲਾਈ ਏ। ਉਹਨੇ ਬੱਚ ਲੱਗੀ ਹੈ। ਸੁਣ ਲਓ ਡੋਮੈਸਟਿਕ ਸਾਹਿਬ, ਇਹ ਵੇ ਇਸ ਗੱਲ ਦਾ ਲੁਬੇ ਲਬਾਬ ਜਿਹੜਾ ਨਾ ਉਹ ਇੱਥੋਂ ਸ਼ੁਰੂ ਹੁੰਦਾ ਹੈ, ਇਹ 2 ਆਡੀਓ ਤੋਂ। ਠੀਕ ਹੈ, ਇਸ ਵਜ੍ਹਾ ਤੋਂ ਆਹ 2 ਆਡੀਓ ਸੁਣੋ। ਬਿਸਮਿਲ੍ਲਾ ਕਰੋ ਜੀ, ਚਲੋ ਜੀ। ਅਸੀਂ ਪੂਰੀ ਦੁਨੀਆ ਨੇ ਤਾਲੀਮ ਲੈਣੀ ਹੈ, ਮੁਸਲਮਾਨਾਂ ਨੇ ਤਾਲੀਮ ਲੈਣੀ ਹੈ ਕਿ ਨਬੀ ਦੇ ਘਰ ਨੂੰ ਵੇਖ ਕੇ। ਤੋ ਜਦੋਂ ਇਹ ਗੱਲ ਪੜੇਗਾ ਬਈ ਨਬੀ ਦੇ ਘਰ ਤੇ ਬੁੱਢੀਆਂ ਆਪ ਲੜ ਰਹੀਆਂ ਨੇ ਬਈ ਤੋਹਫੇ ਦੇ ਪਿੱਛੇ, ਦੁਨਿਆਵੀ ਮਾਲ ਦੇ ਪਿੱਛੇ, ਤੇ ਉਹਨੇ ਫਿਰ ਕੱਟਾ ਇਸਲਾਮ ਲੈਣਾ। ਨਬੀ ਸਾਡੇ ਸੇ ਮਿਸਾਲ ਹੈ ਤੇ ਉਹਨਾਂ ਦੀ ਜਿੰਨੀ ਔਰਤਾਂ ਨੇ ਉਹ ਆਪਸ ਵਿੱਚ ਲੜ ਰਹੀਆਂ ਨੇ ਤੋਹਫੇ ਐਸੇ। ਜਿਹੜਾ ਨਬੀ ਪੂਰੀ ਦੁਨੀਆ ਸੇ ਰਹਿਮਤ ਆਲਮੀਨ ਬਣ ਕੇ ਆਇਆ ਤੇ ਆਪਣੀ ਬੁੱਢੀ ਦੇ ਅੰਦਰ ਵੰਡ ਕਰ ਰਿਹਾ ਹੈ, ਸ਼ਾਇਦ ਨਾਲ ਇਹ ਨਤੀਜਾ ਵੀ ਅਖਜ਼ ਹੁੰਦਾ ਹੈ ਕਿ ਸਾਨੂੰ ਰੋਣ ਦੀ ਲੋੜ ਨਹੀਂ ਕਿ ਸਾਡੀ ਬੁੱਢੀ ਸਾਡੀ ਨਹੀਂ ਮੰਨਦੀ। ਨਬੀ ਦੇ ਘਰ ਵੀ ਇਹ ਲੁੱਚ ਤਲਿਆ ਰਿਹਾ। हुजूर सल्लल्लाहु अलैहि वसल्लम ने क्या फरमाया है कि हजरत अबू बकर रज़ियल्लाहु तआला अन्हु रवायत करते हैं कि नबी अकरम सल्लल्लाहु अलैहि वसल्लम ने इरशाद फरमाया, जब 2 मुसलमान, अब ये पता नहीं हजरत आयशा सदीका रज़ियल्लाहु तआला अन्हा को या हजरत अली अलैहिस्सलाम को ये लोग पता नहीं अब क्या मानते हैं, अब देखते हैं। हुजूर सल्लल्लाहु अलैहि वसल्लम ने इरशाद फरमाया है, जब 2 मुसलमान अपनी तलवारें संभाल कर एक दूसरे के मुकाबिल आए तो कातिल और मकतूल दोनों जहन्नमी होंगे। अब जंगे जमल के अंदर हमें सब पता है कि 2 मुसलमान जो है लश्कर आमने सामने आ गए, उनमें से कातिल भी थे, दोनों तरफ से मकतूल भी थे। अब ये बताएं, या तो ये साबित करें कि हजरत अली अलैहिस्सलाम ने उस जंग में किसी को जो है वो कत्ल नहीं किया। अभी ये बताएं कि हुज़ूर तो कह रहे हैं कि कातिल और मकतूल यानी मारने वाला भी और मरने वाला भी दोनों जहन्नमी होंगे। तो ये हमें बता दें, अब ये 313 साहब के वो जो जमल वाले थे वो अब किस कैटेगरी में उनको मुसलमान ये समझते हैं कि नहीं समझते? जी 313 साहब, आपको अपना क्लियर कट जो अकीदा बता देता हूँ। नैनवा होगी, सिफीन हो गई, जमल होगी, मौला अली के मुकाबले में जितने आने वाले थे वो दायरा इस्लाम से खारिज थे और मौला अली हक पे थे। नबी वसल्लम ने फरमाया अली हक के साथ और हक अली के साथ। ठीक हो गई? नबी वसल्लम ने फरमाया पूरी दुनिया अली को छोड़ दिया, आप लोगों ने नहीं छोड़नी, खत्म होगी बात। जब हम लोग मानते ही मौला अली को हैं तो मौला अली के मुकाबले में ज़ौजत रसूल आए, उम्मुल मोमिनीन आए, और वो खुद इस गलती पे जो थी पशेमान रही सारी जिंदगी। इसमें तो क्लियर कट बात, 2 टोक बात है। अहले सुन्नत वल जमात का भी ये अकीदा, हमारा भी ये अकीदा। आपने ये कहा कि हजरत अली अलैहिस्सलाम के सामने जो भी आया जंग के मैदान में वो दारा इस्लाम से खारिज है, मैं ठीक समझा हूँ मोहतरम? जी बिल्कुल खारिज है।
इसको रिकॉर्डिंग करें, अपनी लाइफ पे चलाएं, अपनी आईडी पे भी चलाएं। जो शख्स मौला अली के साथ जंग पे आया, मुकाबले में जंग पे आया, हम उसे दायरा इस्लाम से खारिज समझते हैं। जो शख्स भी मौला अली के मुकाबले पे आया, तलवार खींची, हमारी तलवारें जुबानें मौला अली के साथ हैं। जो भी उनके मुखालिफ आए, सिफीन में, नैनवा में या जमल में, हम उसे मुसलमान ही नहीं समझते। बात खत्म होगी। भाई आप नाम लेकर बताएं ना, आप किसे मुसलमान नहीं सकते। कौन आया है जबल में? आप नाम नहीं बता रहे हैं, इशारों कमाई में क्यों बात करते हैं आप? भाईजान आपको नहीं पता जमल में कौन आई? उम्मुल मोमिनीन आयशा नहीं है, ठीक है, हजरत आयशा नहीं है, मुआविया इब्न सुफियान नहीं है, खारजियों ने लश्करकशी नहीं की मौला अली के खिलाफ। जिसने भी लश्करकशी की मौला अली के खिलाफ, और सुनने पे आमर नजीर सुअर तलहा है, नाम पूरे लेना भाई, सारे नाम लेना। क्या कर रहे हैं आप जो है नाम लेकर बताएं कि जंग जमल में ये खबरें थे, ये मैं कह रहा हूँ, मैं तो नाम लेके बता रहा हूँ। हाँ जी, मैं कह रहा हूँ हजरत तलहा हो, हजरत जुबैर हो, मरवान इब्न हकम हो, हजरत आयशा हो, अमीर माविया हो आपके, या खारजी ग्रोह हो, हम सब को दायरे इस्लाम से खारिज समझते हैं। जो भी मौला अली के खिलाफ तलवार लेके आया, खत्म होगी बात। मैं तो क्लियर कर ले जी, बस जी, बस्ती ओए सुअर नु चुको है, सुअर नु ये लूती को जी थल्ले बहरीन साहब आए ने, बहरीन साहब ये सुअर का बच्चा हर किसी को कहता है मैं तेनू टिकट देना, मैं पाकिस्तान चल है। पाकिस्तान इसकी लड़की के यार उठे बैठे ने ना, नहीं और कंजर दे नहीं बस्ती साहब आस्ता बंदा इससे पूछो ठहर ठहर गल भी सर आस्ता आस्ता बस्ती साहब आस्ता आस्ता सर डबल 1 डबल 2 सब ਜਿਹੜੇ ਨੇ ਕਿਹਾ ਹੈ ਕਿ ਨਬੀ ਦੇ ਘਾਤ ਵੀ ਲੁੱਚ ਤਲਿਆ ਜਾ ਲਿਆ ਸੀ, ਇਹ ਗੁਸਤਾਖੀ ਨਹੀਂ? सर मैं इसे पहलू आ एक गुस्ताखी है, उसने क्लियरली कहा कि ਓਏ ਸਰ ਤੁਸੀਂ ਇਸ ਗੱਲ ਨੂੰ ਛੱਡੋ, मुसलमान ਮੇਰੀ ਗੱਲ ਤੇ ਸੁਣੋ, ਮੇਰੀ ਗੱਲ ਸੁਣੋ। ਅਸੀਂ ਜਿਹੜੀ ਫੈਸਲਾ ਕਰਨਾ ਹੈ ਨਾ, ਉਹ ਇਹ ਕਰਨਾ ਹੈ ਕਿ ਇਸ ਗੱਲ ਦੇ ਉੱਤੇ ਆ ਜਿਹੜੀਆਂ ਹੁਣ ਤੁਸੀਂ ਅਲਫਾਜ਼ ਸੁਣੇ ਨੇ ਬਕਾਇਦਾ ਤੌਰ ਤੇ ਨਾਮ ਲੈ ਕੇ ਤੇ ਨੌਜ਼ ਬਿਲਾ ਮੁਹਤਲ ਮੋਮਿਨੀਨ ਨੂੰ ਕਾਫਰ ਕਰਾਰ ਦਿੱਤਾ ਜਾ ਰਿਹਾ, ਇਸਲਾਮ ਦਾਇਰਾ ਇਸਲਾਮ ਤੋਂ ਖਾਰਜ ਕੀਤਾ ਜਾ ਰਿਹਾ ਹੈ। ਇਹ ਗੱਲ ਸੁਣਨ ਤੋਂ ਬਾਅਦ ਅਮਨ ਨਜ਼ੀਰ ਦਾ ਫਤਵਾ ਇਹ ਵੇ ਕਿ ਇਹਦੇ ਨਾਲ ਇਹ ਬੰਦਾ ਜਿਹੜਾ ਇਹ ਹਰਾਮੀ ਹੈ, ਜਿਹੜਾ ਇੰਜ ਦਾ ਹਰਕਤ ਕਰੇਗਾ, ਜਿਹੜੀ ਮੁਹਤਲ ਮੋਮਿਨੀਨ ਤੇ ਗੱਲ ਕਰੇਗਾ। ਇਹ ਮੇਰੇ ਕੋਲ ਅਗਲੀ ਆਡੀਓ है, मैं उस मुझे पता अभी भी कहता है, मैं ये खुद सारे हराम दे ने। वो अगली आडियो शक्ल नहीं मिलती। मैं अमन नज़ीर अपने प्यो दी तस्वीर ला अपने नाल, अगर मिल जाए ਇਹਨਾਂ ਦੀ तेरी मां जना का डिक्लेयर ना ਲਵੋ ਬੰਬਾਸਟੀ ਸਾਹਿਬ, ਅਮਨ ਨਜ਼ੀਰ ਟਾਰਗੇਟ ਨਹੀਂ ਆਇਆ ਇੱਥੇ ਸਾਡਾ। ਇੱਥੇ ਨਾਸਰ ਬਾਟ ਸਾਹਿਬ ਟਾਰਗੇਟ ਨੇ, ਇੱਥੇ ਨੇ ਨਾਸਰ ਬੱਟ ਸਾਹਿਬ ਵਰਸਸ ਬਹਰੀਨ ਦੀ ਇਹ ਆਡੀਓ ਸੁਣ ਕੇ ਨਾਸਰ ਬੱਟ ਸਾਹਿਬ ਨੇ ਆਖਿਆ ਕਿ ਤੂੰ ਹਲਾਲ ਦਾ ਨਹੀਂ ਹੈ, ਤੂੰ ਹਰਾਮ ਦਾ, ਤੂੰ ਜਲਾਇਆ ਹੈ, ਠੀਕ ਹੈ, ਤੇਰਾ ਕੰਮ ਤੇਰੀ ਜ਼ਾਤ ਜਿਹੜੀ ਹੈ ਉਹ ਮਿਰਜ਼ਾ ਨਹੀਂ ਹੋ ਸਕਦੀ, ਠੀਕ ਹੈ। ਇਹ ਉਹਨੇ ਫਤਵਾ ਦਿੱਤਾ ਹੈ, ਠੀਕ ਹੈ। ਉਹਨੇ ਆਖਿਆ ਕਿ ਹਜ਼ਰਤ ਮਸੀਹ ਮੌਦ ਨੇ ਆਖਿਆ ਕਿ ਅਗਰ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਜਾਂ ਉਹਨਾਂ ਦੀ ਅਹਿਲੇ ਬੈਤ ਤੇ ਉੱਤੇ ਕੋਈ ਹਲਕੇ ਅਲਫਾਜ਼ ਵੀ ਬੋਲਦਾ ਹੈ ਨਾ, ਤੇ ਉਹਦੇ ਹਰਾਮ ਜ਼ਾਦਾ ਹੋਣ 'ਚ ਕੋਈ ਦੋ ਰਾਏ ਨਹੀਂ ਹੈ, ਠੀਕ ਹੈ ਨਾ। ਸਹੀ, ਇਹ ਉਹਨੇ ਫਤਵਾ ਜਿਹੜਾ ਨਾ ਇਹ ਬਹਰੀਨ ਨੂੰ ਤੇ ਲਾਇਆ ਹੈ, ਤੇ ਜਿਹਦੇ ਨਾਲ ਐਗਰੀ ਕਰਦਾ ਹੈ ਅਮਨ ਨਜ਼ੀਰ ਐਂਡ ਅਮਨ ਨਜ਼ੀਰ ਦੀ ਪਾਰਟੀ, ਠੀਕ ਹੈ। ਹੁਣ ਉਹਨੂੰ ਹਰਾਮਜ਼ਾਦਾ ਕਹਿਣ ਦੇ ਉੱਤੇ ਅਮਨ ਨਜ਼ੀਰ ਸਾਹਿਬ ਨੂੰ ਗੁੱਸਾ ਆ ਗਿਆ, ਠੀਕ ਹੈ। ਉਹਨਾਂ ਨੇ ਅੱਗੋਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਨੇ, ਠੀਕ ਹੈ। ਨਾਸਰ ਬੱਟ ਸਾਹਿਬ ਨੂੰ इजमा हो गया, उम्मत का इजमा हो गया, यानी कि ਤਾਹਰ ਸਾਹਿਬ ਨੂੰ ਇਸ ਗੱਲ ਦੇ ਉੱਤੇ ਗੁੱਸਾ ਚੜਿਆ ਕਿ ਹਾਂ ਜਿਹੜੀਆਂ ਅਮਨ ਨਜ਼ੀਰ ਨੇ ਗਾਲਾਂ ਕੱਢੀਆਂ ਨੇ, ਕਿਉਂ ਕੱਢੀਆਂ ਨੇ। ਅਸੀਂ ਹੁਣ ਇਹ ਫੈਸਲਾ ਕਰਨਾ ਹੈ ਕਿ ਪਹਿਲਾ ਅਮਲ ਹੈ ਨਾਸਰ ਬੱਟ ਸਾਹਿਬ ਦਾ, ਉਹ ਠੀਕ ਹੈ ਜਾਂ ਨਹੀਂ ਠੀਕ, ठीक है। ताहिर साहब बात यह है कि अमन नजीर जो है उसके मुंह से टट्टी तो निकलती है, उसने तो गालियां ही निकालनी है बेचारे ने दिन रात। उसको खुदा ताला ने इंसान की शक्ल में एक कुत्ता बनाया है, उसे दो बेचारे को क्यों दिती कि वो जाके बकवास करे। ਜਿਹੜਾ ਬਹਿਰੀਨ ਨੇ ਉਹਨੂੰ ਜਲਾਇਆ ਕਹਿਣ ਦੀ ਕੀ ਜ਼ਰੂਰਤ ਸੀ, ਜਦੋਂ ਉਹਨਾਂ ਨੇ ਸਾਡੇ ਅਕਾਬਰੀਨ ਦੇ ਉੱਤੇ ਹੀ ਉਹਨਾਂ ਨੇ ਇਹ ਗੱਲ ਲਿਖਤੀ ਹੈ। अस्तगफिरुल्लाह। बहरहाल जो है इन लोगों का इज्मा इस तरह होने दो। ये लांत अगर हम इक्वेशन से आज निकल जाते ना तो ये सूअर के बच्चे आपस में कत्ल करते रहे, एक दूसरे को सूअर समझ के। ताहिर साहब जी साहब कि अंसारी किसको कहा जाता है? जी जी पता सानू बिल्कुल। ਤੇ ਫਿਰ ਉਹਦੇ ਸ਼ੱਕ ਵਾਲੀ ਕਿਹੜੀ ਗੱਲ ਹੈ? ਪ੍ਰੂਫ ਅਸੀਂ ਦਿੰਨੇ ਆ ਜੀ, ਕੋਈ ਸ਼ੱਕ ਨਹੀਂ ਜ਼ਰਤਸ਼ ਭਾਈ, ਪਰ ਜਮਾਤ ਅਹਿਮਦੀਆ ਦੇ ਵਿੱਚ ਵੀ ਬਾਹਰ ਚੜਾਈ ਕੀਤੀ ਕਰੋ ਨਾ। ਮੈਂ ਹੁਣ ਸੁਣੋ, ਜਿਹੜਾ ਡਬਲ ਸ਼ਾਹ ਗੁਜਰਾਤ ਵਿੱਚ ਉਸ ਨੂੰ ਮਿਲਾਇਓ ਸ਼ਾਹ ਦੇ ਨਾਲ।
ਹੁਣ ਗੱਲ ਇਹ ਵੇ ਸਾਈਕਲ ਸ਼ਾਹ ਨੂੰ ਮਿਲਾਓ ਸ਼ਾਹ ਦੇ ਨਾਲ ਜੀ ਉਹ ਤਾਂ ਨਹੀਂ ਬਣਦਾ ਸ਼ਾਹ ਨੂੰ ਮਿਲਾਓ ਤਾਹਰ ਸ਼ਾਹ ਸਾਹਿਬ ਦੇ ਨਾਲ ਗੱਲ ਨਾਲ ਕਰ ਲੈਣ ਦੋ ਤਾਹਰ ਸਾਹਿਬ ਨਾਲ ਜ਼ਰਤ ਸਾਹਿਬ 1 ਮਿੰਟ ਤਾਹਿਰ ਸਾਹਿਬ ਮੈਂ ਨਾ ਯਾਰ ਇੱਕ ਮੇਰਾ ਮਸਰੂਫ ਸਵਾਲ ਹੋਣਾ ਲੈ ਲਓ ਫਿਰ ਗੱਲ ਕਰ ਲੈਣਾ। ਮੈਂ ਖਾਲੀ ਜੌਨੀਆਂ ਬੋਲਿਆ ਸੀ, ਜੌਨੀਆਂ ਮੌਨੀਆਂ, ਤੇ ਇਹਨਾਂ ਨੇ 3 ਘੰਟੇ ਬਹਿ ਕੇ ਕੁੱਤੇ ਵਾਂਗੂ ਭੌਂਕੇ ਸੀ ਸਾਰੇ। ਤੇ ਉਹਨੇ ਬੋਲਿਆ ਲੁੱਚ ਤਲਿਆ, ਜਿਹੜਾ ਰਸੂਲ ਦੇ ਘਰ ਚ ਲੁੱਚ ਤਲਿਆ ਜਾ ਰਿਹਾ, ਤੇ ਇੱਥੇ ਆਮਨ ਨਜ਼ੀਰ ਨੂੰ ਕਿਉਂ ਨਹੀਂ ਤਕਲੀਫ ਹੋਈ? सर यही गल वो है, उस यही बगैर सवाल की ने तकलीफ यही होती सवाल ने सुन लो वो सिर्फ लोगों को तड़ियां देता है कि यार एक पाकिस्तान मिनट चल मैं बंबासी तेरी साहब टिकट मनु देना थोड़ा जा ताहर साहब ਨਾਲ ਗੱਲ ਕਰ ਲੈਣ ਦੋ। ਹਾਂਜੀ ਅਮਨ ਜੀ ਥੱਲੇ ਬੈਠਾ ਅਮਨ ਜੀ ਅਸੀਂ ਚਾਹੁੰਦੇ ਹਾਂ ਕਿ ਉੱਥੇ ਆਏ ਸਾਨੂੰ ਦੱਸੇ ਅੱਛਾ 58 ਲੋਕ ਹੋ ਗਏ ਨੇ। ਅਗਰ 10 ਲੋਕਾਂ ਨੇ ਕਮੈਂਟ ਕੀਤਾ ਨਾ ਕਿ ਆਡੀਓ ਹੋਰ ਦੁਬਾਰਾ ਸੁਣਾਓ ਤੇ ਮੈਂ ਫੇਰ ਸੁਣਾ ਦੇਣੀ ਹੈ। यारा भाई ਇਹ यारा भाई ਤੁਹਾਡੀ ਆਪਣੀ ਲਾਈਵ ਹੈ, ਇੱਥੇ ਤੁਸੀਂ ਭਾਵੇਂ 50 ਵਾਰੀ ਚਲਾਓ। जरतश भाई अगर ਤੁਹਾਨੂੰ होर ਉਹਨਾਂ ਨੇ क्या ਕਿਉਂ ना ਨਹੀਂ क्या ਚਲਾਉਣ आडियो सुनाओ। ਦਿੱਤੀ? हाँ मैं क्या मजोका साहब हाँ ਬੰਬਾਸੀ ਸਾਹਿਬ ਪਲੀਜ਼ ਯਾਰ ਮੈਂ ਜਾਣਾ ਫਿਰ ਤੁਹਾਡੀ ਬਰਾੜ ਹੈ ਪਲੀਜ਼ ਥੋੜੀ ਦੇਰ ਪਲੀਜ਼ ਤੁਹਾਡੇ ਅੱਗੇ ਤੁਹਾਡੀ ਦਾੜੀ ਨੂੰ ਹੱਥ ਪਲੀਜ਼ ਠੀਕ ਹੈ। ਅਗਰ 10 ਬੰਦਿਆਂ ਨੇ ਲਿਖ ਦਿੱਤਾ ਥੱਲੇ ਕਿ ਦੁਬਾਰਾ ਆਡੀਓ ਚਲਾਓ ਤੇ ਮੈਂ ਦੁਬਾਰਾ ਆਡੀਓ ਚਲਾ ਕੇ ਫਿਰ ਚਲਾ ਜਾਣਾ ਠੀਕ ਹੈ। ਤੇ ਅਸਲ ਮੁੱਦਾ ਜਿਹੜਾ ਸੀ ਉਹ ਮੈਂ ਸਮਝਾ ਛੜਿਆ ਤਾਹਰ ਭਾਈ ਨੂੰ ਮੇਰੀ ਗੱਲ ਸਮਝ ਆ ਗਈ ਹੈ। ਹੁਣ ਆ ਵੇਖ ਲਓ 2 ਬੰਦਿਆਂ ਨੇ ਕਹਿ ਦਿੱਤਾ ਹੈ, ਤੀਜੇ ਬੰਦੇ ਨੇ ਵੀ ਕਹਿ ਦਿੱਤਾ ਹੈ, ਚੌਥੇ ਨੇ ਵੀ ਕਹਿ ਦਿੱਤਾ ਹੈ। चलाएं वीडियो ਮੇਨ चला दियो जी चला दियो ਚਲੋ ਜੀ ਹੁਣ ਸਰ ਨਾ ਹਾਂਜੀ ਮੇਨ ਮੁੱਦਾ मैं कहना पुटो दे नारे वजन ਮੈਂ ਹੁਣ ਸ਼ਾਰਟਕਟ ਸੁਣਾ ਦੇਣਾ ਵੀਡੀਓ। ਸੁਣ ਤੇ ਲਓ ਮੇਰੇ ਜਦੋਂ ਸੁਣ ਲਓ ਯਾਰ। ਮੈਂ ਆ ਕੇ ਸਵਾਲ ਵੀ ਇਹੀ ਕੀਤਾ ਸੀ ਕਿ ਤਾਹਿਰ ਸਾਹਿਬ ਤੁਸੀਂ ਬਰਾੜ ਕਹਿੰਦੇ ਹੋ ਤੇ ਲਾ ਛੱਡੀ, ਵਜ੍ਹਾ ਤੇ ਦੱਸੋ। ਉਹਨਾਂ ਨੇ ਵਜ੍ਹਾ ਜਿਹੜੀ ਦੱਸੀ ਉਹ ਵੀ ਮੇਰੀ ਸਮਝ ਦੇ ਵੈਸੇ ਕੋਈ ਨਹੀਂ ਆਈ। ਜ਼ਰਾ ਸਮਝਾ ਦਿਓ ਕਿ ਅਗਰ ਉਹਨੇ ਸਹਾਬੇ ਕਰਾਮ ਦੀ ਗੁਸਤਾਖੀ ਕੀਤੀ ਹੈ ਬਹਿਰੀਨ ਨੇ, ਜੀ ਪਾਕ ਦੀ ਗੁਸਤਾਖੀ ਉਹਨੇ ਕੀਤੀ, ਅਗਰ ਵਾਪਸੀ ਉਹਨੂੰ ਜੁਲਾਇਆ ਕਹਿ ਛੱਡਿਆ ਤੇ ਮੇਰਾ ਖਿਆਲ ਹੈ ਇਹਦੇ ਚ ਕੋਈ ਐਸੀ ਗੱਲ ਤੇ ਨਹੀਂ ਕਿ ਪਰ ਫਿਰ ਇੱਕ ਵਾਰੀ ਸੁਣ ਲਓ ਬੰਦੇ ਅਲੀ ਅਕਬਰ ਸਾਹਿਬ ਸੁਣ ਲਓ। ਮੈਂ ਜਦੋਂ ਉਹਨਾਂ ਦੀ ਬਰਾੜ ਸੁਣੀ ਹੈ ਮੈਨੂੰ ਤਾਂ ਨਹੀਂ ਨਾ ਪਤਾ ਕਿ ਵੀਡੀਓ ਨਹੀਂ ਠੀਕ ਹੈ ਤਾਹਰ ਭਾਈ ਮੈਂ ਦੇਖੋ ਆ ਕੇ ਤੁਹਾਡਾ ਲੜਿਆ ਤੇ ਗੱਲਾਂ ਕਰਨ ਦੇ ਹੈ ਪੋਸਟ ਲਾ ਕੇ ਬੈਠੇ ਸਨ। ਤਾਹਿਰ ਸਾਹਿਬ ਪਹਿਲੇ ਤਾਂ ਇਹ ਪੁੱਛ ਲਿਆ ਕਰੋ ਕਿ ਵੀਡੀਓ ਆਡੀਓ ਇਹ ਜਿਹੜੀਆਂ ਨੇ ਕਿਸ ਵੇਲੇ ਦੀਆਂ ਚੱਲ ਰਹੀਆਂ ਨੇ। ਤਾਂ ਅਸੀਂ ਸਵੇਰ ਦੀਆਂ ਚਲਾ ਰਹੇ ਨਹੀਂ ਆਪਣੇ ਜ਼ਰਤਸ਼ ਭਾਈ ਉਹਨਾਂ ਨੇ ਕੋਈ ਵੀਡੀਓ ਆਡੀਓ ਚਲਾਈ ਉਹ ਤੇ ਪੋਸਟਰ ਲਾ ਕੇ ਬੈਠੇ। ਖਰਾਬ ਨਾ ਕਰੋ ਕੇਸ ਖਰਾਬ ਨਾ ਕਰੋ ਤੁਹਾਡੀ ਮਿਹਰਬਾਨੀ ਜ਼ਰਾ ਯਾਰ ਗੱਲ ਤਾਂ ਸੁਣ ਲਓ। ਉਹ ਨਹੀਂ ਤੁਸੀਂ ਕੇਸ ਖਰਾਬ ਕਰ ਰਹੇ ਹੋ। 1 ਮਿੰਟ ਚੁੱਪ ਕਰੋ ਮਿਊਟ ਕਰੋ ਚਲੋ ਪਲੀਜ਼। ਮੈਂ ਕਿਹੜਾ ਖਰਾਬ ਕਰ ਰਿਹਾ। ਉਹ ਸਰ ਮਿਊਟ ਕਰੋ ਨਾ ਮਿਊਟ ਕਰੋ। ਗੱਲ ਇਹ ਵੇ ਕਿ ਥੱਲੇ ਬੇਤਹਾਸ਼ਾ ਲੋਕ ਨੇ ਠੀਕ ਹੈ। ਉਹਨਾਂ ਨੇ ਉਹ ਆਡੀਓ ਸੁਣਨੀ ਹੈ। ਮੈਂ ਐਤਕੀ ਸ਼ਾਰਟਕਟ ਆਡੀਓ ਸੁਣਾਉਣਾ ਵਾ ਠੀਕ ਹੈ। ਥੋੜੀ ਇੱਕ 45 ਸੈਕਿੰਡ ਦੀ ਬਿਸਮਿਲ੍ਲਾ ਕਰੋ ਜੀ। ਅਸੀਂ ਪੂਰੀ ਦੁਨੀਆ ਨੇ ਤਾਲੀਮ ਲੈਣੀ ਹੈ, ਮੁਸਲਮਾਨਾਂ ਨੇ ਤਾਲੀਮ ਲੈਣੀ ਹੈ ਕਿ ਨਬੀ ਦੇ ਘਰ ਨੂੰ ਵੇਖ ਕੇ। ਤੋ ਜਦੋਂ ਇਹ ਗੱਲ ਪੜੇਗਾ ਬਈ ਨਬੀ ਦੇ ਘਰ ਦੇ ਬੁੱਢੀਆਂ ਆਪ ਲੜ ਰਹੀਆਂ ਨੇ ਬਈ ਤੋਹਫੇ ਦੇ ਪਿੱਛੇ, ਦੁਨਿਆਵੀ ਮਾਲ ਦੇ ਪਿੱਛੇ, ਤੇ ਉਹਨੇ ਫਿਰ ਕੱਟਾ ਇਸਲਾਮ ਲੈਣਾ। ਨਬੀ ਸਾਡੇ ਸੇ ਮਿਸਾਲ ਹੈ ਤੇ ਉਹਨਾਂ ਦੀ ਜਿੰਨੀ ਔਰਤਾਂ ਨੇ ਉਹ ਆਪਸ ਵਿੱਚ ਲੜ ਰਹੀਆਂ ਨੇ ਤੋਹਫੇ ਐਸੇ। ਜਿਹੜਾ ਨਬੀ ਪੂਰੀ ਦੁਨੀਆ ਸੇ ਰਹਿਮਤ ਆਲਮੀਨ ਬਣ ਕੇ ਆਇਆ ਤੇ ਆਪਣੀ ਬੁੱਢੀ ਦੇ ਅੰਦਰ ਵੰਡ ਕਰ ਰਿਹਾ ਹੈ। ਸ਼ਾਇਦ ਨਾਲ ਇਹ ਨਤੀਜਾ ਵੀ ਅਖਜ਼ ਹੁੰਦਾ ਹੈ ਕਿ ਸਾਨੂੰ ਰੋਣ ਦੀ ਲੋੜ ਨਹੀਂ ਕਿ ਸਾਡੀ ਬੁੱਢੀ ਸਾਡੀ ਨਹੀਂ ਮੰਨਦੀ। ਨਬੀ ਦੇ ਘਰ ਵੀ ਲੁੱਚ ਤਲਿਆ ਰਿਹਾ। अच्छा जी ए बाकी थोड़े जो अल्फाज ने आखिरी अल्फाज ने पहले ऑडियो सुना दी है लेकिन उन्होंने आखिरी अल्फाज सुना। एक दूसरे के मुकाबिल आए तो कातिल और मकतूल दोनों जहन्नमी होंगे। अब जंगे जमल सॉरी ए आ जाओ मैसेज अगे आ जा की हो गया सारा मैसेज अगे नहीं जा रहा। मैं कह रहा ना मेरा ख्याल है ताहिर साहब बजाय नासिर बाट साहब आखिरी 10 सेकंड सुन लो। 10 फतवा सुन लो उन्होंने नाम पूरे लेना भाई, सारे नाम लेना। क्या कर रहे हैं आप जो है नाम लेकर बताएं कि जंग जमल में ये खबरें थे। ये मैं कह रहा हूँ, मैं तो नाम लेके बता रहा हूँ। हाँ जी मैं कह रहा हूँ हज़रत तलहा हो, हज़रत ज़ुबैर हो, मरवान इब्ने हकम हो, हज़रत आयशा हो, मीर माविया हो आपके, या खारजी ग्रोह हो, हम सब को दार इस्लाम से खारिज समझते हैं। जो भी मौला अली के खिलाफ तलवार लेके आया खत्म होगी बात। मैं तो क्लियर कट अपना अकीदा बता दिया। माशाल्लाह जी ऐसे जी और अल्फाज मैं कह रहा हां कि सिर्फ एक अद्धा मिनट दे दो कि सिर्फ बजाय नासर बाटू ते बराड़ लाण देना सानू लानी चाहिए आमन नज़ीर खनजीर दे उत्ते ते आ जेड़ा बहरीन 313 दाफजी शिया कंजर मुतदी पैदावार एंदे ते लानी चाहिए कि इन्हें जेडे सहाबा कराम दी गुस्ताखियां कीते ने सानू इन्हां दी भैन कढनी चाहिए सी अपने बंदे दी टंग देने फोटो। मेरा ख्याल जित तक भाई मैं नहीं पता, मैं मशवरा दे रहा बाकी तार साहब दी मर्जी हैगी नहीं अपने अली अकबर मौका यार अमर नजीर ਨੂੰ ਕੋਈ ਉਹਨਾਂ ਨੂੰ ਇਹ ਗੁਸਤਾਖੀ ਕਰਨ ਦਾ ਮੌਕਾ ਆਪਣੇ ਬੰਦੇ ਨੇ ਦਿੱਤਾ। ਉਹ ਤੁਹਾਨੂੰ ਪਾਕਿਸਤਾਨ ਲੈ ਕੇ ਜਾ ਕੇ ਕਤਲ ਕਰਵਾ ਦੇਗਾ। ਉਹ ਟਿਕਟ ਵੀ ਖਰਚਣਾ ਚਾਹੁੰਦਾ ਹੈ ਕਿਉਂਕਿ ਉਹ ਕੋਲ ਪੈਸਾ ਬਹੁਤ ਹੈ। ਦੁੱਧ ਦਾ ਟਰੱਕ ਚਲਾਉਂਦਾ ਤੇ ਨਾਲੇ ਦੁੱਧ ਨੂੰ ਜਾਗ ਲਾਉਂਦਾ ਹੈ। ਫਿਰ ਮੈਨੂੰ ਇਜਾਜ਼ਤ ਦਿਓ ਤੇ इंशाल्लाह यारा भाई
जी 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 तू टिकट ले लिया अमन नजीर को कत्ल होने वास्ते सर पाकिस्तान मैं ते अपनी पूरी फैमिली इत्थे सद लई है कि मैं उत्थे जाना ही कोई नहीं मैं अपना पहले ही बन्ना बेच चढ़िया उत्थे ठीक है मैं जाना ही नहीं इसका हाल ये है इस बेगैरत का कि खुद तू उथे चमूने इकट्ठे करन दे इटली च तेरी औकात है नहीं कोई सूरा कुड़ियां जवान छड़ के गुजरात च बुढ़ी छड़ के ते तू इटली च 6 यूरो एन आवर ते काम करना ते हासद साड़ा ऐडा और मैनू पता है तुसी यूरोप आ गए हो ते तुसी थोड़े जिन्ने ठिपड़े इकट्ठे कर लेने ते ऐस करके तुसी नबी पाक ते भौंकदे हो हैं और सूरत तुम जितने भौंकते हो दले हो तुम्हें तो नाम ही नहीं लेना चाहिए उस पाक हस्ती का तुम तो एक बदनामी हो तुम ऐसे गंदे गलीज कीड़े हो कि उस पाक हस्ती का जब तुम नाम लेते हो तो ये उसकी गुस्ताखी है और सुवरों अगर तुम्हें थोड़ी सी भी मोहब्बत है ना उस पाक हस्ती से तो अपने आप को उनके साथ एसोसिएट करना बंद कर दो तुम सुवरों गंदे हो पता नहीं कौन से कज़ाब और दज्जाल को मानने वाले हो किसने तुम्हारी ये गंदी तरबियत की है कौन से कज़ाब और दज्जाल के तुम उम्मत हो कौन से कज़ाब और दज्जाल की सुन्नत पे तुम चलते हो तुम्हारा तल्लक बिल्कुल उस पाक हस्ती से नहीं है खुदा के लिए मैं तुम में से हर एक को 10-10 हजार यूरो जी एक मिनट अपने बम्बास्टक भाई बहरीन सुनो हर एक को मैं दे सकता हूं और दूंगा 10-10 हजार यूरो अगर ये पाक से अपने आप को डिसएसोसिएट कर दें वादा करके हम उस पाक हस्ती का नाम नहीं ਸਾਹਿਬ लेंगे ਦੇ ਖਿਲਾਫ ਬਰਾੜ ਲਾਈ ਸੀ ਆਪਣੇ ਬਬਾਸਟੋ ਭਾਈ ਇੱਕ ਮਿੰਟ ਤੇ ਉਹਨਾਂ ਨੇ ਤੁਹਾਨੂੰ ਜਲਾਇਆ ਕਿਹਾ ਤਾਂ ਤੁਸੀਂ ਪੋਸਟਰ ਬਣਾ ਕੇ ਲਾਤਾ ਜੀ ਆਪਣੇ जी जी ਮਿਰਜ਼ਾ बिल्कुल ਸਾਹਿਬ ਵੀ ਜਲਾਏ ਸਨ ਤੇ ਇਹ ਤੇ ਉਹ ਤੇ ਇਹ ਜਿਹੜੀ ਆਡੀਓ ਸੁਣੀ ਉਹਦੇ ਵਿੱਚ ਤੇ ਹੋਰ ਹੀ मैं कह रहा मैं मिर्जा वहां मैं बेग हाँ मैं मुगल बरलास हाँ ते जेड़ा मुगल बरलास हो गया बेग हो गया मिर्जा हो गया ਉਹਨੂੰ ਕਹਿੰਦਾ ਜਲਾਇਆ ਤੇ ਉਹ ਤੇ ਮਿਰਜ਼ਾ ਸਾਹਿਬ ਤੇ ਭੌਂਕਣ ਲੱਗਾ ਉਹ ਤੁਹਾਡੀ ਇਮਾਨੀ ਗੈਰਤ ਕਿੱਥੇ ਵੇ ਉਹਨੂੰ ਹੱਥ ਪਾਓ ਕਿ ਬੇਸ਼ਰਮਾ ਤੂੰ ਜੀ ਤੁਹਾਡੇ ਕੋਲ ਕੋਈ ਪ੍ਰੂਫ ਹੈ ਕਿ ਮਿਰਜ਼ਾ ਸਾਹਿਬ ਤੇ ਇਹਨੂੰ ਕੀ ਭੌਂਕਿਆ ਜਾਂ ਤੁਸੀਂ ਇਸੇ ਸਾਬਤ ਕਰ ਸਕਦੇ ਜੇ ਜਨਾਬ ਜਿਹੜਾ ਬੰਦਾ ਮਿਰਜ਼ਾ ਖਾਨਦਾਨ ਇੱਕ ਸੈਕਿੰਡ ਜਿਹੜਾ ਬੰਦਾ ਸਹਾਬਾ ਕਰਾਮ ਤੇ ਭੌਂਕ ਰਿਹਾ ਹੈ ਇੰਜ ਮੈਂ ਕਹਿ ਰਿਹਾ ਇਬਨ ਬਗਾ ਤੂੰ ਰਸੂਲ ਪਾਕ ਦੇ ਘਰਾਣੇ ਤੇ ਭੌਂਕਿਆ ਤੂੰ ਕਹਿ ਤੂੰ ਕਹਿ ਰਿਹਾ ਰਸੂਲ ਪਾਕ ਦੇ ਘਰਾਣੇ ਲੁੱਚ ਤਲਿਆ ਜਾ ਰਿਹਾ ਤੂੰ ਇਸ ਤਰ੍ਹਾਂ ਗੱਲ ਕਰਨੀ ਹੈ ਇਸ ਤਰ੍ਹਾਂ ਜਿਹੜਾ ਮਿਊਟ ਕਰੇ ਇਬਨ ਬਗਾ ਮੈਂ ਕੁਰੈਸ਼ੀ ਹਾਂ ਉਹ ਗੱਲ ਸੁਣ ਬਹਿਰੀਨ ਮੈਂ ਕੁਰੈਸ਼ੀ ਹਾਂ ਤੂੰ ਉਮੁਲ ਮੋਮਿਨੀਨ ਹਜ਼ਰਤ ਆਇਸ਼ਾ ਸਦੀਕਾ ਰਜ਼ੀ ਅੱਲਾਹ ਤਾਲਾ ਅਨਹਾ ਜਿਹੜੇ ਉਹ ਕੁਰੈਸ਼ੀ ਸਨ ਉਹਨਾਂ ਤੇ ਤੂੰ ਭੌਂਕਿਆ ਤੇ ਕਿਹਾ ਤੇ ਅਸੀਂ ਵੀ ਤੈਨੂੰ ਟੰਗੀਏ ਫਿਰ ਤੂੰ ਤੁਸੀਂ ਉਹ ਹਜ਼ਰਤ ਆਇਸ਼ਾ ਸਦੀਕਾ ਦੇ ਜਿਹੜਾ ਇਬਨ ਬਗਾ ਨਾਲ ਬੈਠਾ ਮੈਂ ਕੁਰੈਸ਼ੀ ਮੈਂ ਟੰਗਦਿਆ ਤੈਨੂੰ ਫਿਰ ਅੱਛਾ ਬਸ਼ਰ ਭਾਈ ਗੱਲ ਸੁਣ ਲੈਂਦੇ ਨਾ ਇੱਕ ਮਿੰਟ ਹਾਂਜੀ ਬਹਿਰੀਨ ਸਾਹਿਬ ਪੂਰੀ ਗੱਲ ਦਾ ਕਰਨ ਦਾ ਮੌਕਾ ਦਿੱਤਾ ਜਾਏਗਾ ਵਾਰੀ ਗੱਲ ਕਰੋ ਨਾ ਵਾਰੀ ਹਾਂਜੀ ਵਾਰੀ ਗੱਲ ਕਰ ਰਿਹਾ ਨਾਸਰ ਬੱਟ ਨੇ ਮੌਲਾ ਜੀ ਦੇ ਕਿਹੜੇ ਕਾਰਨਾਮੇ ਤੂੰ ਗਿਣਾਉਂਦਾ ਮੈਂ ਮੌਲਾ ਜੀ ਦੇ ਵਿੱਚ ਨਹੀਂ ਮੌਲਾ ਜੀ ਨੇ ਕੀ ਇਹਨੂੰ ਪੱਟਾ ਪਾਓ ਇਬਨ ਬਗਾ ਨੂੰ ਪੱਟਾ ਪਾਓ ਯਾਰ ਮੌਲਾ ਜੀ ਤੂੰ ਕਾਰਨਾਮੇ ਤੂੰ ਬਹਿ ਕੇ ਕਹਿੰਦਾ ਰਸੂਲ ਦੇ ਘਰ ਚ ਲੋਚ ਤਲਿਆ ਜਾਂਦਾ ਤੂੰ ਐਡਾ ਵੱਡਾ ਗੁਸਤਾਖ ਰਸੂਲ ਉਹ ਇਬਨ ਬਗਾ ਮੂੰਹ ਨੂੰ ਲਗਾਮ ਦੇ ਬਗਾ ਹਰਾਮ ਦਾ ਤੂੰ ਇਹ ਘੰਟੇ ਦਾ ਭੌਂਕਣ ਲੱਗਾ ਤੂੰ ਨਬੀ ਦੇ ਘਰ ਨੂੰ ਕਹਿਣਾ ਤੂੰ ਨਬੀ ਦੇ ਘਰ ਨੂੰ ਕਹਿਣਾ ਉੱਥੇ ਲੁੱਚ ਤਲਿਆ ਜਾਂਦਾ ਤੂੰ ਜ਼ੁਰੀਅਤੁਲ ਬਗਾਇਆ ਉਹ ਹਰਾਮਜ਼ਾਦੇ ਤੂੰ ਕਹਿਣਾ ਨਬੀ ਦੇ ਘਰ ਦੇ ਵਿੱਚ ਲੁੱਚ ਤਲਿਆ ਜਾਂਦਾ ਉਹ ਹਰਾਮਜ਼ਾਦੇ ਹੋ ਤੁਸੀਂ ਮਰ ਕਿਉਂ ਨਹੀਂ ਗਏ ਉਹ ਤੁਹਾਡੀਆਂ ਜ਼ੁਬਾਨਾਂ ਗੁੱਡੀ ਚੋਂ ਖਿੱਚ ਲਈਏ ਤੁਸੀਂ ਨਬੀ ਦੇ ਘਰ ਉਹਨੂੰ ਲਾਇਆ ਕਿੰਨੇ ਵੇ ਗੱਲ ਤਾਂ ਪੂਰੀ ਕਰ ਲੈਂਦਾ ਨਬੀ ਦੇ ਘਰ ਤੇ ਭੌਂਕਦੇ ਨੇ ਕੁੱਤੇ हजरत उम्मुल मोमिनीन ते भौंकदे ने कुत्ते हजरत तला ते भौंकदे ने कुत्ते हजरत जुबैर ते भौंकदे ने कुत्ते अल्लाह माफ करे इन्हां दी जुबानां गुद्दी चों खिच लो ये गुस्ताखां दियां ਓਏ ਉਹਨੂੰ ਗੱਲ ਕਰਨ ਦਾ ਤਾਂ ਮੌਕਾ ਦਿਓ सब गल भी कर लेते ने कि तुर चला तार साहब कि तुर नहीं चला वो गाला कड्डन यार हजरत उम्मे हजरत आयशा नु ਤੁਹਾਨੂੰ ਪੁੱਛਣਾ ਨਾ ਵੀ ਕਿਉਂ ਗਾਲਾਂ ਕੱਢਣ ਡਿਆ ਭਾਈ ਤੂੰ ਅੱਛਾ ਤੁਸੀਂ ਬਰੋਡ ਪਹਿਲਾਂ ਨਾਸਰ ਬੱਟ ਤੇ ਲਾੜੀ ਵੇਖ ਲਵੋ ਲਾਣੀ ਕਿਦੇ ਤੁਸੀਂ ਨਾਸਰ ਬੱਟ ਦੀ ਜਿਹੜੀ ਗੁਸਤਾਖੀ ਕਰਾਉਣ ਡਿਆ ਉਹਨੂੰ ਤੁਹਾਨੂੰ ਜੱਟ ਸਾਹਿਬ ਨਜ਼ਰ ਆਉਣ ਡੀਆਂ ਤੇ ਤੁਹਾਨੂੰ ਜਿਹੜੀ ਗੁਸਤਾਖੀ ਜਿਹੜਾ ਕਰਨ ਡਿਆ ਤੁਸੀਂ ਆਂਦੇ ਮੌਕਾ ਹੈ ਉਹਨਾਂ ਨੂੰ ਮਿਲਿਆ ਨਾਸਰ ਬੱਟ ਦੀ ਵਜ੍ਹਾ ਨਾਲ ਮਿਲਿਆ ਨਹੀਂ ਆਪਣੇ ਕੋਲੋਂ ਲਿਖ ਲਿਆ ਨਾਤਾਰ ਸਾਹਿਬ ਤੁਸੀਂ ਆਪਣੇ ਕੋਲ ਹਾਊਸ ਮਾਸਟਰ ਬਣੇ ਹੁੰਦੇ ਹੋ ਮਾੜਾ ਲੱਗਦਾ ਨਹੀਂ ਮੈਂ ਮਾਸਟਰ ਕੀ ਬਣਨਾ ਮੈਂ ਜਿਹੜਾ ਨਾਸਰ ਬੱਟ ਤੇ ਕਦੀ ਮੈਂ ਗੱਲ ਨਹੀਂ ਕੀਤੀ ਨਾਸਰ ਬੱਟ ਮਜਬੂਰ ਕਰ ਦਿੰਦਾ ਬੰਦੇ ਨੂੰ ਗੱਲ ਕਰਨ ਤੇ ਸੁਣਦਾ ਪਿਆ ਕੀ ਕਰਦਾ ਪਿਆ ਉਹ ਬਗੈਰ ਦਾ ਬਰਲੀਨ ਕੀ ਕਰਦਾ ਪਿਆ ਇਰਫਾਨ ਸਾਹਿਬ ਇੱਕ ਮਿੰਟ ਅਲੀ ਅਕਬਰ ਭਾਈ ਆਡੀਓ ਮੇਰੇ ਕੋਲ ਪਈਆਂ ਨੇ ਹਫਤਾ ਹੋ ਗਈਆਂ ਨੇ ਅੱਛਾ ਮੈਂ ਦਿੱਤੀਆਂ ਨੇ 112 ਨੂੰ ਮੈਂ ਦਿੱਤੀਆਂ ਨੇ ਅੱਛਾ ਉੱਥੇ ਵੀ ਮੈਂ ਸੁਣਾਈਆਂ ਨੇ ਅੱਛਾ ਬਜਾਏ ਤੁਸੀਂ ਸਾਥੋਂ ਪੁੱਛਣ ਦੇ ਤੁਸੀਂ ਸਾਥੀ ਬਰੌਡ ਲਾ ਦਿੱਤੀ ਹੈ ਭਾਈ
किन्ने लाई मैं कदों लाई है बराट मैं अली अकबर भाई मैं सवाल एक रखा है कि ताहिर साहब साडे कोल पूछा नहीं है मैं तो मना करदा पे बराट हटाओ तुम मनु ही कही जांदे हो नहीं ਅਸੀਂ ਸਾਨੂੰ ਤਾਂ ਪੁੱਛਣ ਦਾ ਹੱਕ ਹੀ ਕੋਈ ਨਹੀਂ ਆਪਣੇ दसो ਜ਼ਰਤੇਸ਼ ਭਾਈ ਜਿੱਥੇ ਨਾਸਰ ਬੱਟ ਬੈਠਾ ਉੱਥੇ ਤਾਂ ਸਾਨੂੰ ਇਲਾਕਾ ਗੈਰ ਕਰਾਰ ਦਿੱਤਾ ਜਾਂਦਾ मेरा ऐलान तुसी नहीं सुनया मैं थोड़ी देर पहले ਨਾਸਰ ਬੱਟ ਕੋਲ ਜਾ ਕੇ ਪੁੱਛ ਨਹੀਂ ਸਕਦਾ ਕੋਈ ਬੰਦਾ मैं ਪੁੱਛ सुन ਨਹੀਂ लिया ਸਕਦਾ मैं नासिर भट्ट दी बरौड़ ते बैठा ਉਹ ਤੇ ਮਾਂ ਭੈਣ ਦੀਆਂ ਗਾਲਾਂ ਦਿੰਦਾ ਲੋਕਾਂ ਨੂੰ ਉਹ ਤੇ ਉਹ ਉਹਨੂੰ ਸਭ ਤਾਂ ਨਹੀਂ ਨਹੀਂ ਦਿੰਦੀਆਂ। ਜ਼ਰਤਸ਼ ਭਾਈ ਛੱਡ ਦਿਓ ਨਵਾਂ ਕੱਟਾ ਨਾ ਖੋਲੋ ਅਸੀਂ ਗੁਸਤਾਖੀ ਦੇਖੋ ਗੁਸਤਾਖੀ ਦੇ ਖਿਲਾਫ ਗੱਲ ਕਰ ਰਹੇ ਹਾਂ ਜਿਹੜਾ ਜ਼ੁਰੀਅਤੁਲ ਬਗਾਇਆ ਹੈ ਇਹ ਬਹਿਰੇਨ ਇਹ ਹਜ਼ਰਤ ਉਮੁਲ ਮੋਮਿਨੀਨ ਹਜ਼ਰਤ ਆਇਸ਼ਾ ਸਿੱਦੀਕਾ ਰਜ਼ੀ ਅੱਲਾਹ ਤਾਲਾ ਅਨਹਾ ਨੂੰ ਕੀ ਬਕਵਾਸ ਕਰਦਾ ਉਹਨਾਂ ਦੇ ਖਿਲਾਫ ਤੇ ਫਿਰ ਜਿਹੜਾ ਉਹ ਕਹਿ ਰਿਹਾ ਨਬੀ ਦੇ ਘਰਾਣੇ ਦੇ ਵਿੱਚ ਨਾਉਜ਼ ਬਿੱਲਾ ਲੁੱਚ ਤਲਿਆ ਗਿਆ ਇਹ ਨਬੀ ਦੇ ਘਰਾਣੇ ਦੇ ਬਾਰੇ ਚ ਗੱਲ ਕਰ ਰਿਹਾ ਸੀ ਉਹਦੇ ਬਾਰੇ ਚ ਗੱਲ ਕਰ ਰਿਹਾ ਯਾਦ ਉਹਨਾਂ ਦੇ ਕਾਇਦ ਨੇ ਉਹ ਜੋ ਮਰਜ਼ੀ ਕਹਿਣ ਅਸੀਂ ਕੌਣ ਹੁੰਦੇ ਆ ਉਹਨਾਂ ਨੂੰ ਕਹਿਣ ਵਾਲੇ यार ਉਹਨਾਂ मैं ਦੇ ਕਾਇਦ ਨੇ ਆਪਣੇ एक सेकंड मैं यार सरेआम इत्थे ऐलान कीता लगदा जरता इस ने सुने मैं ते साफ किया भाई सानू बराट अकबर भाई मैं सुन लिया है ਤੇ ਫਿਰ ਤੁਸੀਂ ਮੈਨੂੰ ਕਹੀ ਜਾਂਦੇ ਹੋ ਤੁਸੀਂ नासिर ਕਦੋਂ भट्ट ਲਾਈਏ ਬਰਾਟ ਨਾਸਰ ਬੱਟ ਕਿਹੜੇ ਖਲੀਫਤ ਰਸੂਲ ਨੇ ਗੱਲ ਤਾਂ ਸੁਣੋ ਕਿਆਮਤ ਗੱਲ ਕਦੇ ਤਾਂ ਡਿੱਗ ਸੁਣੋ ਪਈ ਗੱਲ ਏ ਤਾਂ ਸੁਣ ਲਓ ਮੇਰੀ अर्ज सुन लो उस तो बाद बेशक जो मर्जी है मेरे ते भी ला लवे मैंने कोई मसला नहीं है ਅਸੀਂ ਕਿਸੇ ਤੋਂ ਨਹੀਂ ਲਾਈ लेकिन ਬਰਾਟ मेरी गल तो सुन लो यार गल मैं अपने आलू भी ते नासिर भट्ट दा हलफ देना कि ਅਸੀਂ ਇਹ ਗੱਲ ਨਹੀਂ ਕੀਤੀ ਓਏ ਯਾ ਅੱਲਾ ਮੀਆਂ ਯਾ ਨਾਸਰ ਅੱਲਾ ਬੱਟ ਯਾ ਤੇ ਵਾਲੇ ਕੋਈ ਨਹੀਂ ਯਾਰ ਬਗੈਰ ਪੁੱਛੇ ਦੱਸੇ ਸਾਡੇ ਤਸਦੀਕ ਆ ਗਏ ਹੋ ਯਾਰ ਇਹ ਗੱਲ ਕੀਤੀ ਨਾਸਰ ਹੈ ਬੱਟ ਦਾ ਜ਼ਰਤਸ਼ ਭਾਈ ਦਾ ਕਿਸੇ ਕੋਲ ਜ਼ਰਤਸ਼ ਭਾਈ ਦਾ ਪ੍ਰਾਈਵੇਟ ਨੰਬਰ ਹੈ ਤੇ ਇਹਨਾਂ ਨੂੰ ਕਾਲ ਕਰਕੇ ਇਹਨਾਂ ਨੂੰ ਲਾ ਲਓ ਥੱਲੇ ਖੁਦਾ ਦਾ ਨਾਂ ਜੇ ਅਸੀਂ ਗੁਸਤਾਖੀ ਤੇ ਬਰਾਡ ਲਾਈਏ ਗੁਸਤਾਖੀ ਉਹਨਾਂ ਨਾਸਰ ਬੱਟ ਦੇ ਆ ਕੇ ਵਕੀਲ ਨਾਸਰ ਬੱਟ ਦੀ ਗੱਲ ਨਹੀਂ ਹੋ ਰਹੀ ਅਸੀਂ ਨਹੀਂ ਹੋ ਰਹੀ ਉੱਥੇ ਉਹ ਜ਼ੁਰੀਅਤੁਲ ਬਗਾਇਆ ਦੀ ਗੱਲ ਹੋ ਰਿਹਾ ਜਿਹੜਾ ਹੋ ਰਹੀ ਹੈ ਜਿਹੜਾ ਨਬੀ ਦੇ ਘਰਾਣੇ ਤੇ ਭੌਂਕਦਾ ਕੁੱਤਾ ਉਹਦੇ ਬਾਰੇ ਚ ਗੱਲ ਮੇਰੀ ਗੱਲ ਸੁਣੋ ਯਾਰ ਇੱਕ ਗੱਲ ਚੰਗਾ ਪਹਿਲਾਂ ਘੇਰ ਕੇ ਲਿਆਂਦਾ ਸੀ ਬਹਿਰੇਨ ਸਾਲੇ ਨੂੰ ਉਹ ਥੱਲੇ ਜਾ ਕੇ ਅਲੀ ਅਕਬਰ ਸਾਹਿਬ ਮੇਰੀ ਗੱਲ ਸੁਣੋ ਅੱਧਾ ਘੰਟਾ ਵੀ ਨਹੀਂ ਥੋੜੀ ਦੇਰ ਪਹਿਲਾਂ ਜਨਾਬ ਜੀ ਇਹੀ ਬੰਦਾ 313 ਕਿੱਥੇ ਬੈਠਾ ਸੀ ਤੇ ਕੀ ਗੱਲ ਕਰ ਰਿਹਾ ਸੀ ਇਹ ਵੀਡੀਓ ਜਿਹੜੀ ਹੈ ਉਹ ਜਨਾਬ ਜੀ ਉੱਥੇ ਖਜ਼ਾਨੇ 'ਚ ਪਹੁੰਚੀ ਹੈ ਠੀਕ ਹੈ ਉੱਥੇ ਜਾ ਕੇ ਵੇਖੋ ਨਾ ਕਿ ਕੀ ਨਾ ਇਹ ਕੀ ਬਕਵਾਸ ਕਰਨ ਦੇ ਆ ਠੀਕ ਹੈ ਅਬੂ ਬਕਰ ਹੁਣੇ ਕੀ ਗੱਲ ਕਰਦੇ ਪਏ ਉੱਥੇ ਠੀਕ ਹੈ ਇਹਨੇ 313 ਨੇ ਕੀ ਗੱਲ ਕੀਤੀ ਮਸਲਾ ਇਹ ਹੈ ਕਿ ਇਸ ਬੰਦੇ ਨੂੰ ਜਨਾਬ ਜੀ WhatsApp ਆਪਣੇ ਕੋਲ ਬਿਠਾਉਂਦੇ ਬੜਾ ਪਿਆਰਾ ਸਮਝਦੇ ਸੀ ਇਹਨੂੰ ਅੱਜ ਉਹੀ ਬੰਦਾ ਉੱਠ ਕੇ ਉਹਨੇ ਉਸੇ ਬੰਦੇ ਨੇ ਉੱਠ ਕੇ ਜਨਾਬ ਜੀ ਇਹਨਾਂ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਿਸਾਬ ਲਾਓ ਤੁਸੀਂ ਇਹਦਾ ਜਵਾਬ ਦੇਣ ਨਾ ਜਨਾਬ ਜੀ ਇਹ ਕੀ ਚੱਕਰ ਇਹਦਾ ਜਵਾਬ ਪੁੱਛੋ ਨਾ ਇਹਨਾਂ ਇਹ ਰਾਣਾ ਸਾਹਿਬ ਜਵਾਬ ਇਹ ਜ਼ਰੂਰੀ ਹੈ ਕਿ ਉਹ ਤੇ ਭੱਟ ਸਾਹਿਬ ਨੇ ਕੀ ਗੱਲ ਕੀਤੀ ਹੈ ਜਾਂ ਜਵਾਬ ਇਸ ਚੀਜ਼ ਦਾ ਜ਼ਰੂਰੀ ਹੈ ਕਿ ਨਬੀ ਦੇ ਘਰਾਣੇ ਤੇ ਜਿਹੜਾ ਕੁੱਤਾ ਭੌਂਕਦਾ ਹੈ ਜਿਹੜਾ ਨਬੀ ਦੇ ਘਰਾਣੇ ਤੇ ਗੱਲ ਸੁਣ ਲਓ ਰਾਣਾ ਸਾਹਿਬ ਗੱਲ ਸੁਣ ਲਓ ਤੁਸੀਂ ਕਰ ਲਈਏ ਗੱਲ ਕਰਨੇ ਆ ਯਾਰ ਤੈਨੂੰ ਸਮਝ ਨਹੀਂ ਆਈ ਮੁਬਸ਼ਰ ਯਾਰ ਮੈਂ ਉਹਦੀ ਗੱਲ ਕਰਨੇ ਆ ਕਿ 313 ਨੇ ਜਿਹੜੀ ਉੱਥੇ ਬਕਵਾਸ ਕੀਤੀ ਹੈ ਉਹਨੂੰ ਚੁੱਕੋ ਤਾਂ ਠੀਕ ਹੈ ਤੇ ਉਹਦੇ ਕੋਲ ਪੁੱਛੋ ਕਿ ਕੀ ਬਕਵਾਸ ਕਰਨ ਦੇ 15 ਮਿੰਟ ਆਹੋ ਬਿਲਕੁਲ ਉਹਨੂੰ ਚੁੱਕਿਆ ਸੀ ਪਤਾ ਕਿੰਨ ਬੜਾ ਔਖਾ ਘੋਰ ਘੇਰ ਕੇ ਲਿਆਂਦਾ ਸੀ ਪਤਾ ਕਿੰਨੇ ਥੱਲੇ ਸੁੱਟਤਾ ਉਹਦੀ ਬੇਇੱਜ਼ਤੀ ਕਰਨੀ ਸੀ ਸਾਨੂੰ ਗੱਲ ਕਰਨੀ ਚਾਹੀਦੀ ਬੇਸਿਕਲੀ ਜਿਹੜੀ ਗੁਸਤਾਖੀਆਂ ਕੀਤੀਆਂ ਨੇ ਉਹਨੇ ਬਹਿਰੀਨ ਨੇ ਬਾੜ ਸਾਹਿਬ ਨੂੰ ਤਾਂ ਬੰਦਾ ਫੋਨ ਤੇ ਵੀ ਕਰ ਲੈਂਦਾ ਵੈਸੇ ਵੀ ਬੰਦਾ ਸਮਝਾ ਦਿੰਦਾ ਹੈਗਾ ਕਿ ਭਾਈ ਜਾਨ ਤੁਸੀਂ ਬਾਹਰ ਮੈਂ ਤੇ ਤੁਹਾਨੂੰ ਦੱਸੋ ਕੀ ਗੱਲ ਕਰਾਂ ਦੋਵਾਂ ਪਾਸੇ ਮੇਰੇ ਦੋਸਤ ਹੈਗੇ ਨੇ ਮੈਂ ਤੇ ਭਾਈ ਜੀ ਜ਼ਕੀ ਗੁਲਾਮ ਸਾਹਿਬ ਨੂੰ ਮੈਂ ਥੋੜਾ ਥੱਲੇ ਘੱਲਣ ਲੱਗਾ ਬਹਿਰੀਨ ਨੂੰ ਰੱਖੋ ਬਹੁਤ ਉੱਤੇ ਉਹਨੂੰ ਕਹੋ ਤੇਰੇ ਜਿਹੜਾ ਨਾ ਇਹ 313 15 ਤੋਂ 20 ਮਿੰਟ ਪਹਿਲਾਂ ਬੜੀ ਤਾਰ ਸਾਹਿਬ ਤੁਸੀਂ ਇਹਨੂੰ ਚੁੱਕ ਲਓ ਲੇਕਿਨ ਇਹ ਮਿਰਜ਼ਾ ਸਾਹਿਬ ਦੇ ਹੀ ਭੌਂਕ ਕੇ ਜਾਏਗਾ ਚੁੱਕ ਲਵੋ ਇਹਨੂੰ ਅੰਜ ਜੀ ਨਹੀਂ ਅਸੀਂ ਭੌਂਕਣ ਨਹੀਂ ਦਿੰਦੇ ਬਰਲ ਗੱਲ ਪਿਆਰ ਸਕੂਨ ਨਾ ਕਰਿਓ ਸਾਰੇ ਦੋਸਤ ਇੱਕ ਬੰਦਾ ਗੱਲ ਕਰੇ ਜਿੰਨੇ ਕਰਨੀ ਹੈ ਮੈਂ ਤੇ ਇਬਨੁਲ ਬਗਾਇਆ ਹੈਗਾ ਨਾ ਮੈਂ ਨਹੀਂ ਗੱਲ ਕਰਦਾ ਇੱਕ ਬੰਦਾ ਗੱਲ ਕਰੇ ਸਕੂਨ ਨਾਲ ਜਿਹੜਾ ਵੀ ਦੋਸਤ ਡਿਸਾਈਡ ਕਰ ਲਓ ਜਿੰਨੇ ਗੱਲ ਕਰਨੀ ਉਹ ਕਰਨ ਆਪਣੇ ਨਾਲ ਇਹਦੇ ਨਾਲ ਕਰ ਲਓ ਬਹਿਰੀਨ ਸਾਹਿਬ ਉੱਤੇ ਆ ਜਾਓ ਮੁਬਸ਼ਰ ਰਜ਼ਾ ਕਰਦਾ ਜਾਂ ਅਲੀ ਅਕਬਰ ਕਰਦਾ ਕਰੋ ਮੁਬਸ਼ਰ ਰਜ਼ਾ ਕਰੋ ਆਇਆ ਵਾ ਅਲੀ ਅਕਬਰ ਕਰੇਗਾ ਇਹ ਵੀ ਬੜੇ ਪਿਆਰ ਸਕੂਨ ਨਾਲ ਉਹਦਾ ਵੀ ਮੌਕਫ ਲੈਣਾ ਆਪਣਾ ਵੀ ਲੈਣਾ ਤੇ ਬਿਲਕੁਲ ਸਹੀ ਹਾਫਿਜ਼ ਸਾਹਿਬ ਤੁਸੀਂ ਗੱਲ ਕਰਨੀ ਹੋਰ ਕਿਸੇ ਨੇ ਇੱਕ ਮਿੰਟ ਬਹਿਰੇਨ ਚੁੱਪ ਕਰ ਯਾਰ ਸਾਰੇ ਐਡਾ ਤੂੰ ਚੁੱਪ ਕਰ ਲੈ ਘੰਟੇ ਦਾ ਭੌਂਕਣ ਲੱਗੇ ਮੂੰਹ ਬੰਦ ਕਰ ਲੈ ਠਹਿਰ ਜਾ ਚੁੱਪ ਕਰ ਜ਼ੁਰੀਅਤ ਨਬੀ ਦੇ ਯਾਰ ਉਮਰ ਜ਼ੋਤੇ ਪੈ ਗਏ ਨੇ ਲੱਤ ਨੂੰ ਫਿਰ ਠਹਿਰ ਜਾ ਰਾਫਜ਼ੀ ਗੰਦਿਆ ਗੰਦਾ ਰਾਫਜ਼ੀ ਬਸ਼ਰ ਸਾਹਿਬ ਮਿਊਟ ਕਰੋ ਯਾਰ ਮਿਊਟ ਕਰੋ ਉਮਰ ਜ਼ੋਤੇ ਪੈ ਗਏ ਜਿਹਨੇ ਮਿਊਟ ਕਰੋ ਰੁਕ ਜਾਓ ਸਾਰੇ ਰੁਕ ਜਾਓ ਯਾਰ ਮੇਰੀ ਗੱਲ ਸੁਣੋ ਅੱਛਾ ਹਾਂਜੀ ਇੱਕ ਗੱਲ ਕਰੋ ਜੀ ਆਪਣੇ ਬਹਿਰੀਨ ਸਾਹਿਬ ਆਪਣੇ ਨਾ ਬਾਹਰ ਨਹੀਂ ਹੋਣਾ ਆਪਣਾ ਗੁੱਸਾ ਨਹੀਂ ਦਿਖਾਣਾ
ਤੇ ਅਲੀ ਅਕਬਰ ਸਾਹਿਬ ਕਿਤੇ ਉਹਨਾਂ ਨੂੰ ਕਿੰਨੇ ਲਾਤਾ ਅਲੀ ਤੁਹਾਡੇ ਨਾਲ ਅਕਬਰ ਗੱਲ ਸਾਹਿਬ ਕਰਨੇ ਨੂੰ? ਤੁਸੀਂ ਗੱਲ ਕਰਨ ਦੇ ਅੰਦਰ ਦਿਲਚਸਪੀ ਰੱਖਦੇ ਹੋ ਜਾਂ ਨਹੀਂ ਰੱਖਦੇ? ਕਿਸੇ ਆਪਣੇ ਬਗਾ ਦੇ ਨਾਲ ਮੈਂ ਗੱਲ ਨਹੀਂ ਕਰਦਾ। ਜੀ ਅਸੀਂ ਰੱਖਨੇ ਆ ਤੁਹਾਡੇ ਨਾਲ। ਅਲੀ ਅਕਬਰ ਗੱਲ ਕਰੇਗਾ ਤੇ ਬੜੇ ਪਿਆਰ ਤੇ ਨਹੀਂ ਸਕੂਨ ਉਹ ਨਾਲ ਇਬਨ ਬਗਾ ਦੇ ਗੱਲ ਨਾਲ ਕਰ, ਕਰਨੀ। ਉਹ ਤੇ ਕੀ ਕਹਿੰਦਾ ਉਹ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਤੇ ਭੌਂਕਦਾ ਰਹਿੰਦਾ, ਉਹਦੇ ਨਾਲ ਗੱਲ ਨਹੀਂ ਕਰਨੀ। ਤੁਸੀਂ ਗੱਲ ਕਰਨੀ ਹੈ ਯਾਰ ਮੈਂ ਤੇਰੇ ਨਾਲ ਗੱਲ ਕਰਨੀ ਹੈ, ਮੈਂ ਇਬਨ ਬਗਾ ਨਾਲ ਗੱਲ ਕਰਨੀ ਹੈ, ਮੈਂ ਤੇਰੇ ਨਾਲ ਕਰਨੀ ਹੈ। ਮੈਂ ਇਬਨ ਬਗਾ ਨਾਲ ਗੱਲ ਕਰ ਸਕਦਾ, ਮੈਂ ਜ਼ੁਰੀਅਤੁਲ ਬਗਾਇਆ ਨਾਲ ਗੱਲ ਕਰ ਸਕਦਾ, ਮੈਂ ਤੇਰੇ ਨਾਲ ਗੱਲ ਜ਼ੁਰੀਅਤੁਲ ਬਗਾਇਆ ਤੇ ਤੁਹਾਨੂੰ ਮਿਰਜ਼ਾ ਸਾਹਿਬ ਮੈਂ ਗੰਦੇ ਰਾਫਜ਼ੀ ਨਾਲ ਗੱਲ ਕਰ ਸਕਦਾ, ਮੈਨੂੰ ਇਜਾਜ਼ਤ ਦਿਓ। ਗੰਦੇ ਰਾਫਜ਼ੀ ਮੈਂ ਗੰਦੇ ਰਾਫਜ਼ੀ ਨਾਲ ਨਹੀਂ ਕਰਨੀ। ਮੈਂ ਗੱਲ ਸੁਣਨਾ, ਗੰਦੇ ਰਾਫਜ਼ੀ ਨਾਲ ਮੈਂ ਲਾਂਤੀਆ ਮੈਂ ਗੰਦੇ ਰਾਫਜ਼ੀ ਨਾਲ ਗੱਲ ਕਰ ਸਕਦਾ। ਮੈਂ ਹਰਾਮਜ਼ਾਦਾ ਜਿਹੜਾ ਨਬੀ ਦੇ ਘਰਾਣੇ ਤੇ ਭੌਂਕੇਗਾ ਉਹਦੇ ਨਾਲ ਗੱਲ ਕਰ ਸਕਣਾ। ਜਿਹੜਾ ਨਬੀ ਦੇ ਘਰਾਣੇ ਤੇ ਗੰਦਾ ਭੌਂਕੇਗਾ ਮੈਂ ਉਹਦੇ ਨਾਲ ਗੱਲ ਕਰ ਸਕਦਾ। ਉਹ ਨਬੀ ਦੇ ਘਰਾਣੇ ਨਾਲ ਤੂੰ ਕੁਰਾਨ ਪੜ੍ਹ ਰਿਹਾ ਸੈਂ? ਇਹ ਬੰਦੇ ਥੱਲੇ ਕਿਨੇ ਸੁੱਟਦੇ ਨੇ? ਲਾਏ ਨੇ ਥੱਲੇ? ਨਹੀਂ ਮੈਂ ਨਹੀਂ ਲਾਏ, ਬੰਦੇ ਖੁਦ ਥੱਲੇ ਜਾ ਰਹੇ ਨੇ। ਤੇ ਇਹ ਨਾ ਕਰੋ ਵੀ ਗੱਲ ਜਿਹੜਾ ਬੰਦਾ ਹੁੰਦਾ ਕਰਨ ਉਹਨੂੰ ਪਿਆਰ ਸਕੂਨ ਨਾਲ ਉਹਦੇ ਨਾਲ ਗੱਲ ਕਰੋ। ਫਰਾਟ ਲੱਗਦਾ ਉਂਝ ਹੀ ਖਰਾਬ ਨਹੀਂ ਗੱਲ ਸੁਣ ਤਾਰ ਸਾਹਿਬ, ਫਿਰ ਤੁਸੀਂ ਗੱਲ ਕਰ ਰਹੇ ਹੋ ਅਲੀ ਅਕਬਰ ਵੀ ਨਹੀਂ ਕਰਨੀ ਆਉਂਦਾ, ਉਹਦੇ ਨਾਲ ਵੀ ਨਹੀਂ ਕਰਨੀ, ਕਹਿ ਰਿਹਾ ਤੁਸੀਂ ਆਪ ਹੀ ਫਿਰ ਕਰ ਲਓ। ਉਹ ਇੱਥੇ ਸਾਰਾ ਮੇਰਾ ਬਰਾੜ ਤੇ ਹੁੰਦਾ, ਸਾਡੇ ਨਾਲ ਕਿਉਂ ਇਹਨਾਂ ਨਾਲ ਕਿਉਂ ਨਹੀਂ ਗੱਲ ਕਰਦਾ? ਪਰ ਤੁਸੀਂ ਮੌਕਾ ਨਹੀਂ ਨਾ ਦੇਣ ਦਿੰਦੇ ਉਹਨੂੰ ਗੱਲ ਕਰਨ ਦਾ। ਮੌਕਾ ਤੇ ਸਾਹਮਣੇ ਉਹਨੇ ਕਿਹਾ ਮੈਂ ਉਹਨੇ ਆਖਿਆ ਮੈਂ ਅਲੀ ਅਕਬਰ ਨਾਲ ਗੱਲ ਕਰਨੀ, ਮੈਂ ਉਹਦੇ ਨਾਲ ਮੁਬਸ਼ਰ ਨਾਲ ਨਹੀਂ ਕਰਨੀ, ਤੁਸੀਂ ਕਰ ਲਾ ਫਿਰ ਗੱਲ ਉਹਦੇ ਨਾਲ। ਪਲੀਜ਼ ਗੁੱਸਾ ਨਹੀਂ ਕਰਨਾ। ਤਾਹਰ ਭਾਈ ਸਾਡੇ ਪਿਆਰੇ ਵੱਡੇ ਨੇ, ਇਹਨਾਂ ਦੇ ਨਾਲ ਗੁੱਸਾ ਨਹੀਂ ਕਰਨਾ, ਠੀਕ ਹੋ? ਵੇਖੋ ਇੱਕ ਤੇ ਉਹਨਾਂ ਨੇ ਏਡਾ ਕਹਿ ਲੋ ਕਿ ਪਿਆਰ ਨਾਲ ਤੁਹਾਡੀ, ਮੈਂ ਜਦੋਂ ਆ ਕੇ ਉਹਨਾਂ ਨੂੰ ਸਾਰੀ ਗੱਲ ਸਮਝਾਈ ਉਹ ਸਮਝ ਗਏ ਨੇ। ਤਾਹਰ ਭਾਈ ਹੁਣ ਪੋਸਟਰ ਭਾਵੇਂ ਥੋੜਾ ਕੁ ਚੇਂਜ ਕਰ ਲਓ ਤੇ 313 ਬਹਿਰੀਨ ਸਾਹਿਬ ਨੂੰ ਉੱਤੇ ਚੁੱਕ ਲਓ। ਯਾਰ ਤੁਸੀਂ 313 ਬਹਿਰੀ ਨੂੰ ਤੁਸੀਂ ਗੱਲ ਕਰ ਲਓ, ਮੈਂ ਵੀ ਇਬਨ ਬਗਾ ਕੋਈ ਮਸਲਾ ਨਹੀਂ, ਕੋਈ ਮਸਲਾ ਨਹੀਂ, ਉਹਨੂੰ ਉੱਤੇ ਚੁੱਕ ਲਓ। 313 ਤਾਹਰ ਭਾਈ ਪੋਸਟਰ ਚੇਂਜ ਕਰ ਲਓ, ਪੋਸਟਰ ਚੇਂਜ ਕਰ ਲਓ। ਅਸੀਂ ਥੱਲੇ ਚਲੇ ਜਾਂਦੇ ਆ। ਨਹੀਂ ਕੋਈ ਨਹੀਂ ਉੱਤੇ ਬੈਠੋ ਤਾਹਰ ਸਾਹਿਬ ਪੋਸਟਰ ਚੇਂਜ ਕਰ ਲਓ, ਕੋਈ ਹੋਰ ਲਾ ਲਓ, ਠੀਕ ਹੈ? ਰੌਲਾ ਨਾ ਪਾਓ ਤੇ ਗੱਲ ਹੁੰਦੀ ਹੈ। ਤੁਸੀਂ ਮਤਲਬ ਕਿ ਸਬਰ ਨਹੀਂ ਕਰਦੇ ਸਾਡੇ ਦੋਸਤ। ਉਹਨੂੰ ਇੰਨਾ ਨਹੀਂ ਕਰ। ਅੱਛਾ ਇੱਕ ਗੱਲ ਏ ਠਹਿਰੋ, ਮੈਨੂੰ ਵੇਖ ਲੈਣ ਦਿਓ ਕਿ ਥੱਲਿਓ ਬੈਠੇ ਨੇ ਮੋਹਤਰਮ ਕਿ ਨਹੀਂ ਬੈਠੇ। ਯਾਰ ਇੱਕ ਮੇਰਾ ਧਿਆਨ ਲੈ ਲਓ। ਹਾਂਜੀ ਹਾਂ ਰਿਕਾਰਡਿੰਗ ਕਰ ਲਓ ਬਈ, ਆਪਣੇ ਐਮ ਦੀ ਨਹੀਂ ਬਗੈਰ ਐਮ ਦੀਆਂ, ਤੁਹਾਡੇ ਕੰਮ ਹੋਣ ਵਾਲੀ ਜੇ ਰਿਕਾਰਡਿੰਗ। ਯਾਰ ਕੋਈ ਬੰਦਾ ਨਾ ਚੁੱਕਿਓ, ਤੁਹਾਡੀ ਮਿਹਰਬਾਨੀ। ਉਹ ਨਹੀਂ ਠਹਿਰੋ ਰਿਕਾਰਡਿੰਗ ਕਰ ਲਓ। ਅੱਜ ਤੋਂ 1.5 ਤੋਂ 2 ਹਫ਼ਤੇ ਪਹਿਲੋਂ ਆਮਰ ਹੱਕ ਨਾਮੀ ਬੰਦਾ ਇੱਕ, ਉਹਨੇ ਅਮਨ ਨਜ਼ੀਰ ਨੂੰ ਇਹ ਗੱਲ ਆਉਦੀ ਬਰਾੜ ਤੇ ਬਹਿ ਕੇ ਕਹੀ ਸੀ, ਅਮਨ ਨਜ਼ੀਰ ਸਾਹਿਬ ਕਿਆ ਅਸੀਂ ਬਗੈਰਤ ਹੋ ਗਏ ਆ ਕਿ ਹੁਣ ਅਸੀਂ ਗੁਸਤਾਖਾਨਾ ਜਾ ਕੇ ਬਵਾਂਗੇ ਤੇ ਗੱਲਾਂ ਕਰਾਂਗੇ? आमन नजीर साहब क्या हम बगैरत हो गए हैं कि हम गुस्ताखों के साथ बैठेंगे, उनको अपना भाई कहेंगे, उनसे प्यार मोहब्बत की दोस्तियां लड़ाएंगे और उनको अपना साथी बनाएंगे? ते आमन नजीर साहब को चुप कर गए सन। ओदा जवाब सी सुन लो अली अकबर साहब सुन लो यार, सुना दो या कोई गल कर लो। ठीक है यार मैं चलना यार। अली अकबर साहब मेरी गल मुकम्मल हो लेने देनी सी प्लीज यार। ਗੱਲ ਦੀ ਸਾਰੀ ਦੀ ਮਾਂ ਭੈਣੇ ਕਰ ਚੜੀ ਤੁਸੀਂ ਪੜ ਕੇ। ਉਹ ਉਸ ਟਾਈਮ ਅਮਨ ਨਜ਼ੀਰ ਸਾਹਿਬ ਨੇ ਜਵਾਬ ਨਹੀਂ ਸੀ ਦਿੱਤਾ ਤੇ ਉਹਦਾ ਜਵਾਬ ਸੀ ਹਾਂ, ਠੀਕ ਹੈ? ਉਹ ਹਾਂ ਕਿਸ ਸੂਰਤ ਦੇ ਵਿੱਚ ਉਹ ਤੁਹਾਨੂੰ ਹੁਣ ਆਸਤਾ ਨਜ਼ਰ ਆ ਰਹੀ ਹੈ, ਠੀਕ ਹੈ? ਹੁਣ 313 ਬਹਿਰੀਨ ਸਾਹਿਬ ਨੂੰ ਚੁੱਕ ਲਓ, ਉਹਨਾਂ ਨੂੰ ਆਖੋ ਆ ਜਾਣ ਉੱਤੇ ਗੱਲ ਕਰ ਲੈਣ, ਜਿਹੜੇ ਅਸੂਲ ਰੱਖਣਗੇ ਉਸੇ ਅਸੂਲ ਤੇ ਗੱਲ ਕਰਾਂਗੇ। ਆ ਜਾਓ, ਹਿੰਮਤ ਕਰੋ, ਚੜੋ ਜੀ ਉੱਤੇ। ਆ ਜਾਓ 313 ਬਹਿਰੀਨ ਸਾਹਿਬ ਜੀ। ਬਹਿਰੀਨ ਸਾਹਿਬ ਆ ਜਾਓ ਉੱਤੇ, ਤੁਹਾਡੇ ਨਾਲ 11 ਭਾਈ ਗੱਲ ਕਰੇਗਾ, 1 to 1 ਗੱਲ ਹੋਏਗੀ। ਉਹ ਚਲਾ ਗਿਆ। ਫਿਰ ਭਾਈ ਮੇਰੀ ਨਾ ਉਹਦੇ ਨਾਲ ਗੱਲ ਕਰਾਣਾ, ਮੈਂ ਇਹੋ ਜਿਹਾ ਬੰਦਾ ਜਿਹੜਾ ਨਬੀ ਦੇ ਘਰਾਣੇ ਤੇ ਕੁੱਤਾ ਭੌਂਕਦਾ, ਮੈਂ ਉਹਦੇ ਨਾਲ ਗੱਲ ਨਹੀਂ ਕਰ ਸਕਦਾ। ਪਲੀਜ਼ ਮੇਰੀ ਉਹਦੇ ਨਾਲ ਨਾ ਗੱਲ ਕਰਾਣਾ, ਤੁਹਾਡੀ ਮਿਹਰਬਾਨੀ। ਮੈਨੂੰ ਤੇ ਯਕੀਨ ਕਰੋ ਮੇਰਾ ਨਾ ਕਰਿਓ ਤੁਸੀਂ, ਬਿਲਕੁਲ ਨਾ ਕਰਿਓ, ਕੋਈ ਮਸਲਾ ਨਹੀਂ। ਗੱਲ ਇੰਨੀ ਕੁ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਕੇਸ ਸਾਡਾ ਸੀ ਉਹ ਹੋ ਗਿਆ ਖਤਮ। ਹੁਣ ਕੇਸ ਇਹ ਬਣਾਉਣਾ ਹੈ ਕਿ ਕਿਆ ਆਮਰ ਨਜ਼ੀਰ ਸਾਹਿਬ ਨੂੰ ਜਿਹੜਾ ਸਵਾਲ ਆਮਰ ਹੱਕ ਨੇ ਕੀਤਾ ਸੀ, ਠੀਕ ਹੈ, ਕਿ ਆਮਰ ਭਾਈ ਕਿਆ ਅਸੀਂ ਬਗੈਰਤ ਹੋ ਗਏ ਹਾਂ? ਤੇ ਆਮਰ ਨਜ਼ੀਰ ਸਾਹਿਬ ਅਗਰ ਬਗੈਰਤ ਹੋ ਗਏ ਸਨ ਉਸ ਟਾਈਮ ਵੀ, ਤੇ ਉਹਨਾਂ ਨੇ ਜਵਾਬ ਅੱਗੋਂ ਚੁੱਪ ਚ ਕਿਉਂ ਦਿੱਤਾ ਸੀ? ਅਗਰ ਤੁਸੀਂ ਬਗੈਰਤ ਹੋ ਗਏ ਹੋ ਤੇ ਉਸੇ ਟਾਈਮ ਅਮਰ ਹੱਕ ਨੂੰ ਦੱਸਣਾ ਸੀ, ਅਸ਼ਾਰਿਆਂ ਨਾਲ ਦੱਸਣ ਦੀ ਕੀ ਜ਼ਰੂਰਤ ਸੀ? 313 ਬਹਿਰੀਨ ਕੋ ਬਹਿ ਕੇ ਗੱਲ ਕਰ ਜਵਾਬ ਦੇਣ ਦੀ ਕੀ ਜ਼ਰੂਰਤ ਸੀ? ਤੁਸੀਂ ਉਸ ਟਾਈਮ ਹੀ ਤੇ ਗੱਲ ਕਰ ਸਕਦੇ ਸੋ। ਤੁਸੀਂ 313 ਕੋ ਬਹਿ ਕੇ ਜਵਾਬ ਦੇਣਾ ਸੀ ਕਿ ਹਾਂ ਮੈਂ ਹੋ ਗਿਆ, ਅਸ਼ਾਰਿਆਂ ਨਾਲ ਜਵਾਬ ਦੇਣਾ ਸੀ, ਜਿਵੇਂ ਤੁਸੀਂ ਹਸੈਨੀ ਸਾਹਿਬ ਨੂੰ ਦਿੱਤਾ ਸੀ ਅਬਦੁਲ ਰਊਫ ਸਾਹਿਬ ਦੀ ਵੀਡੀਓ ਲਾ ਕੇ। ਇੱਕ ਸੈਕਿੰਡ ਯਾਰ, ਆਪਣਾ ਕੀ ਨਾਮ ਤਾਹਿਰ ਸਾਹਿਬ, ਇਹ ਜਿਹੜੇ ਤੁਹਾਡੇ ਮੋਡਰੇਟਰ ਨੇ ਸਾਰੇ ਹਟਾ ਦਿਓ ਯਾਰ, ਤੁਹਾਡੀ ਮਿਹਰਬਾਨੀ। ਫਿਲਹਾਲ ਹਟਾ ਦਿਓ, ਫਾਇਦਾ ਕੋਈ ਨਹੀਂ। ਇਹ ਜਨਾਬੇ ਮੋਹਤਰਮ ਨੂੰ ਵੀ ਹਟਾ ਦਿਓ
ਤੇ ਇੱਕ ਦੋ ਹੋਰ ਜਿਹੜੇ ਉਹ ਵੀ ਹਟਾ ਦਿਓ ਤੁਹਾਡੇ ਹੁਣੇ 100 ਫੁੱਟ ਹਟਾ ਦਿਓ। ਮੈਨੂੰ ਰਹਿਣ ਦਿਓ, ਮੈਂ ਕੋਈ ਦੋਸਤ ਕਿਸੇ ਨੂੰ ਥੱਲੇ ਨਾ ਲਾਓ ਯਾਰ। ਹਾਂਜੀ ਨਹੀਂ ਜਨਾਬ ਮੋਹਤਰ ਨੂੰ ਹਟਾ ਦਿਓ, ਤੁਸੀਂ ਬੋਰਡ ਤੋਂ ਹਟਾ ਦਿਓ। ਚਲੋ ਜੀ ਗੱਲ ਨਹੀਂ ਕਰੋ ਅੱਛੇ ਭਾਈ ਯਾਰ, ਲੱਗੇ ਰਹਿਣ ਦਾ ਕੁਛ ਨਹੀਂ ਹੁੰਦਾ। ਬਹਰਹਾਲ ਹੁਣ ਗੱਲ ਖਤਮ ਹੋ ਗਈ ਹੈ। ਹੋ ਰਿਹਾ ਹੈ ਅਲੀ ਅਕਬਰ ਸਾਹਿਬ, ਤੁਹਾਨੂੰ ਨਹੀਂ ਕਿਸੇ ਗੱਲ ਕਰਦਾ, ਤੁਸੀਂ ਆਪਣੇ ਮੌਜੂਦ ਗੱਲ ਕਰਨ ਦਿਓ, ਕਰੀ ਜੋ ਗੱਲ। ਸ਼ਹਿਨशाह वान साहब, गुज्जर स्किप साहब, राणा साहब, राजा जुल्करनैन साहब, मलक इमरान साहब ते अपना एयाज महमूद साहब, अमजद महमूद साहब, ठीक है। उस तो इलावा जिहड़े ने बाबा जी जर्मनी साहब ते MSH साहब, ਤੁਹਾਡੇ ਸਭ ਵਾਸਤੇ ਇਹ ਪੈਗਾਮ ਹੈ, ਤੁਸੀਂ ਰਿਕਾਰਡ ਕਰ ਲਓ। ਰਿਕਾਰਡਿੰਗ ਇਹ ਵੇ ਕਿ ਆਮਰ ਹੱਕ ਸਾਹਿਬ ਨੇ 1 ਹਫ਼ਤਾ ਪਹਿਲਾਂ ਇਹ ਗੱਲ ਆਮਰ ਨਜ਼ੀਰ ਸਾਹਿਬ ਨੂੰ ਪੁੱਛੀ ਸੀ ਕਿ ਆਮਰ ਭਾਈ ਕਿਆ ਅਸੀਂ ਬਗੈਰਤ ਹੋ ਗਏ ਆ। ਆਮਰ ਨਜ਼ੀਰ ਸਾਹਿਬ ਨੇ ਉਸ ਗੱਲ ਦਾ ਜਵਾਬ ਆਪਣੇ ਲਫ਼ਜ਼ਾਂ 'ਚ ਨਹੀਂ ਆਪਣੇ ਅਮਲ 'ਚ ਦਿੱਤਾ ਹੈ। ਉਹ ਅਮਲ ਇਹ ਵੇ ਜਿਹੜਾ ਕਿ ਉਹ 313 ਬਹਿਰੀਨ ਦੇ ਨਾਲ ਬਹਿ ਕੇ ਉਹਨੂੰ ਆਪਣਾ ਭਰਾ ਬਣਾ ਕੇ ਉਹਨੂੰ ਆਪਣਾ ਦੋਸਤ ਬਣਾ ਕੇ ਦਿੱਤਾ ਹੈ, ਠੀਕ ਹੈ। ਉਹ ਜਵਾਬ ਕੀ ਸੀ? ਜਵਾਬ ਸੀ ਹਾਂ, ठीक है। तो हाँ का जवाब जोड़ा है वो आमर हक तक पहुंचाया जाए, आप सबसे रिक्वेस्ट है। एयाज महमूद साहब ये ऑडियो आपने ये भी लगानी है, ठीक है। आप बहुत हेल्प करते हैं ऑडियो लगाने में, वीडियोस लगाने में, ये भी आप बराए मेहरबानी ये ऑडियो हमारी अपनी प्रोफाइल में लगा दीजिएगा। और यही पैगाम जो है अगर काट के लगा सकें तो आमर हक साहब को जरूर दीजिएगा, ठीक है जी। बहुत शुक्रिया, जज़ाकल्लाह। अगर 313 बहरीन साहब आए बेशक मुझे फोन करके जगा लीजिएगा, मैं आ जाऊंगा बात करने। अगर उनको कोई और बंदा पसंद नहीं आता बात करने का, कोई मसला नहीं, बात करेंगे हम। बात से एक और रिक्वेस्ट है ताहिर भाई, अगर पोस्टर हटा सकते हैं तो हटा लें, ठीक है। कोई और लगा लें क्योंकि अब तो ये टॉपिक नहीं, बेशक आधा कर लेना इसको, जहाँ पे वो नाम लिखा है उन्होंने गुस्ताखी की है वो हटा के, तो बाकी बेशक पोस्टर लगा लें, कोई मसला नहीं है। जज़ाकल्लाह। सारा लई साहब चीखें तो अमर हक ने वो सवाल करके अमर नजीर से तो निकलवा दी थी कि अमर भाई क्या हम बगैरत हो चुके हैं? तो अमर नजीर साहब ने जवाब अपने अल्फाजों से नहीं अपनी हरकतों से दिया, और वो जवाब था हाँ जी हो चुके हैं। मैंने उनको बगैरत बनते देखा है, और वो देखा किस सूरत में है? इसी सूरत में है कि जब आपके सामने एक बंदा नौज बिल्ला प्यारी उम्महातुल मोमिनीन को काफर कह रहा है, इस्लाम से खारिज कर रहा है, और बगैर तो किस मुंह से उसके पास बैठे हुए, किस मुंह से उसके झोली में जाके बैठे हो और कह रहे हो कि ये हमारा भाई है, हमारा इसके साथ जमात। अल्फाज पे गौर करें 1122 साहब, जो उसने अल्फाज इस्तेमाल किए हैं कि नौजुबिल्ला नबी के घर में लुच तला जा रहा था। वो सर बिल्कुल अस्तगफुरुल्लाह, माफ करें, मैं तो कहता हूं कि ये हर ब्राड पर ये 2 ऑडियोज लाजमी चलनी चाहिए। हजरत आयशा इस्लाम से बाहर है, कांप जाती हैं ऐसे अल्फाज सुन के। सर ये अल्फाज यकीन माने ऐसे अल्फाज हैं कि इसके ऊपर अमर नजीर साहब चुप है, अबू बकर मीर साहब चुप है, शहनशाह वान साहब चुप है, अपना आमर हक साहब चुप है, शाह जफरुल्लाह शाह साहब चुप हैं, उसके बाद मलक इमरान साहब चुप हैं, यूसफी चुप है, टूसफी चुप है, पूसफी चुप है, सारे के सारे चुप हैं, ठीक है। मतलब कि यहाँ तो ये कह दें कि ये गुस्ताखी नहीं है, मुझे अगर ये ना बोले मैं यकीन माने मुझे ये जंग करना अच्छा नहीं लगा, ठीक है। लेकिन मैंने आज तक अपने ज़हन में ये नहीं था सोचा कि नाउज़ बिल्लाह हज़रत आयशा जो हैं वो इस्लाम से बाहर हो गई हैं, नाउज़ बिल्लाह। ऐसा नहीं भाई, हम नहीं उन पर ये फतवा लगा सकते, हमारा हक ही नहीं है, हम ये हैसियत ही नहीं रखते, ठीक है। हम उनकी इतनी रिस्पेक्ट करते हैं कि कहने कि अपनी जान मारने को तैयार है, और ये बंदा उस बंदे को अपना दोस्त भाई प्यारा बना के बैठा हुआ है जो उनको काफिर समझता है, नाउज़ बिल्लाह, उनको इस्लाम से खारिज। और ये पुरानी ऑडियो नहीं है, ये ताजी ताजी ऑडियो है, ये ताजी ताजी ऑडियो, ठीक है, ये कोई पुरानी ऑडियो भी नहीं है। तो ये अगर ये काम चलना है तो फिर आमर हक को अपने अल्फाज बताएं कि हाँ हम बगैरत हो चुके हैं। आमर नजीर साहब आप ये अल्फाज बोल के बताएं, ठीक है, आप ये अल्फाज बोल के बताएं, बजाय कि अपनी हरकतों से अपने अल्फाज बोल के बताएं, ताकि सबकी बात। मैं अभी अगला काम करने जा रहा हूं, वो आपको सरप्राइज दूंगा मैं भी ना, जो आपके गले में आके फंदा डालेगा, ठीक है, वो भी काम मैं करने जा रहा हूं। थोड़े दिन वेट कर लें, 1-2 दिन वेट कर लें, सिर्फ आपको ऐसा फंदा मिलेगा कि आपकी यहाँ पे टिकटॉक की जगह तंग हो जाएगी। मुझे सिर्फ 2-3 दिन दे दें,
ठीक है, फंदा तैयार हो रहा है आपका, ठीक है, उसको तेल से लग रहा है, तेल से लग रहा है, ठीक है। हाँ अब वो जो है सुहेब राजा काले तुझे कुत्ता खा ले, वो देखे की करके जो हंसता है, वो जाके वो बरेलवी है, कटर बरेलवी, और वो जाके ये उम्महातुल मोमिनीन और नबी पाक सल्लल्लाहु अलैहि वसल्लम के घर के बारे में ये जो बातें हुई हैं, ये बातें सुन के भी उस बंदे के साथ बैठा हुआ की कर रहा है। ये वो नशई, वो जिसकी आपने शक्ल देखी हुई है, वो काला सियाह जो है, वो ऐसी वो यार, इनका शर्म और गैरत और इनका कोई चीज इनमें नहीं रही बरेलवियों में। इमाम अहमद रजा खान साहब बरेलवी अगर आज जिंदा होते और देखते कि उनके मानने वाला ये हरकत कर रहा है, तो वो तो यकीन करें कि वो चुल्लू भर पानी लेते, ज्यादा ना लेते। हाँ जी, दूसरा ये है कि इधर उधर हो गई है उनको, ठीक है। कोई भी बंदा ताहिर साहब को आके वो अपनी सबक ना पढ़ाए, बराए मेहरबानी आप सबसे विनती है कि आके अपने सबक ना पढ़ाए। ताहिर साहब ने जो रिश्तों पकड़नी थी उन्होंने पकड़ ली है, वो बिल्कुल अपने आप में आजाद हैं, ठीक है। उनका जो दिल करेगा, वो मेरे भाई हैं, उन्होंने उनको देखा ना अभी ऊपर आया था मैं, उन्होंने मेरे खिलाफ बात कर रहे थे जब मैं ऊपर आया था, तो फिर भी मैंने उनसे प्यार से बात उनको समझाई है, ठीक है। बहरीन साहब आए ने, बहरीन साहब आ जाओ, नहीं तो फिर मैं जाना जे, फिर आ जाओ जे गलबात करनी जे ते आ जाओ। ਤੁਹਾਡੀ ਅਸਲ ਮੈਂ ਵੀ ਸੁਣ ਰਿਹਾ, ਤੁਸੀਂ ਕਿਸੇ 1 ਮਿੰਟ ਦੇ ਦਿਓ ਤੇ ਤੁਹਾਡਾ काफी सर जी 1 मिनट देंगे। वालेकुम सलाम जी। वो देते हैं सर जी, ये 1122 भाई मुबश्शिर रजा साहब और ये अली अकबर साहब, सर जी बहुत बातें हो गई, बहरैन साहब से लें ऊपर और उनसे पूछें कि आपने सहाबा हजरत तला हजरत जुबैर की तो उनको तो काफिर कह दिया, ये तो शातमियत और गुस्ताखी हो गई। आपने हमारे प्यारे नबी के घराने पे हमला करके ये कहा हजरत आयशा भी काफिर, ये आपके लफ्ज हैं उसमें, और फिर बाद में आपने फतवा दिया, और दिलवाने वाला कौन? आमर नज़ीर। ये आमर नज़ीर और बहरैन साहब आके ऊपर जवाब दें कि ये गुस्ताखी और शातमियत हुई है। और अली अकबर साहब, क्योंकि आप पहले शातम हैं, तो प्लीज इसके साथ ये मसला सॉर्ट आउट करें, ठीक है कि जी। ये दोनों अच्छा शातमों में बड़ा ताहिर भाई पोस्टर नु छोटा करो, आ सिर्फ थल्ले 2 कमेंट ला दियो, ठीक है, बाकी उतो हटा दियो, थल्ले कमेंट रहन दियो जी हटा बाकी जेड़े ना, बाकी ना उतो पोस्टर हटा दियो। सारे लोग फोन ते फोन कर रहे ने, वो कह रहे ने कि पोस्टर उन्हां दे अगे रिक्वेस्ट करो, उन्हां अगे तरला करो कि ताहिर भाई प्लीज ए जेड़ा ना पोस्टर हटा दियो। मैं कह देना वा, ठीक है, क्योंकि ਉਹਦੇ ਵਿੱਚ ਗੁਸਤਾਖੀ ਲਿਖੀ ਹੈ ਨਾ ਉਹਨਾਂ ਨੇ, ਅਸਲ 'ਚ ਉਹਨਾਂ ਨੇ ਮਿਰਜ਼ਾ ਸਾਹਿਬ अलैहिस्सलाम ਦੇ ਬਾਰੇ 'ਚ ਬਕਵਾਸ ਕੀਤੀ ਹੈ, ਠੀਕ ਹੈ। ਇਹ ਤੇ ਦੱਸਣ ਦੇ ਆ ਨਾ ਲਿਖਵਾਈ ਕਿੰਨੇ में ਉਹ ਸਰ ਉਹੀ ਤੇ ਮੈਂ ਦੱਸਣ ਡਿਆ, ਉਹ ਸਾਰੀ ਗੱਲ ਤੁਹਾਨੂੰ ਸਮਝਾ ਦਿੱਤੀ ਹੈ। ਹਾਂ ਉਹੀ ਤੁਹਾਨੂੰ ਸਾਰੀ ਗੱਲ ਸਮਝਾ ਦਿੱਤੀ ਹੈ ਕਿ ਇਹ ਗੁਸਤਾਖੀ ਹੈ, ਇਹਨੂੰ ਹਟਾ ਕੇ ਤੇ ਵੈਸੇ ਗੱਲਬਾਤ ਕਰੋ ਜਿਹੜੀ ਵੀ ਕਰਨੀ ਹੈ, ਕੋਈ ਮਸਲਾ ਨਹੀਂ। ਪਰ ਇਹ ਨੌਬਤ ਕਿਉਂ ਆਈ ਹੈ ਗੁਸਤਾਖੀ ਲਿਖਣ ਦੀ? ਉਹ ਸਰ ਉਹੀ ਤੇ ਮੈਂ ਤੁਹਾਨੂੰ ਦੱਸਿਆ ਨਹੀਂ ਕਿ ਸਿਰ ਨੌਬਤ ਹੈ, ਆਇਸ਼ਾ ਦੇ ਉੱਤੇ ਫਤਵਾ ਲੱਗਾ ਸੀ, ਇਹ ਨੌਬਤ ਉਸ ਵਜ੍ਹਾ ਤੋਂ ਆਈ ਹੈ। 1122 ਭਾਈ ਤੁਸੀਂ ਬਹੁਤ ਚਲਾਕ ਜੇ, ਮੈਨੂੰ ਤੁਹਾਡਾ ਪਤਾ ਹੈ। ਅੱਛਾ ਜੀ, ਜਜ਼ਾਕੱਲਾ, ਬਹੁਤ ਸ਼ੁਕਰੀਆ। ਪਰ ਮੈਂ ਨਾ ਕਿ ਉਤੋਂ ਇਹ ਹਟਾ ਕੇ ਮੈਨੂੰ ਪਤਾ ਤੁਹਾਡਾ ਸਾਰਾ, ਤੁਹਾਡੀ ਕਿਉਂਕਿ ਪੇਸ਼ ਨਹੀਂ ਚੱਲਦੀ ਨਾ ਨਾਸਰ ਬੱਟ ਅੱਗੇ। ਉਹ ਸਰ ਮੈਂ ਤੁਹਾਨੂੰ ਪਤਾ ਹੀ ਨਹੀਂ ਹੈ ਮੇਰੇ ਨਾਸਰ ਬੱਟ ਸਾਹਿਬ ਨਾਲ ਕਿੰਨੇ ਇਖਤਲਾਫ ਨੇ, ਕਿੰਨੇ ਕਹਿ ਲੋ ਕਿ ਮੇਰੇ ਉਹਨਾਂ ਦੇ, ਮੈਂ ਅੱਜ ਉਹਨਾਂ ਦੇ ਮੂੰਹ ਤੇ ਬਹਿ ਕੇ ਕਹਿ ਕੇ ਆਇਆ ਸਾਂ ਕਿ ਮੈਨੂੰ ਉਹ ਵਾਲੀ ਹਰਕਤ ਨਹੀਂ ਪਸੰਦ, ਠੀਕ ਹੈ, ਲੇਕਿਨ ਮੈਂ ਉਹਨਾਂ ਨਾਲ ਹੁਣ ਇਹ ਕੰਮ ਤੇ ਨਹੀਂ ਕਰ ਸਕਦਾ, ਲੜਾਈ ਝਗੜੇ, ਠੀਕ ਹੈ। ਇੱਕ ਕੰਮ ਨਹੀਂ ਵੀ ਪਸੰਦ ਹੁੰਦਾ, ਫੇਰ ਵੀ ਉਹਦਾ ਹੱਲ ਹੁੰਦੇ ਨੇ, ਤੁਸੀਂ ਹੱਲ ਕੱਢ ਲੈਣੇ ਆ, ਜਿਹੜਾ ਵੀ ਹੱਲ ਕੱਢੋਗੇ ਕੋਈ ਮਸਲਾ ਨਹੀਂ। ਤੁਸੀਂ ਫਿਲਹਾਲ ਜਿਹੜਾ ਨਾ ਪੋਸਟਰ ਹਟਾ ਦਿਓ, ਪੋਸਟਰ ਲਾਇਆ ਹੈ ਤੇ ਇਸ ਤਰ੍ਹਾਂ ਬਹਿਣਾ ਅੱਛੀ ਗੱਲ ਨਹੀਂ ਹੈ ਨਾ, ਕਿ ਆਪਣੇ ਭਾਈ ਸਾਡੇ, ਸਮਝ ਰਹੇ ਹੋ? ਜੀ ਬਿਲਕੁਲ। ਜਜ਼ਾਕੱਲਾ ਤਾਰ ਭਾਈ। ਤੇ ਬਹਰਹਾਲ ਮੈਨੂੰ ਨਹੀਂ ਲੱਗਦਾ ਕਿ ਹੁਣ ਆਏ, ਤੇ ਹੋਰ ਵੀ ਮੇਰੀ ਜਦੋਂ ਵੀ ਤੁਹਾਨੂੰ ਜ਼ਰੂਰਤ ਪਏ ਤੇ ਮੈਂ ਹਾਜ਼ਰ ਹਾਂ, ਠੀਕ ਹੈ ਜੀ। ਜੇ ਇੱਕ ਵਾਰੀ ਹੁਣ ਥੱਲੇ ਕਿਸੇ ਨੇ ਹੋਰ ਲਿਖਿਆ, ਚੰਗਾ ਭਲਾ ਸੀ ਬਰਾੜ ਚਲਾ ਰਿਹਾ ਸੀ, 1122 ਨੇ ਸਾਡੀ ਉੱਥੇ ਅਸੀਂ ਬਹਿਰੀਨ ਨੂੰ ਘੇਰ ਲਿਆ ਸੀ, ਮੁਬਸ਼ਰ ਆਜ਼ਾਦ ਤੇ ਮੈਂ ਬਸ ਇਹ ਤੇ ਗੱਲ ਕਰ ਦੇਣਾ। ਫਿਰ 11 ਦਾ ਜਿਹੜਾ ਡਬਲ ਪੁਲਿਸੀ ਉਹ ਇਹ ਅਸਲ 'ਚ ਨਾ ਇਹ 1122 ਨਹੀਂ ਇਹ ਬਣਾਉਂਦਾ, ਹਾਂ ਇਹ ਦਜਲ 1 ਦਜਲ 2 ਹੈ, ਦਜਲ 1 ਦਜਲ 2 ਇਹ ਕੀ ਸੀ ਕਹਿੰਦੇ ਬਹਿਰੀਨ ਦੀ ਆਪਣਾ ਯਾਰ ਮੈਂ ਰਾਤੀ ਵਾਅਦਾ ਕੀਤਾ ਕਿ ਮੈਂ ਬਰਾੜ ਲਾਣੀ ਛੱਡ ਦੇਣੀ ਹੈ, ਮੈਂ ਟਿਕਟੋਕ ਤੇ ਨਹੀਂ ਆਉਣਾ, ਤੇ ਮੈਨੂੰ ਕਿਹਾ ਜੀ ਇਹ ਨਹੀਂ ਹੋ ਸਕਦਾ ਨਾ।
ਪੂਰਾ ਯਕੀਨ ਵੀ ਸੀ ਮਜਬੂਰੀ ਬਣ ਗਈ ਜਿਹੜੀ ਲਾਣੀ ਪੈ ਗਈ ਹੈ। ਆਹੋ ਨਹੀਂ ਮੈਨੂੰ ਯਕੀਨ ਸੀ ਕਿ ਤੁਸੀਂ ਹਾਂਜੀ ਰਾਜਾ ਸਾਹਿਬ ਤੇਰੇ ਪਿਆਰੇ ਭਾਈ ਨੇ ਬੜਾ ਪਰ ਇਹ ਮੇਰੀ ਗੱਲ ਸੁਣੋ, ਇਹ ਮੈਨੂੰ ਗਾਲਾਂ ਨਾ ਕੱਢੋ ਹੁਣ, ਠੀਕ ਹੈ? ਮੈਂ ਤੁਰ ਜਾਣਾ, ਆਡੀਓ ਸੁਣਾ ਕੇ ਮੈਨੂੰ ਗਾਲਾਂ ਨਾ ਕੱਢੋ, ਤੁਹਾਡੀ ਮਿਹਰਬਾਨੀ। ਨਹੀਂ ਤੁਸੀਂ ਟੂਰ ਗਾਰਡ ਸੁਣਾਉਣਾ ਹੈ, ਤੁਸੀਂ ਮੈਨੂੰ ਪਤਾ ਸਾਰੀ ਰਾਤ ਕੰਮ ਕਰਦੇ ਹੋ, ਲੇਕਿਨ ਤੁਸੀਂ ਬਹਿਰੇਨ ਦੀ ਅਸਤ ਐਂਬੂਲੈਂਸ ਬਣ ਕੇ ਆਏ ਸੋ और ना ਐਂਬੂਲੈਂਸ ਪੂਰੀ ਪੱਕੀ ਐਂਬੂਲੈਂਸ ਬਣੇ ਨੇ। ਹਲੋ ਸੁਣੋ, ਤਾਲੀਮ ਲੈਣੀ ਹੈ, ਮੁਸਲਮਾਨਾਂ ਨੇ ਤਾਲੀਮ ਲੈਣੀ ਹੈ ਕਿ ਨਬੀ ਦੇ ਘਰ ਨੂੰ ਵੇਖ ਕੇ। ਤੇ ਜਦੋਂ ਇਹ ਗੱਲ ਪੜੇਗਾ ਬਈ ਨਬੀ ਦੇ ਘਰ ਤੇ ਬੁੱਢੀਆਂ ਆਪ ਲੜ ਰਹੀਆਂ ਨੇ ਬਈ ਤੋਹਫੇ ਦੇ ਪਿੱਛੇ, ਦੁਨਿਆਵੀ ਮਾਲ ਦੇ ਪਿੱਛੇ, ਤੇ ਉਹਨੇ ਫਿਰ ਕੱਟਾ ਇਸਲਾਮ ਲੈਣਾ। ਨਬੀ ਸਾਡੇ ਸੇ ਮਿਸਾਲ ਹੈ ਤੇ ਉਹਨਾਂ ਦੀ ਜਿੰਨੀ ਔਰਤਾਂ ਨੇ ਉਹ ਆਪਸ ਵਿੱਚ ਲੜ ਰਹੀਆਂ ਨੇ ਤੋਹਫੇ ਸੇ। ਜਿਹੜਾ ਨਬੀ ਪੂਰੀ ਦੁਨੀਆ ਸੇ ਰਹਿਮਤ ਆਲਮੀਨ ਬਣ ਕੇ ਆਇਆ ਤੇ ਆਪਣੀ ਬੁੱਢੀ ਦੇ ਅੰਦਰ ਵੰਡ ਕਰ ਰਿਹਾ ਹੈ, ਸ਼ਾਇਦ ਨਾਲ ਇਹ ਨਤੀਜਾ ਵੀ ਅਖਜ਼ ਹੁੰਦਾ ਹੈ ਕਿ ਸਾਨੂੰ ਰੋਣ ਦੀ ਲੋੜ ਨਹੀਂ ਕਿ ਸਾਡੀ ਬੁੱਢੀ ਸਾਡੀ ਨਹੀਂ ਮੰਨਦੀ। ਇਹ ਨਬੀ ਦੇ ਘਰ ਵੀ ਲੁੱਚ ਤਲਿਆ। ਮੈਂ और दूजा भी मैसेज सुना देना, ਵੱਡਾ मैसेज है प्यारे भाइयों, माजरत ਦੇ ਨਾਲ मैं एंड तो सुनावांगा आखिरी मिनट। चल जा अपनी तलवारें संभाल। ओ यार एक ते बहुत मसला है। डबल 1 डबल 2 नु कर लिया सी लश्करकशी नहीं की मौला अली के खिलाफ, जिसने भी लश्करकशी की मौला अली के खिलाफ, खलीफा राशिद के खिलाफ, हम उसे समझते हैं। नाम पूरे लेना भाई, सारे नाम लेना, क्या कर रहे हैं आप जो है नाम लेकर बताएं कि जंग जमल में ये खबरें थे, ये लश्कर कह रहा हूँ, मैं तो नाम लेके बता रहा हूँ। हाँ जी, मैं कह रहा हूँ हजरत तलहा हो, हजरत जुबैर हो, मरवान इब्ने हकम हो, हजरत आयशा हो, हजरत आयशा हो, अमीर माविया हो आपके, या खारजी ग्रोह हो, हम सब खुदा साम से खारिज समझते हैं। जो भी मौला अली के खिलाफ तलवार लेके आया, खत्म होगी बात। मैं तो खत्म हो गई सर, बात खत्म हो गई है। आज 1400 साल मसला हल हो गया। तो तार साहब मैं फिर एक बार रिक्वेस्ट कर देंगा कि एक बार पोस्टर हटा दियो, ये अच्छा पोस्टर नहीं है। सारे बंदे थले भी लिख रहे ने ते जज़ाकल्लाह, बहुत शुक्रिया तुसीं मैनूं टाइम दिता। ते मुबशर रज़ा साहब जिहड़े मैनूं गालां कढ के गए ने, इन्हां दा बदला मैं लवांगा, ठीक है? मुबशर रज़ा साहब तुहाडे कोल बदला लवांगा। तुसीं मैनूं जिहड़ियां गालां कढ के गए हो ना, ਤੇ ਅਲੀ ਅਕਬਰ ਸਾਹਿਬ ਨੇ ਵੀ ਕੱਢੀਆਂ ਨੇ, ਤੁਹਾਡੇ ਦੋਨਾਂ ਕੋਲ ਮੈਂ ਬਾਅਦ ਬਦਲਾ ਲਾਂਗਾ। ਤੁਸੀਂ ਅਸਲ ਚਾਹੇ ਸੋ ਐਂਬੂਲੈਂਸ ਬਣ ਕੇ ਉਹਨਾਂ ਦੀ ਤੁਸੀਂ ਮੈਨੂੰ ਗਾਲਾਂ ਕੱਢੀਆਂ ਨੇ, ਠੀਕ ਹੈ? ਸਹੀ ਹੈ। ਤੇ ਅੱਲਾ ਹਾਫਿਜ਼। ਬਹਿਰੀਨ ਦੀ ਵੀ ਐਂਬੂਲੈਂਸ ਆਈ ਨਜਫ ਅਬਾਸ, ਅਗਰ ਉੱਥੇ ਆਣਾ ਚਾਹੇ ਤਾਂ ਨਜਫ ਅਬਾਸ ਤੋਂ ਤੇ ਆ ਸਕਦਾ। ਤੁਹਾਨੂੰ ਸਪੈਸ਼ਲ ਭਿਜਵਾਇਆ ਗਿਆ ਸੀ, ਤੁਸੀਂ ਆਪਣਾ ਕੰਮ ਕੀਤਾ ਹੈ। ਉਹ ਨਾਸਰ ਭੱਟ ਸਾਹਿਬ ਦੀ ਦਰਖਾਸਤ ਤੇ ਆਏ ਨੇ ਬਕਾਇਦਾ, ਤੇ ਰਾਣਾ ਸਾਹਿਬ ਨੇ ਬਹੁਤ ਅੱਛੀ ਗੱਲ ਕੀਤੀ ਹੈ। ਮੈਂ ਤਾਂ ਚਾਹਾਂਗਾ ਰਾਣਾ ਸਾਹਿਬ ਵੀ ਗੱਲ ਜਾਰੀ ਰੱਖਣ, ਪਰ ਰਾਣਾ ਸਾਹਿਬ ਨੂੰ ਕਹਿੰਦੇ ਲਾਇਆ ਗਿਆ ਸੀ ਕਿ ਖੁਦ ਗਏ ਸਨ। ਮੈਨੂੰ ਗੁੱਸਾ ਇਸ ਚੀਜ਼ ਦਾ ਕਿ ਉਹ ਬੰਦੇ ਨੂੰ ਇਹ ਕੋਲ ਬਿਠਾਉਂਦੇ ਜਨਾਬ ਜੀ 313 ਨੂੰ। ਮੈਨੂੰ ਗੁੱਸਾ ਸਿਰਫ ਇਹ ਆ ਕਿ ਕੀ ਨਾ ਅੱਜ ਉਹ ਕੀ ਬਕਵਾਸ ਕਰਨ ਦੇ ਆ ਕਿ ਠੀਕ ਹੈ, ਉੱਥੇ ਇੱਕ ਬੰਦੇ ਨੇ ਜਾ ਕੇ ਕੀ ਨਾ ਇੱਕ ਆਈਡੀ ਦੇ ਬਾਰੇ ਦੱਸਿਆ ਕਿ ਮਰਜ਼ਈਆਂ ਨੇ ਇਸ ਤਰ੍ਹਾਂ ਕੀਤਾ, ਮਰਜ਼ਈਆਂ ਦੀ ਆ ਫਲਾਂ ਢੀਂਗ, ਠੀਕ ਆ। ਇਹਨੇ ਜਨਾਬ ਜੀ ਕਿਹਾ, ਇਹਨੇ ਜਲਸੇ ਦਾ ਹਵਾਲਾ ਦੇ ਕੇ 313 ਨੇ, ਠੀਕ ਆ। ਤੇ ਜਿਹੜੀ ਉੱਥੇ ਬਕਵਾਸ ਕੀਤੀ ਹੈ, ਠੀਕ ਆ, ਤੇ ਉਹ ਹੁਣ ਇਹਨੂੰ ਹੁਣ ਵੀ ਬਿਠਾਓ ਫਿਰ ਜਿਹੜੇ ਬੰਦੇ ਨਾਲ ਬਿਠਾਉਂਦੇ ਸੀ ਇਹਨੂੰ ਬਿਠਾਓ ਜਨਾਬ ਦੇ ਨਾਲ, ਝੋਲੀ ਚ ਬਿਠਾਓ। ਉਹ ਤਾਂ ਬੜਾ ਫਰੈਂਡ ਸੀ, ਜਾਂ ਡੋਗਰ ਸਾਹਿਬ ਵੀ ਨੇ ਵੀ ਬੜਾ ਹੁੰਦੇ ਸੀ ਦੋਸਤ ਹੈ ਸਾਡਾ, ਤੇ ਬੜਾ ਤੇ ਹੁਣ ਜਨਾਬ ਜੀ ਨੂੰ ਠੋਕਿਆ ਡੰਡਾ, ਉਹਨੇ ਠੋਕਿਆ, ਉਹਦੀ ਅੱਧੇ ਘੰਟੇ ਦੇ ਪਹਿਲਾਂ ਜਿਹੜੀ ਗੱਲ ਹੋਈ ਉਹਦੀ ਦੋਸਤਾਂ ਨੂੰ ਮਨਾ ਕਰਨਾ ਕਿ ਨਾਸਰ ਭੱਟ ਦੀ ਜਾਨ ਛੱਡ ਦੋ। ਨਾਸਰ ਭੱਟ ਹਰ ਜਗ੍ਹਾ ਬਦਨਾਮੀ ਦਾ ਬਾਇਸ ਬਣਦਾ ਜਮਾਤ ਦਾ। ਉਹ ਪਤਾ ਨਹੀਂ ਕਿਹੜੀ ਉਹਦੇ ਕੋਲ ਗਿੱਦੜ ਸਿੰਘੀ ਹੈ ਜਿਹੜੇ ਉਹਨੇ ਬੰਦੇ ਨਾਲ ਲਾਏ ਨੇ, ਤੇ ਬੰਦੇ ਉਹਦੀ ਜਾਨ ਹੀ ਨਹੀਂ ਛੱਡਣ ਦੇ। ਤੇ ਬਾਰ-ਬਾਰ ਇਹ ਹੀ ਮਸਲੇ ਪੇਸ਼ ਹੋਣ ਦੇ ਨੇ ਕਿ ਨਾਸਰ ਭੱਟ ਨੇ ਆ ਕਰਤਾ ਜੀ, ਨਾਸਰ ਭੱਟ ਨੇ ਉਹ ਕਰਤਾ। ਰਾਣਾ ਸਾਹਿਬ ਸਾਨੂੰ ਕਿਹੜੇ ਬੰਦੇ ਨੇ ਹਟਾਇਆ ਸੀ ਵੀ ਨਾਸਰ ਭੱਟ ਸਾਹਿਬ ਤੇ ਕੋਈ ਗੱਲ ਨਹੀਂ ਕਰਨੀ, ਪਤਾ ਜੇ ਨਾ ਤੁਹਾਨੂੰ? ਉਹਦੇ ਬਾਅਦ ਕਦੀ ਨਾਸਰ ਭੱਟ ਤੇ ਬਰਾੜ ਨਹੀਂ ਨਾ ਲੱਗੀ। ਨਾਸਰ ਭੱਟ ਸਾਡੇ ਸਾਹਿਬ ਨੂੰ ਗਾਲਾਂ ਕਢਾਉਂਦਾ ਹੁਣ। ਮੈਂ ਇਸ ਬਾਰੇ ਚ ਕੋਈ ਗੱਲ ਨਹੀਂ ਕਰਦਾ ਵੀ, ਲੇਕਿਨ ਇਹ ਆ ਕਿ ਜਿਹੜੇ ਬਿਠਾਉਂਦੇ ਸੀ ਉਹਨਾਂ ਨੂੰ ਜਦੋਂ ਰੋਕਿਆ ਜਾਂਦਾ ਸੀ ਉਦੋਂ ਕਿਉਂ ਨਹੀਂ ਸਮਝ ਆਈ, ਠੀਕ ਹੈ? ਅੱਜ ਉਹਨੇ ਠੋਕੀ ਨਾ, ਉਹਨੇ ਠੋਕੀ ਨਾ ਮੰਜੀ ਨੇ ਵੀ ਭੰਗੀ ਲਿਖਿਆ, ਚੂੜੇ ਨੂੰ ਮਿਰਜ਼ੇ ਖੰਜ਼ੀਰ ਨੂੰ ਭੰਗੀ ਮਾਂ ਦੇ ਚੜਾਵਾਂ जी सर भाई याद कर रहे ਤੁਸੀਂ ਕੀ ਹੋ ਗਿਆ? ਕੀ ਮੈਂ ਗੁੱਸਾ ਜੀ ਡੋਗਰ ਸਾਹਿਬ ਕੀ ਹਾਲ ਹੈ ਜੀ? ਡੋਗਰ ਸਾਹਿਬ ਬਹਿਰੀਨ ਨੂੰ ਕਿਹਾ ਆਪਣੇ ਨਾਸਰ ਭੱਟ ਸਾਹਿਬ ਨੇ ਕਿ ਤੂੰ ਜਲਾਇਆ। ਅੱਛਾ, ਜੁਲਾਈ ਦੀ ਪੈਦਾਇਸ਼ ਹੈ, ਉਹਨੇ ਅੱਗੋਂ ਮਿਰਜ਼ਾ ਸਾਹਿਬ ਤੇ ਪੋਸਟਰ ਬਣਾ ਕੇ ਲਾਤਾ। ਕੀ ਤੁਹਾਡਾ ਇਸ ਬਾਰੇ ਕੀ ਖਿਆਲ ਹੈ? ਸਹੀ ਹੋ ਗਿਆ। ਮੈਂ ਲਗਵਾਇਆ ਨਹੀਂ, ਜਿੰਨੇ ਵੀ ਲਾਇਆ ਅਸੀਂ ਤੇ ਤੁਹਾਡੀ ਰਾਏ ਲੈ ਰਹੇ ਹਾਂ ਨਾ। ਨਹੀਂ ਤੁਸੀਂ ਇਹ ਜਿਹੜੀ ਬੈਠਣ ਦੀ ਗੱਲ ਕੀਤੀ, ਮੇਰੀ ਗੱਲ ਸੁਣ ਤਾਹਿਰ ਭਾਈ, ਬੈਠਣ ਤੇ ਮੈਂ ਤੁਹਾਡੇ ਕੋਲ ਵੀ ਆ ਗਿਆ।
ਜੀ 100 ਬਿਸਮਿਲ੍ਲਾ ਜੀ, ਤੁਸੀਂ 1000 ਵਾਰੀ ਆਓ ਜੀ। ਜਜ਼ਾਕੱਲਾ ਜਜ਼ਾਕ। ਹਾਂ ਮੇਰੀ ਉਹਦੇ ਵਿੱਚ ਜਿੱਥੇ ਤੁਹਾਡੀ ਗੱਲ ਦੀ ਕੋਈ ਗੱਲ ਹੀ ਨਾ ਹੋਵੇ ਉੱਥੇ ਤੁਸੀਂ ਮਤਲਬ ਕੀ ਕਹੋਗੇ ਕਿ ਨਹੀਂ ਹੈ, ਅੱਲਾ ਦਾ ਸ਼ੁਕਰ ਹੈ ਕਿਉਂ ਨਹੀਂ ਹੈ, ਇਹ ਗੱਲ ਹੈ ਕਿਉਂ ਨਹੀਂ। ਇਸ ਤਰ੍ਹਾਂ ਤਾਹਿਰ ਇਸ ਤਰ੍ਹਾਂ ਨਾ ਕਰੋ, ਤੁਹਾਡੇ ਕੋਲ ਆਨੇ ਤੁਸੀਂ ਗੱਲ ਸਮਝਦੇ ਹੋ, ਤੁਸੀਂ ਤੁਹਾਡੇ ਕੋਲ ਆਨੇ ਆ ਨਾ, ਕੀ ਖਿਆਲ ਹੈ? ਜੀ ਮੈਂ ਤਾਂ ਸ਼ੁਰੂ ਤੋਂ ਸਮਝਦੇ ਹੀ ਆਇਆ ਸਾਰੀਆਂ ਗੱਲਾਂ। ਜਜ਼ਾਕੱਲਾ, ਤੁਸੀਂ ਰਿਸਪੈਕਟ ਦਿੰਦੇ ਹੋ, ਤੁਸੀਂ ਗੱਲ ਸਮਝਦੇ ਹੋ, ਸੁਣਦੇ ਹੋ, ਤੁਹਾਡੇ ਕੋਲ ਆ ਕੇ ਬਹਿ ਜੀਦਾ। ਪਰ ਜੋ ਸਾਡੇ ਅਕਾਬਰੀਨ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਉਦੋਂ ਬੰਦਾ ਕੀ ਸਮਝੇ। ਤਾਹਿਰ ਭਾਈ ਗੱਲ ਪਤਾ ਕੀ ਜੇ ਇੱਥੇ, ਹਾਂਜੀ ਫਿਰ ਉਹ ਕੰਮ ਨਾ ਕਰੋ ਜਿੱਥੇ ਸਾਡੇ ਅਕਾਬਰੀਨ ਨੂੰ ਗਾਲਾਂ ਪੈਣ। ਮੇਰੀ ਜਾਨ 352 ਦਿਨ ਕਿ ਕਿੰਨੇ 352 ਦਿਨ ਰਹਿ ਗਏ ਨੇ ਅਮਨ ਨਜ਼ੀਰ ਨੂੰ ਟੰਗਣ ਦੇ, ਉਹਦੇ ਤੋਂ ਕੀ ਸਾਬਤ ਹੋ ਰਿਹਾ ਜੀ ਅਮਨ ਨਜ਼ੀਰ ਨੂੰ ਟੰਗ ਕੇ? ਤੁਹਾਨੂੰ ਉਹ ਗਿਆ ਪੋਸਟਰ ਬਣਾ ਕੇ ਲਾ ਦਿੰਦੇ ਨੇ। ਤੁਸੀਂ ਮੇਰੇ ਭਾਈ ਜੀ, ਤੁਸੀਂ ਤੁਹਾਨੂੰ ਪਤਾ ਮੈਂ ਤੁਹਾਡੀ ਬਹੁਤ ਰਿਸਪੈਕਟ ਕਰਨਾ, ਮੇਰੇ ਵਾਸਤੇ ਤੁਸੀਂ ਕਾਬਿਲ ਇhtਰਾਮ ਹੋ ਜੀ। ਗੱਲ ਸੁਣ ਲਈ ਦੀ ਹੁੰਦੀ ਹੈ ਕਿ ਮੈਂ ਸਿਰਫ ਉੱਥੇ ਬਹਿਣਾ ਜਿੱਥੇ ਮੈਨੂੰ ਕੋਈ ਪਤਾ ਨਾ ਕਿ ਮੇਰੇ ਭਰਾ ਨੇ ਮੇਰੀ ਕੋਈ ਗੱਲ ਮੰਨ ਲੈਣੀ। ਜਿਹੜੀ ਗੱਲ ਤੁਹਾਡੇ ਨਾਲ ਕਰੀ ਦੀ ਹੈ ਉਹ ਵੀ ਦਿਲੋਂ ਮੁਖਲਸ ਹੋ ਕੇ ਕਰੀ ਦੀ ਹੈ, ਤੇ ਜਿਹੜੀ ਕਿਸੇ ਹੋਰ ਨੂੰ ਕਰਦੀ ਉਹ ਵੀ ਮੁਖਲਸ ਹੋ ਕੇ ਨਾ। ਠੀਕ ਹੋ ਗਿਆ ਨਾ? ਤੇ ਗੱਲ ਇਸ ਤਰ੍ਹਾਂ ਕਿ ਇਹ ਹਮਾਮ ਚ ਸਾਰੇ ਹੀ ਨੰਗੇ ਨੇ। ਠੀਕ ਹੋ ਗਿਆ ਨਾ? ਇਸ ਹਮਾਮ ਦੇ ਵਿੱਚ ਇਹ ਕਹਿਣਾ ਕਿ ਵੀ ਉਹਦੀ ਵਜ੍ਹਾ ਤੋਂ ਹੋ ਗਿਆ, ਹਾਂਜੀ ਮਤਲਬ ਸਮਝ ਨਹੀਂ ਆਇਆ ਗੁੱਗਾ ਸਾਹਿਬ ਤੁਹਾਡਾ ਗੱਲ ਕਰਨ ਦਾ ਮਤਲਬ। ਜਿਹੜਾ ਗੱਲ ਕਰਨ ਦਾ ਮਤਲਬ ਇਹ ਹੈਗਾ ਕਿ ਜਿਸਲੇ ਬੰਦਾ ਜਿਹੜਾ ਬੰਦਾ ਨਾਸਰ ਦਾ ਸਾਨੂੰ ਨੰਗਿਆ ਕਰਦਾ ਉਹ ਖੁਦ ਵੀ ਸਾਨੂੰ ਨਾ ਰਗੜੋ, ਸਾਨੂੰ ਨਾ ਰਗੜੋ। ਰਾਣਾ ਭਾਈ ਠਹਿਰ ਜਾਓ ਨਾ, ਰਾਣਾ ਭਾਈ ਠਹਿਰ ਜਾਓ, ਤੁਸੀਂ ਤਾਹਿਰ ਭਾਈ ਨਾਲ ਗੱਲ ਹੋ ਰਹੀ ਹੈ ਨਾ, ਠਹਿਰ ਜਾਓ ਤੁਸੀਂ ਸਾਲੋ। ਇਸ ਵਾਸਤੇ ਤਾਹਿਰ ਭਾਈ ਜਿਹਨੂੰ ਸਮਝਾਓ ਨਾ ਉਹ ਦੂਸਰੇ ਤੇ ਗੱਲ ਕਰ ਦੇਣਾ ਵੀ ਉਹ ਇੰਜ ਕਰਦਾ। ਠੀਕ ਹੋ ਗਿਆ ਨਾ? ਤੇ ਉਹ ਮੈਂ ਸਮਝਦਾ ਤੁਸੀਂ ਜਾਣਾ ਬਹਿਣਾ ਛੱਡ ਦੋ, ਉਹ ਆਪੇ ਸਮਝ ਜਾਣਗੇ ਬੰਦਾ ਕਿਉਂ ਨਹੀਂ ਆ ਰਿਹਾ। ਨਹੀਂ ਇਹ ਚੀਜ਼ ਦੀ ਪਾਬੰਦੀ ਨਹੀਂ ਕੋਈ ਵੀ ਕਿਸੇ ਤੇ ਲਾ ਸਕਦਾ, ਕੌਣ ਕਿੱਥੇ ਬਹਿਵੇ। ਬਿਲਕੁਲ ਫਿਰ ਇਹ ਵੀ ਨਹੀਂ ਕੋਈ ਮੰਨ ਵੀ ਨਹੀਂ ਸਕਦਾ ਕਿ ਮੈਂ ਤੁਹਾਡੀ ਗੱਲ ਕਿਉਂ ਮੰਨਾਂ। ਗੱਲ ਇਹ ਆ ਕਿ ਇਸ ਵਾਸਤੇ ਕਿ ਤੁਸੀਂ ਤੁਹਾਡੇ ਕੋਲ ਮੇਰੀ ਗੱਲ ਸੁਣੋ, ਗੱਲ ਤਾਂ ਸੁਣ ਲਓ ਨਾ, ਜਾਂ ਫਿਰ ਮੈਂ ਥੱਲੇ ਚਲਾ ਜਾਣਾ, ਤੁਸੀਂ ਕਰ ਲਓ। ਨਹੀਂ ਕਰੋ ਗੱਲ, ਠੀਕ ਹੈ, ਠੀਕ ਕਰੋ। ਖਤਮ ਕਰਕੇ ਕਰੀ ਮੇਰੇ ਜਾਂ ਇਹ ਹੈ ਕਿ ਸਾਰਿਆਂ ਨੂੰ ਨਾ ਕਰੋ। ਅਸੀਂ ਨਹੀਂ ਮੈਂ ਤੁਹਾਡਾ ਨਾਂ ਲਿਆ, ਮੈਂ ਨਾਂ ਲਿਆ ਰਾਣਾ ਭਾਈ ਤੁਹਾਡਾ ਵਿੱਚ, ਜਦੋਂ ਤੁਸੀਂ ਕਹਿੰਦੇ ਜੇ ਨਾ ਤੁਹਾਡਾ ਨਾਂ ਲਿਆ, ਮੇਰੀ ਗੱਲ ਸੁਣੋ, ਨਾਂ ਲਿਆ, ਮੈਂ ਨਾਂ ਲਿਆ, ਤਾਹਿਰ ਭਾਈ ਨੇ ਮੇਰਾ ਨਾਮ ਲੈ ਕੇ ਮੈਨੂੰ ਹੋ ਗਿਆ ਨਾ। ਠੀਕ ਹੈ, ਤੁਸੀਂ ਉਹਨਾਂ ਦਾ ਨਾਂ ਉਹਨਾਂ ਨੂੰ ਮੁਖਾਤਬ ਕਰਕੇ ਕਰੋ, ਸਾਰਿਆਂ ਨੂੰ ਸਮਝ ਜਾਣਗੇ। ਜਿਹੜੇ ਕਰਦੇ ਨਾ ਸਮਝ ਜਾਣਗੇ ਨਾ। ਮੇਰੇ ਜਾਨ ਮੈਂ ਨਾਂ ਨਹੀਂ ਲਿਆ ਤੁਹਾਡਾ, ਤੁਸੀਂ ਜਾਣ ਬੁੱਝ ਕੇ ਕਿਹਾ। ਮੈਂ ਕਹਿ ਰਿਹਾ ਕਿ ਫਿਰ ਸਾਰੇ ਨਾ ਕਹੋ, ਫਿਰ ਕਹੋ ਕਿ ਤਾਹਿਰ ਸਾਹਿਬ। ਠੀਕ ਹੈ, ਨਹੀਂ ਸਾਡਾ ਨਾਂ ਨਹੀਂ ਲਓ, ਫਿਰ ਸਾਰੇ ਸੁਣ। ਮੈਂ ਤਾਹਿਰ ਭਾਈ ਨੂੰ ਮੁਖਾਤਬ ਕਰਕੇ ਗੱਲ ਕਰ ਰਿਹਾ ਨਾ, ਮੈਂ ਤਾਂ ਨਾਂ ਹੀ ਲਿਆ ਤੁਹਾਡਾ ਰਾਣਾ ਭਾਈ, ਮੈਂ ਤਾਂ ਨਾਂ ਨਹੀਂ ਲਿਆ। ਹਾਂਜੀ ਹਲ ਤੋਂ ਉਹਨਾਂ ਨੂੰ ਕਰ ਲੈਂਦੇ ਹੋ ਰਾਣਾ ਸਾਹਿਬ, ਕੀ ਹੋ ਗਿਆ ਯਾਰ? ਇਸ ਵਾਸਤੇ ਆਪਣਾ ਤਾਹਿਰ ਭਾਈ ਗਾਲਾਂ ਵੀ ਸਾਰਿਆਂ ਨੇ ਕੱਢੀਆਂ ਨੇ। ਠੀਕ ਹੈ, ਸਾਰਿਆਂ ਨੇ, ਜਿਹਦੇ ਕੋਲ ਨਿਕਲੀਆਂ ਉਹਨਾਂ ਨੇ ਕੱਢੀਆਂ ਨੇ, ਸਾਰਿਆਂ ਨੇ ਕੱਢੀਆਂ ਨੇ। ਠੀਕ ਹੈ ਨਾ? ਤੇ ਉਹ ਹੁਣ ਭਰਾ ਜਿਹੜੇ ਨਾ ਜਿਹੜੇ ਰੱਜ ਗਏ ਨੇ, ਮਨਾ ਕੀਤਾ ਗਿਆ ਨਾ ਗਾਲਾਂ ਨਹੀਂ ਚਲਾਣੀਆਂ, ਅਸੀਂ ਨਹੀਂ ਚਲਾਈਆਂ, ਨਾ ਹੀ ਅਸੀਂ ਅੱਗੋਂ ਦਰਾਈਆਂ ਨੇ। ਤਾਹਿਰ ਭਾਈ ਗੱਲ ਤੇ ਸੁਣ ਲਓ ਮੇਰੀ ਜਾਨ। ਠੀਕ ਹੈ, ਜਿਹੜੇ ਰੱਜ ਗਏ ਨੇ ਨਾ ਉਹਨਾਂ ਨੂੰ ਤਸਬੀਹ ਦੇ ਟੋਪੀ ਪਾ ਲਈ ਹੈ ਸਿਰ ਤੇ। ਠੀਕ ਹੋ ਗਿਆ? ਜਿਹੜੇ ਹਾਲੇ ਨਹੀਂ ਰੱਜੇ ਉਹ ਲੱਗੇ ਨੇ ਕਰਨ ਦਿਓ। ਤੇ ਤੁਹਾਡਾ ਕੀ ਮਕਸਦ ਹੈ ਕਿ ਅਸੀਂ ਛੱਡ ਕੇ ਤੇ ਜਮਾਤ ਨੂੰ ਲਵਾਰਸ ਹੀ ਛੱਡ ਦਈਏ ਕਿ ਜੋ ਮਰਜ਼ੀ ਕੋਈ ਕਰੀ ਜਾਏ? ਕਦੋਂ ਕਿਹਾ? ਮੈਂ ਤੁਹਾਨੂੰ ਕਿਹਾ ਤੁਸੀਂ ਛੱਡ ਦੋ ਲਵਾਰਸ। ਮਤਲਬ ਕਿ ਕੱਡਾ ਜਿਹੜਾ ਉਹ ਜਿਹਦੇ ਉੱਤੇ ਮਤਲਬ ਕਿ ਤੁਸੀਂ ਸਮਝੋ ਕਿ ਪਤਾ ਨਹੀਂ ਕੀ ਹੋਣ ਡਿਆ, ਉਹ ਨਾ ਖੁੱਲਿਆ ਉੱਥੇ ਬਹਿ ਕੇ ਜੋ ਮਰਜ਼ੀ ਕਰੀ ਜਾਓ। ਉਹ ਇਹ ਸਮਝਦੇ ਨੇ ਕਿ ਰਾਤ ਦੇ ਟਾਈਮ ਲੋਕੀ ਸੁੱਤੇ ਨੇ, ਨਾ ਤੇ ਉਹਨਾਂ ਨੂੰ ਕੋਈ ਪਤਾ, ਨਾ ਕੋਈ ਸੁਣਨ ਡਿਆ, ਨਾ ਕੋਈ ਜਾਗਣ ਡਿਆ, ਤੇ ਮੈਂ ਜੋ ਮਰਜ਼ੀ ਕਰੀ ਜਾਵਾਂ ਤੇ ਉਹ ਬੰਦੇ ਨੂੰ ਕੋਈ ਰੋਕਣ ਨਹੀਂ ਲੱਗਾ। ਹੁਣ ਪਤਾ ਕੀ ਰਿਹਾ, ਸਾਹਿਬ ਬਰਾੜ ਛੱਡ ਗਏ ਨੇ, ਮੀਰ ਸਲੀਮ ਸਾਹਿਬ ਇਹਦੀਆਂ ਹਰਕਤਾਂ ਦੀ ਵਜ੍ਹਾ ਨਾਲ ਬਰਾੜ ਛੱਡ ਗਏ ਨੇ। ਮੈਂ ਨਹੀਂ ਕਹਿੰਦਾ ਕਿ ਇਸ ਵਜ੍ਹਾ ਤੋਂ ਛੱਡ ਗਏ, ਇਹਦੀ ਵਜ੍ਹਾ ਨਾਲ ਮੈਂ ਛੱਡੀ ਹੈ, ਤੁਹਾਨੂੰ ਮੈਂ ਦੱਸ ਦਿੰਦਾ ਸਾਫ਼। ਬਿਲਕੁਲ ਵੀ ਨਹੀਂ ਤਾਹਿਰ ਭਾਈ, ਬਿਲਕੁਲ ਵੀ ਨਹੀਂ। ਇਹ ਸਲੀਮ ਭਾਈ ਦਾ ਨਾਮ ਨਾ ਲਓ ਯਾਰ, ਬਿਲਕੁਲ ਵੀ ਨਹੀਂ, ਗਲਤ ਇਹ ਚੀਜ਼ ਹੈ, ਬਹਿਸ ਨਹੀਂ। ਆਪਣਾ ਭਰਾ ਜਿਹੜਾ ਨਾ, ਅਸੀਂ ਆਪਣੇ ਭਰਾ ਜਿਹੜਾ ਨਾ ਆਪਣੇ ਦੇ ਕੱਪੜੇ ਲਾਉਣ ਲਈ ਜਿਹੜਾ ਨਾ ਬੜੇ ਇਸ ਟਾਈਮ ਜਿਹੜੇ ਨਾ ਐਕਟਿਵ ਹੋਏ ਆ। ਮੈਂ ਪਿਛਲੇ ਦਿਨਾਂ ਤੋਂ ਕੁਝ ਦੇਖ ਰਿਹਾ, ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਲੇਕਿਨ ਸਾਡੇ ਬਹੁਤ ਸਾਰੇ ਭਾਈ ਜਿਹੜੇ ਨੇ ਯਾਰ ਮੈਂ ਆ ਗਿਆ ਵਾਪਸ ਆਪਣੇ ਦੇ ਕੱਪੜੇ ਲਾਉਣ ਵਾਸਤੇ ਤੁਰੇ ਨੇ, ਤੇ ਬਾਕੀ ਮੈਂ ਮਾਜ਼ਰਤ ਚਾਹੁੰਦਾ। ਡੋਗਰ ਸਾਹਿਬ, ਤਾਹਿਰ ਸਾਹਿਬ ਰੁਕ ਜਾਓ। ਤਾਹਿਰ ਸਾਹਿਬ ਮੇਰੇ ਸਾਰੇ ਭਾਈ ਸੁਣ ਲਓ ਯਾਰ, ਇਸ ਟਾਈਮ ਨਾ ਮੈਂ ਅੱਗੇ ਵੀ ਰਿਕਵੈਸਟ ਕੀਤੀ ਹੈਗੀ ਹੈ ਕਿ ਜਿਹੜਾ ਸਾਨੂੰ ਰੌਲਾ ਪਾਉਣਾ ਚਾਹੀਦਾ ਹੈ ਉਹ ਬਹਿਰੀਨ ਦੀ ਗੁਸਤਾਖੀਆਂ ਤੇ ਆਮਨ ਨਜ਼ੀਰ ਦੀ ਗੁਸਤਾਖੀਆਂ ਤੇ ਗੱਲ ਕਰਨੀ ਚਾਹੀਦੀ ਹੈਗੀ ਹੈ। ਅਗਰ ਸਾਡੇ ਬੰਦੇ ਕਰ ਰਹੇ ਨੇ ਕੋਈ ਤੇ ਉਹਦੇ ਜਵਾਬ ਹੀ ਦੇ ਰਹੇ ਨਾ ਉਹਨਾਂ ਨੂੰ। ਹੁਣ ਬਾਇਸ਼ਪੀਲ ਆਮਨ ਨਜ਼ੀਰ ਕੁਝ ਬੋਲਦਾ ਤੇ ਵਾਪਸੀ ਨੂੰ ਮੈਂ ਗਾਲਾਂ ਕੱਢਾਂ, ਜਾਂ ਮੈਂ ਵਾਪਸੀ ਬਹਿਰੀਨ ਨੂੰ ਗਾਲਾਂ ਕੱਢਾਂ, ਜਿਵੇਂ ਹੁਣ ਮੈਨੂੰ ਕੱਢੀ ਤਾਂ ਉਹਨੇ ਵਾਪਸੀ ਮਸੀਹ ਅਲੈਹਿਸਲਾਮ ਕੱਢੀ, ਤੇ ਕੀ ਗੱਲ ਮੈਂ ਗਲਤ ਹੋ ਗਿਆ ਵਾਂ? ਠੀਕ ਹੈ ਨਾ?
ਇਸ ਵਜ੍ਹਾ ਨਾਲ ਇਹ ਤੇ ਅਸੀਂ, ਮੇਰਾ ਖਿਆਲ ਜਿੱਥੋਂ ਤੱਕ ਮੇਰੀ ਰਾਏ ਹੈਗੀ ਹੈ ਕਿ ਸਾਡਾ ਕੰਮ ਇਹ ਵੇ ਕਿ ਮੁਖਾਲਫੀਨ ਦਾ ਜਵਾਬ ਦਈਏ, ਨਾ ਕਿ ਅਸੀਂ ਆਪਣੇ ਬੰਦੇ ਨੂੰ ਫੜ ਕੇ ਇੱਥੇ ਡੰਡਾ ਫੇਰੀ ਜਾਈਏ ਨਾ। ਲੈ ਪਰ ਭਾਈ ਇਹੀ ਹੋ ਰਿਹਾ ਪਿਛਲੇ ਦਿਨਾਂ ਤੋਂ, ਇਹੀ ਹੋ ਰਿਹਾ ਕਿ ਆਪਣੇ ਬੰਦਿਆਂ ਦੇ ਜਨਾਬ ਲੱਗਿਆ ਨਾ ਉਹਨੂੰ ਨੰਗਿਆ ਕਰਨ, ਉਹਨੂੰ ਇੰਜ ਲੰਮਾ ਪਾ ਲਓ, ਉਹਨੂੰ ਇੰਜ ਕਰ ਦੇਣ। ਉਹ ਅੱਲਾ ਜੋ ਬੰਦੇ ਜੋ ਹੋਇਆ ਆਪਸ ਤੁਸੀਂ WhatsApp ਦੇ ਗਰੁੱਪ ਬਣਾਓ, ਜਿਹਨੂੰ ਜਿਹੜੀ ਚੀਜ਼ ਸਮਝਾਉਣੀ ਉੱਥੇ ਸਮਝਾਓ, ਯਾਰ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ ਲਈਏ, ਯਾਰ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ ਲਈਏ। ਇੱਥੇ ਤੁਸੀਂ ਹੁਣ ਸਟੀਕਰ ਲਾ ਕੇ ਆਪਣਾ ਬੈਠੇ ਹੋ, ਦੂਜੇ ਪਾਸੇ ਕੋ ਦੂਜਾ ਬਹਿ ਜਾਏਗਾ, ਇਹ ਕੋਈ ਇਸਲਾਹ ਨਹੀਂ ਹੈ। ਅਲੀ ਅਕਬਰ ਭਾਈ ਬਿਲਕੁਲ ਮੈਂ ਤੁਹਾਡੇ ਨਾਲ ਹੈਗਾ ਕਿ ਮਿਲ ਕੇ ਜਿਹੜਾ ਕੰਮ ਕਰਨਾ ਉਹ ਕਰੋ। ਸਾਹਿਬ ਤੁਸੀਂ ਉੱਥੇ ਵੀ ਕਿਹਾ ਕਰੋ ਨਾ, ਉੱਥੇ ਵੀ ਪਤਾ ਉੱਥੇ ਕਿਹੜੇ ਬੜੇ ਦੇ ਪੋਸਟਰ ਲੱਗੇ ਨੇ। ਮੈਂ ਇਹ ਵੀ ਰਾਏ ਦੇ ਦਿਆਂ ਤਾਂ ਕਿ ਅਗਰ ਮੈਂ ਇੱਕ ਪਾਸੇ ਗੱਲ ਕਰ, ਉੱਥੇ ਵੀ ਬੜੇ ਬੰਦਿਆਂ ਦੇ ਪੋਸਟਰ ਲੱਗਦੇ ਨੇ, ਔਰ ਤੁਸੀਂ ਉੱਥੇ ਮੇਰੇ ਖਿਆਲ ਨਹੀਂ ਤੁਹਾਨੂੰ ਬਲਕਿ ਜਾ ਕੇ ਇੱਕ ਦਿਨ ਮੈਂ ਕਿਹਾ ਸੀ, ਉਲਟਾ ਮੈਨੂੰ ਥੱਲੇ ਸੁੱਟ ਦਿੱਤਾ ਸੀ। ਮੈਂ ਨਹੀਂ ਸੁੱਟਿਆ ਕਿਸੇ ਨੂੰ, ਨਾ ਮੈਨੂੰ ਜ਼ਰੂਰਤ ਹੈ ਆਪਣਾ ਅਲੀ ਅਕਬਰ ਭਾਈ ਤੇ ਮੌਜੂਦ ਹੁੰਦੇ ਹੋ ਉੱਥੇ, ਆਪਣੇ ਬੰਦਿਆਂ ਦੇ ਬੜੇ ਪੋਸਟਰ ਲੱਗਦੇ ਨੇ ਸਰ। ਮੈਂ ਦੱਸ ਦਿੰਦਾ ਤੁਹਾਨੂੰ, ਤੁਹਾਡੀ ਮੇਰੀ ਲਾਸਟ ਟਾਈਮ ਜਿਹੜੀ ਗੱਲ ਹੋਈ ਸੀ ਨਾ, ਉਹ ਜਦੋਂ ਹਿਊਮਨਿਟੀ ਦਾ ਕੀ ਹੈ ਯਾਰ ਓਪਨ ਆਈ ਦਾ ਜਦੋਂ ਲੱਗਾ, ਉਦੋਂ ਤੁਸੀਂ ਗੱਲ ਕੀਤੀ ਸੀ ਨਾ, ਠੀਕ ਹੋ ਗਿਆ ਇਸ ਤਰ੍ਹਾਂ ਹੀ ਹੈ ਨਾ। ਉਸ ਤੋਂ ਪਹਿਲੇ ਹਾਜੀ ਦਾ ਵੀ ਲੱਗਾ ਪੋਸਟਰ, ਉੱਥੇ ਮੌਲਵੀ ਸਾਹਿਬ ਦਾ ਵੀ ਉੱਠ ਕੇ ਇੱਧਰ ਆਏ ਨਾ, ਉਹ ਮੇਰੀ ਜਾਨ ਉੱਥੇ ਹੀ ਸਾਰੇ ਉੱਠ ਕੇ, ਹਾਜੀ ਦੀ ਬਰਾੜ ਬੰਦ ਹੋਈ ਤੇ ਫਿਰ ਇੱਧਰ ਆਣਾ ਸ਼ੁਰੂ ਹੋ ਗਿਆ। ਬੈਠਣੇ ਤੇ ਸਾਰੇ ਪਹਿਲਾਂ ਹਾਜੀ ਕੋਲ ਹੀ ਸੀ ਨਾ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਸਾਹਿਬ ਤੁਸੀਂ ਗੱਲ ਨਹੀਂ ਸੁਣੀ, ਗੱਲ ਸੁਣ, ਮੈਂ ਸੁਣ ਲਈ ਹੈ ਨਾ, ਮੈਂ ਕਿਹਾ ਸੁਣ ਲਓ ਮੇਰੀ ਪੂਰੀ ਸੁਣ ਲਓ ਨਾ। ਮੈਂ ਆਖਰੀ ਗੱਲ ਅਲੀ ਅਕਬਰ ਭਾਈ ਮੁਕੰਮਲ ਨਹੀਂ ਸੀ ਹੋਇਆ, ਮੈਂ ਅਰਜ਼ ਇਹ ਕਰ ਰਿਹਾ ਸੀ ਕਿ ਉਸ ਬਰਾੜ ਦੇ ਉੱਤੇ ਜਦੋਂ ਆਪਣੇ ਬੰਦਿਆਂ ਦੇ ਪੋਸਟਰ ਲਾਏ ਜਾਂਦੇ ਨੇ, ਕਿਆ ਤੁਸੀਂ ਆਇਆ ਇਹ ਆਵਾਜ਼ ਉੱਥੇ ਵੀ ਬੁਲੰਦ ਕੀਤੀ ਹੈ, ਤੁਸੀਂ ਕਿਹਾ ਕਿ ਯਾਰ ਨਹੀਂ ਲਾਣੇ ਚਾਹੀਦੇ? ਇਹਨਾਂ ਸਵਾਲ ਅੱਲਾ ਸ਼ਾਹਿਦ ਕੀਤੀ, ਅੱਲਾ ਕੀਤਾ ਸ਼ਾਹਿਦ, ਅੱਲਾ ਸ਼ਾਹਿਦ ਕੀਤੀ, ਬਿਲਕੁਲ ਕੀਤੀ। ਸਿਰਫ ਸਵਾਇਆ ਜਦੋਂ ਹੋਣ ਲੱਗਾ ਹੁੰਦਾ, ਮੈਂ ਤਾਂ ਨਾਮ ਨਹੀਂ ਲੈਣਾ ਪਸੰਦ ਕਰਦਾ। ਮੈਂ ਤੁਹਾਨੂੰ ਅਲੀ ਅਕਬਰ ਉਦੋਂ ਵੀ ਕਿਹਾ ਸੀ, ਵਾਹਿਦ ਇਸ ਬੰਦੇ ਦੇ ਮੈਂ ਖਿਲਾਫ ਨਹੀਂ ਕਿਹਾ ਕਿ ਯਾਰ ਜੀ ਨਾ ਲਾਇਆ ਕਰੋ, ਠੀਕ ਹੈ। ਹੋਰ ਜਿਨ੍ਹਾਂ ਵੀ ਲਾਈ ਹੈ ਉਹਨੂੰ ਜ਼ਰੂਰ ਕਿਹਾ, ਇਹ ਨਹੀਂ ਕਿ ਮੈਂ ਬਰਾੜ ਲਾ ਕੇ ਕਹਾਂ ਉਹਨੂੰ ਕਿ ਵੀ ਮੈਂ ਬਰਾੜ ਲਾਈ ਤੇ ਮੈਂ ਉਹਨੂੰ ਸਮਝਾਉਣ ਲੱਗਾ, ਤੁਹਾਨੂੰ ਸਮਝਾਉਣਾ ਮੈਂ ਜ਼ਰੂਰ ਕਿਹਾ, ਮੈਂ PM ਤੇ ਜ਼ਰੂਰ ਉਹਨੂੰ ਕਿਹਾ। ਹੁਣ ਕਦੀ ਵੇਖਿਆ ਜੀ ਕਿਸੇ ਥਰਡ ਬੰਦੇ ਛੇਤੀ ਕਿਤੇ ਲੱਗੀ ਉੱਥੇ ਤੁਸੀਂ? ਹੁਣ ਤੇ 365 ਦਿਨ ਫਿਲਹਾਲ ਇਹੀ ਚੱਲਣਾ ਨਾ, ਫਿਲਹਾਲ ਤੇ ਹੁਕਮ ਲੱਗਦੀ ਨਹੀਂ ਲੱਗੀ ਵੇਖੀ ਕੋਈ ਇਹਦੀ ਭਾਈ ਜਾਨ, ਇਹੀ ਤਰਸ ਕਰ ਰਿਹਾ ਕਿ ਫਿਲਹਾਲ ਤੇ 365 ਦਿਨ ਵੇਟ ਕਰਨਾ ਪਏਗਾ ਨਾ। ਉਹ ਤੋਂ ਮਜ਼ੀਦ ਸਫਾਈ ਦੇਣ ਦੀ ਬਾਰੇ ਮੈਂ ਇਸ ਚੀਜ਼ ਨੂੰ ਅੱਲਾਹ ਤਾਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਨਾ ਕਿ ਮੈਂ ਜ਼ਰੂਰ ਰੋਕਿਆ। ਹਾਂਜੀ, ਫਰਕ ਸਿਰਫ ਇੰਨਾ ਹੈਗਾ ਕਿ ਅਸੀਂ ਸਾਰੇ ਨੇ ਕਹਿੰਦੇ ਆ ਕਿ ਯਾਰ ਖੁਦਾ ਦੇ ਬੰਦਿਓ, ਤੁਸੀਂ ਜਦੋਂ ਕੋਈ ਆਪਸ ਚ ਨਾ ਇੱਥੇ ਉੱਥੇ ਸਭ ਤੋਂ ਪਹਿਲੇ ਜਿਹੜਾ ਪੋਸਟਰ ਦੇਖਿਆ ਸੀ ਨਾ, ਉਹ ਹਾਜੀ ਸਾਹਿਬ ਦੇ ਖਿਲਾਫ ਸੀ। ਠੀਕ ਹੈ, ਨਹੀਂ ਲੱਗਾ ਇਹ ਗਲਤ ਕਹਿ ਰਿਹਾ ਅਲੀ ਅਕਬਰ, ਨਹੀਂ ਲੱਗਾ ਹਾਜੀ ਦੇ ਖਿਲਾਫ। ਇਸ ਚੀਜ਼ ਤੇ ਤੂੰ ਪਿਛਲਾ ਵੀ ਮੇਰੇ ਨਾਲ ਗੱਲ ਕੀਤੀ, ਮੈਂ ਹਾਜੀ ਨੂੰ ਪੁੱਛਿਆ ਫਿਰ ਜਾ ਕੇ, ਮੈਂ ਕਿਹਾ ਯਾਰ ਮੈਂ ਸਾਰਾ ਟਾਈਮ ਨਹੀਂ ਸੁਣਦਾ ਲੱਗਾ ਤੇਰੇ, ਉਹਨੇ ਕਿਹਾ ਮੈਂ ਨਹੀਂ ਵੇਖਿਆ ਨਾ, ਮੇਰੇ ਇਲਮ ਚ ਵੀ ਨਹੀਂ ਲੱਗਾ। ਹਾਜੀ ਤੁਹਾਨੂੰ ਹੁਣੇ ਬੁਲਾ ਲਓ, ਇੱਥੇ ਆ ਕੇ ਤੁਹਾਡੇ ਸਾਹਮਣੇ ਕਹਿ ਦੇਣਗੇ ਲੱਗਾ ਸੀ। ਪਰ ਮੈਂ ਤੇ ਇਸ ਚੀਜ਼ ਦੇ ਬਾਰੇ ਮੈਂ ਜਿਹੜਾ ਜਿਸ ਤਰ੍ਹਾਂ ਜੋ ਆਪਣੇ ਡਾਕਟਰ ਸਾਹਿਬ ਮੈਨੂੰ ਉਹਨਾਂ ਸਕਰੀਨਸ਼ਾਟ ਭੇਜਿਆ ਸਾਹਿਬ ਨੇ, ਉਹਨਾਂ ਤੇ ਲੱਗਾ ਸੀ ਜਾਂਦੇ ਧੰਨਵਾਦ ਤੇ ਲਾ ਕੇ ਗਲਤ ਕੀਤਾ ਲੱਗਾ ਹਾਜੀ, ਗਲਤ ਲੱਗਾ। ਮੈਂ ਸਾਰਿਆਂ ਵਿੱਚ ਬੈਠ ਕੇ ਗਲਤ ਲੱਗਾ ਹਾਜੀ ਦਾ ਲੱਗਾ। ਮੈਂ ਇਸ ਪੋਸਟਰ ਦੇ ਖਿਲਾਫ ਆ, ਸੁਣ ਲਓ, ਜਿਹੜਾ ਪੋਸਟਰ ਤਾਹਿਰ ਸਾਹਿਬ ਨੇ ਲਾਇਆ ਮੈਂ ਇਹਦੇ ਵੀ ਖਿਲਾਫ ਆ, ਜਿਹੜੇ ਉਹ ਲਾਉਂਦੇ ਨੇ ਮੈਂ ਉਹਦੇ ਵੀ ਖਿਲਾਫ ਆ। ਆਪਣੇ ਬੰਦਿਆਂ ਦੇ ਖਿਲਾਫ ਪੋਸਟਰ ਨਹੀਂ ਲਾਣਾ ਚਾਹੀਦਾ। ਲਿਹਾਜ਼ਾ ਜਿਹੜੇ ਬੰਦੇ ਆ ਕੇ ਇੱਥੇ ਕਹਿ ਰਹੇ ਨੇ ਕਿ ਭਾਈ ਜੀ ਤੁਸੀਂ ਇਹ ਨਾ ਲਾਓ, ਉਹਨਾਂ ਬੰਦਿਆਂ ਨੂੰ ਚਾਹੀਦਾ ਉੱਥੇ ਵੀ ਕਿਆ ਕਰਨ, ਬਾਈਕਾਟ ਕਰਿਆ ਕਰਨ ਨਾ। ਤੇ ਦੂਸਰਾ ਇਹ ਵੇ ਕਿ ਸਾਨੂੰ ਜ਼ਿਆਦਾਤਰ ਕੋਸ਼ਿਸ਼ ਕਰਨੀ ਚਾਹੀਦੀ ਕਿ ਅਸੀਂ ਮੁਖਾਲਫੀਨ ਦੇ ਪੋਸਟਰ ਲਾਇਆ, ਅਗਰ ਲਾਣੇ ਹੈਗੇ ਨੇ ਪੋਸਟਰ ਤੇ ਮੁਖਾਲਫੀਨ ਦੇ ਲਾਈਏ, ਅਸੀਂ ਉਹਨਾਂ ਨੂੰ ਜਵਾਬ ਦੇਈਆ ਕਰੀਏ, ਨਾ ਕਿ ਅਸੀਂ ਇੱਥੇ ਇੱਕ ਦੂਜੇ ਦੇ ਆਪਣੇ ਨੇ ਫੋਟੋਆਂ ਲਾ ਕੇ ਬਹਿ ਜਾਈਏ ਤੇ ਅਸੀਂ ਇੱਕ ਮੁਕਾਬਲੇਬਾਜ਼ੀ ਚੱਲ ਪੈਂਦੀ ਹੈ। ਔਰ ਇਹ ਮੁਕਾਬਲੇ ਇਹ ਜ਼ਿਹਨ ਦੀ ਅਕਾਸੀ ਕਰਦੀ ਹੈਗੀ ਕਿ ਬੰਦੇ ਦਾ ਕਿੰਨਾ ਸਾਰਾ ਜ਼ਿਹਨ ਹੈਗਾ। ਬਿਲਕੁਲ ਗਲਤ ਗੱਲ ਹੈ, ਬਿਲਕੁਲ ਗਲਤ ਗੱਲ ਹੈ। ਤੁਸੀਂ ਕਮੈਂਟਸ ਐਵੇਂ ਪਾਸ ਕਰ ਜੇ 1122 ਦੇ ਉੱਤੇ ਹੁਣ ਕਮੈਂਟਸ ਪਾਸ ਕਰ ਦਿੱਤੇ, ਨਹੀਂ ਕਰਨਾ ਚਾਹੀਦੇ। ਅਗਰ ਉਹ ਹੈ ਸਮਝਦੇ ਉਹਨੂੰ PM ਚ ਕਰੋ। ਉਹ ਕਹਿੰਦਾ ਨਾ ਆਪਣੇ ਆਪ ਨੂੰ ਕਿ ਤੁਸੀਂ ਮੇਰੇ ਨਾਲ ਬਿਹਤਰ ਜਾਣਦੇ ਹੋ ਉਸ ਬੰਦੇ ਨੂੰ, ਮੈਂ ਨਹੀਂ ਇੰਨਾ ਜਾਣਦਾ। ਮੈਂ ਕਹਿੰਦਾ ਕਿ ਆਪਸ ਇਸ ਤਰ੍ਹਾਂ ਓਪਨ ਨਾ ਫਤਵੇਬਾਜ਼ੀਆਂ ਤੁਸੀਂ ਕਰੋ, ਮੈਂ ਸਾਰਿਆਂ ਨੂੰ ਕਹਿੰਦਾ। ਤੇ ਬਾਕੀ ਇੱਕ ਸਫੀ ਭਾਈ ਮਾਦਰਤ ਮੈਂ ਆਖਰੀ ਗੱਲ ਕਰਨਾ, ਤੇ ਬਾਕੀ ਭਾਈ ਜਾਨ ਮੈਂ ਸਫੀਆਬਾਜੀ ਦਾ ਉਦੋਂ ਇੱਥੇ ਆਣ ਕੇ ਵੀ ਕਿਹਾ ਸੀ, ਆਪਣਾ ਤਾਹਿਰ ਭਾਈ ਨੂੰ ਵੀ ਨਹੀਂ ਲਾਣੀ, ਉਧਰ ਵੀ ਮੈਂ ਕਿਹਾ, ਦੋਨਾਂ ਪਾਸੇ ਮੈਂ ਕਿਹਾ ਕਿ ਯਾਰ ਖਤੂਨ ਨੇ ਛੱਡੋ, ਉਹਨੂੰ ਰਹਿਣ ਦਿਓ, ਜੋ ਵੀ ਕਰਦੀ ਕਰਨ ਦਿਓ ਜੀ। ਮੇਰੀ ਗੱਲ ਖਤਮ। ਮੈਂ ਸਫੀ ਭਾਈ ਜਜ਼ਾਕੱਲਾ ਵੇਖ ਕੇ ਇਹ ਕਵਾਂਗਾ ਕਿ ਠੀਕ ਆ, ਹੋ ਜਾਂਦੀਆਂ ਨੇ ਗੱਲਾਂ, ਲੇਕਿਨ ਅਲੀ ਅਕਬਰ ਸਾਹਿਬ ਨੂੰ ਪਤਾ ਹੈ ਕੱਲ ਪਰਸੋਂ ਇਹ ਗਏ ਸੀਗੇ, ਕਿਸੇ ਨੇ ਵੀ ਕੁਛ ਨਹੀਂ ਕਿਹਾ ਸੀ, ਲੇਕਿਨ ਉਹ ਜਿਹੜਾ ਸ਼ਹਿਨशाह ਹੈਗਾ ਇਹ ਮਲਕ ਜਿਹੜਾ ਉਹ ਹੈ ਕਾਲਾ, ਉਹ ਕਿੰਨੀ ਗੰਦੀਆਂ ਗਾਲਾਂ ਕੱਢ ਰਿਹਾ ਸੀ, ਕਿੰਨੀ ਗੰਦੀ ਸ਼ਾਇਰੀ ਕਰ ਰਿਹਾ ਸੀ। ਉਹ ਅਲੀ ਅਕਬਰ ਸਾਹਿਬ ਨਾ ਉੱਥੇ ਬੈਠਾ ਹੋਇਆ ਸੀ ਆਮਰ ਨਜ਼ੀਰ ਨਾ,
ਉਹ ਕੋਈ ਕਰੇ ਜਾਂ ਨਾ ਕਰੇ ਯਾਰ, ਉਹਨਾਂ ਨੇ ਅੱਜ ਕੱਲ੍ਹ ਇਹ ਕੰਮ ਪਕੜਿਆ ਹੋਇਆ ਹੈ, ਉਹਨਾਂ ਨੇ ਇਹ ਕਰਦੇ ਰਹਿਣਾ ਹੈ। ਤੁਹਾਨੂੰ ਪਤਾ ਹੈ ਕਿ ਉਹ ਹੈ ਹੁਣ ਰਾਓ ਨਹੀਂ ਮੇ ਆ ਕੇ ਗਾਲਾਂ ਕੱਢ ਜਾਂਦਾ ਹੈ, ਕਦੀ ਕੋਈ ਨਾਮ, ਕਦੀ ਕੋਈ ਗੱਲ, ਕਦੀ ਕੋਈ ਗੱਲ। ਹੁਣ ਅਸੀਂ ਇਹ ਆਖੀਏ ਕਿ ਯਾਰ ਇਹ ਕਿਸੇ ਦੀ ਰਿਟੈਲੀਏਸ਼ਨ ਦੇ ਵਿੱਚ ਇਹ ਕਰ ਰਹੇ ਨੇ, ਨਹੀਂ ਯਾਰ। ਇਹ ਹੁਣ ਬਹਿਰੀਨ ਹੈਗਾ ਏ, ਇਹ ਠੀਕ ਹੈ, ਇਹ ਭੱਟ ਸਾਹਿਬ ਦੀ ਇੱਕ ਬਹੁਤ ਵੱਡੀ ਮਤਲਬ ਕਿ ਇੱਕ ਉਹਨਾਂ ਦੀ ਜਿਹੜਾ ਉਹਨਾਂ ਨੇ ਟਰਸਟ ਕੀਤਾ, ਇੱਕ ਭਰਾ ਬਣਾਇਆ, ਬੜੀ ਵੱਡੀ ਬੇਵਕੂਫੀ ਹੈ ਮੈਂ ਸਮਝਦਾ। ਮੈਂ ਆਨਲਾਈਨ ਕਹਿ ਰਿਹਾ ਹੈਗਾ ਕਿ ਯਾਰ ਉਹ ਨਾ ਬਹੁਤ ਸਮਝਦੇ ਸੀਗੇ ਕਿ ਬੜੇ ਜ਼ੀਰਕ ਨੇ, ਬੜੇ ਅਕਲਮੰਦ ਨੇ, ਲੇਕਿਨ ਉਹਨਾਂ ਨੇ ਬਹੁਤ ਵੱਡਾ ਧੋਖਾ ਖਾਇਆ ਹੈ। ਇਹ ਬਹਿਰੀਨ ਦੇ ਹੱਥੋਂ ਖਾਇਆ ਹੈ ਉਹਨਾਂ ਨੇ, ਠੀਕ ਹੈ। ਉਹਨਾਂ ਦਾ ਪਰਸਨਲ ਮੈਟਰ ਹੁਣ ਹੋ ਗਿਆ ਹੈ ਉਹਦੇ ਨਾਲ, ਬਹਿਰੀਨ ਦੇ ਨਾਲ, ਠੀਕ ਹੈ। ਬਹਿਰੀਨ ਜਿਹੜਾ ਹੈ ਇੱਕ ਗੁਸਤਾਖ ਹੈਗਾ ਹੈ, ਇੱਕ ਰਾਫਜ਼ੀ ਇਨਸਾਨ ਹੈ। ਇਹ ਤਾਂ ਖੁਲਫਾ ਨੂੰ ਗਾਲਾਂ ਕੱਢਦਾ ਰਿਹਾ ਹੈ, ਇਹ ਤੇ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰੇ ਵਿੱਚ ਉਲਟਾ ਸਿੱਧਾ ਬੋਲਦਾ ਰਿਹਾ ਹੈ, ਠੀਕ ਹੈ। ਤੇ ਅਗਰ ਅਸੀਂ ਇਹ ਹੁਣ ਤੁਸੀਂ ਜਿਹੜਾ ਪੋਸਟਰ ਲਾਇਆ ਹੈ, ਇਹ ਤਾਂ ਅਸੀਂ ਬਹਿਰੀਨ ਨੂੰ ਹੀ ਪ੍ਰਮੋਟ ਕਰ ਰਹੇ ਹਾਂ ਨਾ ਬੇਸਿਕਲੀ। ਇਹਦੇ ਚ ਨਾਸਰ ਭੱਟ ਸਾਹਿਬ ਦਾ ਤਾਂ ਕੋਈ ਮਤਲਬ, ਮੈਂ ਉਹਨੂੰ ਭਰਾ ਨੇ ਮੇਰੇ, ਲੇਕਿਨ ਮੈਂ ਇਖਤਲਾਫ ਆਪਣੀ ਜਗ੍ਹਾ ਤੇ। ਲੇਕਿਨ ਇਹਦੇ ਚ ਨਾਸਰ ਭੱਟ ਸਾਹਿਬ ਨੂੰ ਕੀ ਤਕਲੀਫ ਹੋ ਰਹੀ ਹੈ, ਕੀ ਮਸਲਾ ਬਣ ਰਿਹਾ? ਕੁਝ ਵੀ ਨਹੀਂ ਮਸਲਾ ਬਣ ਰਿਹਾ। ਇਹ ਤਾਂ ਤੁਸੀਂ ਬੇਸਿਕਲੀ, ਮੈਂ ਸਾਫ਼ ਕਹਾਂਗਾ ਕਿ ਤੁਸੀਂ ਅਹਿਮਦੀਆਂ ਦੀ ਦਿਲ ਆਜ਼ਾਰੀ ਕਰ ਰਹੇ ਹੋ। ਇਹ ਉਹ ਬਹਿਰੀਨ ਦੇ ਅਲਫਾਜ਼ ਸਾਨੂੰ ਵਿਖਾ ਕੇ। ਚਲੋ ਜੋ ਕੋਈ ਨਾਸਰ ਭੱਟ ਨੇ ਲਾਇਆ ਫਿਰ ਉਹ ਲਾ ਦਿੰਦੇ ਆ। ਤੁਸੀਂ ਦੇਖੋ ਨਾ, ਉਹ ਤੁਸੀਂ ਉਹ ਲਾ ਦਿਓ, ਉਹਦਾ ਕੋਈ ਚੱਕਰ ਨਹੀਂ। ਲੇਕਿਨ ਦੱਸਾਂ ਕਿ ਹੁਣ ਇਹ ਅਲਫਾਜ਼ ਤੇ ਬਹਿਰੀਨ ਦੇ ਨੇ ਨਾ, ਅਸੀਂ ਅਗਰ ਪੜ੍ਹ ਰਹੇ ਹਾਂ ਤੇ ਬਹਿਰੀਨ ਨੇ ਆਪਣੀ ਸੋਚ ਲਿਖੀ ਹੈ ਨਾ, ਠੀਕ ਹੈ। ਤੇ ਅਸੀਂ ਉਹਦਾ ਵਿਖਾ ਕੇ ਅਸੀਂ ਉਹਨੇ ਚਲੋ ਕੱਲ ਰਾਤੀ ਲਾਇਆ, ਜਦੋਂ ਵੀ ਲਾਇਆ, ਇਹ ਹੁਣ ਅਸੀਂ ਵੀ ਬੈਠੇ ਹਾਂ, ਅਸੀਂ ਵੀ ਇਹੀ ਪੜ੍ਹੀ ਜਾ ਰਹੇ ਹਾਂ। ਬਾਕੀ ਉਹ ਬਕਵਾਸ ਤੇ ਯਾਰ ਅਤਾਰ ਭਾਈ ਬਹੁਤ ਜ਼ਿਆਦਾ ਕਰਦੇ ਨੇ। ਉਹ ਕੋਈ ਉਹਨਾਂ ਨੂੰ ਕੁਝ ਕਵੇ ਨਾ ਕਵੇ, ਉਹ ਬਾਜ਼ ਹੀ ਨਹੀਂ ਆਉਂਦੇ। ਇਹ ਅਲੀ ਅਕਬਰ ਸਾਹਿਬ ਬੈਠੇ ਸਨ ਉੱਥੇ, ਉਹ ਕਹਿ ਰਿਹਾ ਸੀ ਮੇਰੀ ਸਵੀਟ ਡਿਸ਼ ਹੈ, ਮੇਰੀ ਸਵੀਟ ਡਿਸ਼ ਹੈ। ਉਹ ਕਿੰਨੀਆਂ ਗੰਦੀਆਂ ਗਾਲਾਂ ਕੱਢ ਰਿਹਾ ਸੀਗਾ ਮਲਕ, ਉਹ ਜਿਹੜਾ ਸ਼ਹਿਨਸ਼ਾਹ ਕੈਸਰ ਹੈਗਾ ਬਿਲਾ ਵਜ੍ਹਾ ਹੀ। ਤੇ ਇਹ ਬਈ ਉਹ ਇਹਨਾਂ ਨੇ ਤਾਂ ਹੁਣ ਆਮਰ ਵਜ਼ੀਰ ਗੰਦੀਆਂ ਗਾਲਾਂ, ਉਸ ਦਿਨ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਨੂੰ, ਇਦਾਂ ਤਲਬ ਨਸਰ ਅਲ ਅਜ਼ੀਜ਼ ਦੀ ਕੋਈ ਫੇਕ ਆਡੀਓ ਬਣਾ ਕੇ ਕਿੰਨੀਆਂ ਗੰਦੀਆਂ ਗਾਲਾਂ ਕੱਢ ਰਿਹਾ ਸੀ ਯਾਰ ਉਹ ਬੰਦਾ। ਇਹ ਲਾਓ ਤੁਸੀਂ, ਠੀਕ ਆ, ਕਹੋ ਕਿ ਯਾਰ ਨਾਸਰ ਭੱਟ ਸਾਹਿਬ, ਪਰ ਇਹ ਜਿਹੜਾ ਆਮਰ ਖੰਜ਼ੀਰ ਹੈ ਨਾ ਯਾਰ, ਆਮਰ ਖੰਜ਼ੀਰ ਤੱਕ ਮੈਂ ਗੱਲ ਕਰ ਰਿਹਾ, ਇਹਦੇ ਨਾਲ ਬਿਲਕੁਲ ਸਹੀ ਹੋ ਰਿਹਾ ਹੈ ਯਾਰ। ਇਹਦੇ ਨਾਲ ਬਿਲਕੁਲ ਐਵੇਂ ਹੀ ਕਰਨਾ ਚਾਹੀਦਾ ਹੈ ਸਾਨੂੰ, ਇਸ ਲਈ ਕਿ ਬਹੁਤ ਗੰਦਾ ਇਨਸਾਨ ਹੈ। ਇਹਨੇ ਇੱਕ ਫੇਕ ਆਡੀਓ ਬਣਾਈ, ਉਸ ਤੋਂ ਬਾਅਦ ਇਹ ਗੰਦੀਆਂ ਗਾਲਾਂ ਕੱਢ ਰਿਹਾ ਸੀ ਯਾਰ ਮਿਰਜ਼ਾ ਸਾਹਿਬ ਨੂੰ, ਗੰਦੀਆਂ ਗਾਲਾਂ। ਅੱਛਾ ਜੀ, ਇਹ ਜਿਹੜਾ ਨਾਸਰ ਭੱਟ ਲਾ ਕੇ ਬੈਠਾ, ਇਹ ਠੀਕ ਕਰਨ ਡਿਆ ਨਾਸਰ ਭੱਟ ਯਾਰ? ਇਹ ਮੈਂ ਕਹਿ ਰਿਹਾ ਕਿ ਫੋਟੋ ਲੱਗੀ ਹੈ ਤੇ ਉਹ ਕੀ ਕਰਨਗੇ? ਉਹਨਾਂ ਕੋ ਕੀ ਚਾਹੇਗਾ? ਨਾਸਰ ਭੱਟ ਵੀ ਉਹ ਸਹੀ ਗੱਲ ਕਰਨਗੇ ਅਗਰ ਇਹ ਐਸਾ ਕੰਮ ਕਰੇਗਾ ਤੇ। ਇਹ ਕਿਸੇ ਦੀ ਫੋਟੋ ਵਿਗਾੜ ਕੇ ਜੀ 365 ਦਿਨ ਦੇ ਰਹਿ ਗਏ ਨੇ, 364 ਦਿਨ ਰਹਿ ਗਏ ਨੇ, 343 ਦਿਨ ਰਹਿ ਗਏ ਨੇ। ਤੁਸੀਂ ਅਖਲਾਕੀ ਇਹ ਕਿਹੜੇ ਮੁਅੱਜ਼ਮ ਮਾਸ਼ਰੇ ਚ ਯਾਰ ਜਮਾਤ ਅਹਿਮਦੀ ਹੈ, ਇਹ ਤਰੀਕ ਗੱਲ ਸੁਣ ਲਓ। ਅਸੀਂ ਮੈਂ ਆਇਆ ਡਾਕਟਰ ਸਾਹਿਬ ਗੱਲ ਨੂੰ ਸਮਝੀਦਾ, ਆਖਰ ਮੁਖਾਲਫਿਨ ਨੂੰ ਮੌਕਾ ਦਿੱਤਾ ਜਾਂਦਾ ਤਾਂ ਹੀ ਉਹ ਇਹ ਗੱਲਾਂ ਕਰਦੇ ਨੇ। ਮੇਰੀ ਹੁਣ ਗੱਲ ਤਾਂ ਸੁਣ ਲਓ। ਮੈਂ ਕਹਿ ਰਿਹਾ ਅਗਰ ਅਖਲਾਕੀ ਤੌਰ ਤੇ ਅਸੀਂ ਵੇਖੀਏ ਤੇ ਨਹੀਂ ਠੀਕ, ਅਗਰ ਅਸੀਂ ਅਖਲਾਕੀ ਤੌਰ ਤੇ ਵੇਖੀਏ। ਲੇਕਿਨ ਅਗਲਾ ਜਿਹੜਾ ਬੰਦਾ ਹੈ ਆਮਰ, ਇਹਦੀਆਂ ਅਗਰ ਅਸੀਂ ਹਰਕਤ ਵੇਖੀਏ, ਹੁਣ ਅਲੀ ਅਕਬਰ ਸਾਹਿਬ ਨੇ ਪਹਿਲਾਂ ਹੀ ਇਹ ਗੱਲ ਕੀਤੀ ਹੈ ਕਿ ਅਗਰ ਇਹ ਬੰਦਾ ਉੱਥੇ ਬੈਠਾ ਕੋਈ ਬਦਤਮੀਜ਼ੀ ਕਰ ਰਿਹਾ ਹੈ, ਗਲਤ ਗੱਲਾਂ ਕਰ ਰਿਹਾ ਹੈ, ਤੇ ਇਹਨੂੰ ਮੈਂ ਜਾ ਕੇ ਜਵਾਬ ਦਿੰਨਾ, ਤੇ ਉਹ ਮੇਰਾ ਜਵਾਬ ਕੀ ਕਹਿੰਦਾ? ਮੇਰਾ ਗਲਤ ਕੰਮ ਹੈ। ਉਹ ਅਲੀ ਅਕਬਰ ਸਾਹਿਬ ਦਾ ਗਲਤ ਕੰਮ ਨਹੀਂ ਹੈਗਾ, ਉਹ ਬੰਦਾ ਪਹਿਲਾਂ ਬਕਵਾਸ ਕਰ ਰਿਹਾ ਹੈ। ਮੈਂ ਇਹ ਕਹਿ ਰਿਹਾ ਕਿ ਅਗਰ ਅਸੀਂ ਅਖਲਾਕੀ ਤੌਰ ਤੇ ਵੇਖੀਏ ਤਾਰ ਸਾਹਿਬ ਤੇ ਗਲਤ ਅਮਲ ਹੈਗਾ, ਲੇਕਿਨ ਅਗਰ ਅਸੀਂ ਇਸ ਬੰਦੇ ਦੇ ਕਰਤੂਤ ਵੇਖੀਏ ਆਮਰ ਨਜ਼ੀਰ ਦੇ, ਤੇ ਇਹਦੇ ਕਰਤੂਤ ਇੰਤਹਾਈ ਗੰਦੇ ਨੇ ਯਾਰ। ਮੈਂ ਪਰਸੋਂ ਦੀ ਗੱਲ ਹੈ, ਇਹਨੇ ਆਡੀਓ ਲਾ ਕੇ, ਆਡੀਓ ਅਲੱਗਾ, ਉਹਦੇ ਚ ਤੁਹਾਨੂੰ ਪਤਾ ਹੈ ਕਿ ਕੀ ਕਹਿ ਰਿਹਾ ਸੀਗਾ ਮਿਰਜ਼ਾ ਸਾਹਿਬ ਨੂੰ, ਕਿ ਹਮ ਸੂअर हैं, हम ऐसे हैं, हम ऐसे हैं। ਇਹਨੇ ਫਿਰ ਅੱਛਾ ਉਹ ਆਡੀਓ ਅਲੱਗਾ, ਮੁਖਾਲਫਿਨ ਤਾਂ ਬੜਾ ਕੁਝ ਕਹਿੰਦੇ ਨੇ ਆਪਣੇ। ਇਸ ਫਿਰ ਅਸੀਂ ਵੀ ਤਾਂ ਉਹਨਾਂ ਦੇ ਮੁਖਾਲਫ ਹੀ ਹੈ ਨਾ, ਅਸੀਂ ਕਿਹੜਾ ਉਹਨਾਂ ਦੇ ਦੋਸਤ ਹਾਂ ਯਾਰ। ਅਰਫਾਨ ਜੱਟ ਸਾਹਿਬ ਮਿਊਟ ਲਾਇਓ ਯਾਰ, ਤੁਹਾਡੇ ਪਿੱਛੇ ਸ਼ੋਰ ਆ। ਅਰਫਾਨ ਜੱਟ ਸਾਹਿਬ, ਅਸੀਂ ਵੀ ਤਾਂ ਉਹਨਾਂ ਦੇ ਮੁਖਾਲਫ ਹੀ ਹੈ ਨਾ। ਹੁਣ ਇਹ ਤਾਂ ਨਹੀਂ ਹੈਗਾ ਕਿ ਹੁਣ ਅਸੀਂ ਇਹ ਬੰਦਾ, ਇਹਨੇ ਆਡੀਓ ਅਲੱਗਾ ਲਾਈ, ਫਿਰ ਉਸ ਤੋਂ ਬਾਅਦ ਇਹਨੇ ਉਹ ਗੰਦੀ ਗਾਲ ਕੱਢੀ ਸਾਨੂੰ ਸਾਰਿਆਂ ਨੂੰ। ਤੇ ਮਿਰਜ਼ਾ ਸਾਹਿਬ, ਮੈਂ ਸਾਨੂੰ ਸਾਰਿਆਂ ਨੂੰ ਛੱਡੋ ਤੁਸੀਂ, ਲੇਕਿਨ ਜੋ ਇਹਨੇ ਮਿਰਜ਼ਾ ਸਾਹਿਬ ਨੂੰ ਗੰਦੀਆਂ ਗਾਲਾਂ ਉੱਥੇ ਬਹਿ ਕੇ ਕੱਢੀਆਂ ਨੇ, ਤੋਬਾ ਯਾਰ। ਗੱਲ ਦੱਸਾਂ ਕਿੰਨੀ ਹੋਈ ਜਿਹਦੀ ਮੈਨੂੰ ਪਤਾ ਲੱਗੀ। ਗੱਲ ਇੰਝ ਹੋਈ ਸੀ ਕਿ ਇਹ ਕਿਧਰੇ ਕਹਿੰਦਾ ਸੀ ਬਹਿਰੇਨ ਕਿ ਮੈਂ ਜੀ ਮੁਗਲ ਬਰਲਾਸ ਹੈਗਾ ਵਾ, ਮੈਂ ਮੁਗਲ ਬਰਲਾਸ ਹੈਗਾ ਵਾ। ਤੇ ਬਾਰ ਸਾਹਿਬ ਨੇ ਅੱਗੋਂ ਨੂੰ ਇਹ ਕਿਹਾ ਹੈਗਾ ਕਿ ਇਹ ਮੁਗਲ ਬਰਲਾਸ ਨਹੀਂ ਗਏ ਤੇ ਜੁਲਾਇਆ ਹੈ ਕੋਈ, ਠੀਕ ਹੈ। ਤੇ ਉਹਨੇ ਜਾ ਕੇ ਇਹ ਪੋਸਟਰ ਲਾ ਦਿੱਤਾ ਹੈਗਾ ਉੱਥੇ ਮਸੀਹ ਲੈ ਕੇ, ਅਗਰ ਇਹ ਜੁਲਾਇਆ ਤੇ ਮਿਰਜ਼ਾ ਸਾਹਿਬ ਵੀ ਜੁਲਾਏ ਨੇ। ਇਹ ਗੱਲ ਹੈ, ਅਸਲ ਚ ਮੇਨ ਮੁੱਦਾ ਇਹ ਹੈਗਾ।
ਬੱਟ ਸਾਹਿਬ ਨੇ ਗਲਤ ਹਰਕਤ ਕੀਤੀ, ਬੱਟ ਸਾਹਿਬ ਨੇ ਧੋਖਾ ਖਾਦਾ ਹੈ, ਬੱਟ ਸਾਹਿਬ ਨੇ ਬਹਿਰੀਨ ਨੂੰ ਆਪਣਾ ਯਾਰ ਬਣਾ ਕੇ ਆਪਣੀ ਗੋਦੀ ਵਿੱਚ ਬਿਠਾ ਕੇ ਉਹਨੂੰ ਰੱਖਿਆ ਹੈ, ਲੇਕਿਨ ਬੱਟ ਸਾਹਿਬ ਨੇ ਬਹੁਤ ਗਲਤ ਹਰਕਤ ਕੀਤੀ ਹੈ। ਮੈਂ ਤਾਂ ਕਹਿੰਦਾ ਇਸ ਚੀਜ਼ ਨੂੰ ਇਸ ਟਾਈਮ ਜਿਹੜਾ ਮੇਨ ਮੁੱਦਾ ਹੈ, ਜਿੱਥੋਂ ਮੈਂ ਦੇਖੋ ਲਾਈਵ ਗੱਲ ਕਰਦੇ ਨਾ, ਲੋਕੀ ਬਾਅਦ ਚ ਹੁਣ ਕਹਿੰਦੇ ਨਾ ਕਰਿਆ ਕਰ ਗੱਲ, ਮੇਨ ਇਹਦੀ ਜ਼ਾਤੀ ਅਸਲ ਚ ਲੜਾਈ ਵੇ, ਉਹ ਛੱਡ ਗਿਆ ਦੋਸਤੀ, ਤੇ ਇਹਨਾਂ ਨੂੰ ਮਸਲਾ ਇਹ ਵੇ ਕਿ ਯਾਰ ਸਾਡੇ ਨਾਲ ਬਹਿੰਦਾ ਸੀ ਸਾਨੂੰ ਛੱਡ ਗਿਆ, ਉਹ ਅਨਾਦ ਮਸਲੇ ਬਣ ਗਏ ਨੇ, ਠੀਕ ਹੈ। ਤੇ ਅਨਾਦ ਦੇ ਮਸਲੇ ਮੇਰੇ ਖਿਆਲ ਸਾਡੀ ਸਾਈਡ ਨੂੰ ਚਾਹੀਦਾ ਕਿ ਉਹਦਾ ਜ਼ਿਕਰ ਖੈਰ ਹੀ ਨਾ ਕਰਿਆ ਕਰਨ ਬਹਿਰੇਨ ਦਾ, ਨਾ ਉਹਦੇ ਉੱਤੇ ਕਿਸੇ ਕਿਸਮ ਦਾ ਕੋਈ ਗੱਲ ਨਾ ਕਰਨ, ਉਹਨੂੰ ਭੌਂਕਣ ਭੇਜੋ ਉਸ ਬੰਦੇ ਨੂੰ। ਤੇ ਅਸੀਂ ਉਹਨੂੰ ਜਾਣਦੇ ਨਹੀਂ ਅਲੀ ਅਕਬਰ ਸਾਹਿਬ, ਸਾਡੀ ਤਾਂ ਉਹਦੇ ਨਾਲ ਮੁਖਾਲਫਤ ਹੁੰਦੀ ਸੀ ਕਿ ਬੱਟ ਸਾਹਿਬ ਰੋਕਦੇ ਸਨ ਕਿ ਨਾ ਕਰੋ ਯਾਰ, ਕਿਉਂਕਿ ਚੰਗੇ ਭਲੇ ਸਿਆਣੇ ਬੰਦੇ ਨੇ, ਹਾਂਜੀ ਚੰਗੇ ਭਲੇ ਸਿਆਣੇ ਬੰਦੇ ਨੇ, ਹਾਂਜੀ। ਬਟ ਇੱਕ ਸੈਕਿੰਡ ਜੱਜ ਸਾਹਿਬ, ਇਹਨਾਂ ਖੁਦ ਮਿਸਾਲਾਂ ਸੁਣੀਆਂ ਹੋਈਆਂ ਨੇ ਕਿ ਭਾਜੀ ਕੀ ਚਿੱਕੜ ਚ ਕਿਚੜ ਚ ਵੱਟੇ ਮਾਰੋ ਛਿੱਟੇ ਆਪਣੇ ਤੇ ਆਉਂਦੇ ਹੈਗੇ ਨਾ, ਉਹ ਗੰਦ ਹੈਗਾ। ਤੁਸੀਂ ਜਿੰਨਾ ਉਹਦਾ ਕਰੋਗੇ ਉਹ ਤੁਹਾਡੇ ਤੇ ਇੰਨਾ ਹੀ, ਉਹ ਤੇ ਚਾਹੁੰਦੇ ਇਹੀ ਨੇ ਕਿ ਸਾਡਾ ਜ਼ਿਕਰ ਹੁੰਦਾ ਰਹੇ, ਅਸੀਂ ਬਹਿ ਕੇ ਬਰਾਟਾ ਲਾਉਂਦੇ ਰਹੀਏ। ਇਹਨਾਂ ਨੂੰ ਚਾਹੀਦਾ, ਮੈਂ ਕੱਲ ਪਰਸੋਂ ਦਾ ਕਹਿ ਰਿਹਾ, ਬਾਟ ਸਾਹਿਬ ਹੋਰਾਂ ਨੂੰ ਵੀ ਕਹਿ ਰਿਹਾ ਕਿ ਮਿਹਰਬਾਨੀ ਕਰੋ ਤੁਸੀਂ ਇਹ ਟੌਪਿਕ ਛੱਡ ਦਿਓ, ਤੁਸੀਂ ਆਖੋ ਜਾਇਜ਼ ਜਹੰਨਮ ਤੇ ਜਾਇਜ਼ ਸਾੜਾ ਜਿੱਥੋਂ ਆਇਆ ਸੀ ਜਾ ਕੇ ਵਾਪਸ ਉੱਥੇ ਚਲਾ ਗਿਆ, ਅਗਰ ਦਫਾ ਦੂਰ ਕਰੋ ਉਹਨੂੰ, ਤੁਸੀਂ ਆਪਣੇ ਗੱਲ ਕਰੋ, ਤੁਹਾਡੇ ਕੋਲ ਇੰਨਾ ਇਲਮ ਹੈਗਾ, ਤੁਹਾਡੇ ਕੋਲ ਇੰਨੇ ਹਵਾਲਾ ਜਾਤ ਨੇ, ਤੁਸੀਂ ਮੁਹੰਮਦ ਵਾਲੇ ਮੁਹੰਮਦ ਦਾ ਬਹਿ ਕੇ ਪਹਿਰਾ ਦਿਓ। ਤੁਸੀਂ ਜਿਉਂ ਸਵੇਰੇ 6 ਵਜੇ ਉੱਠਦੇ ਹੋ ਤੇ ਉਹ ਸਾੜੇ ਦੀ ਫੋਟੋ ਟੰਗ ਕੇ ਬਹਿ ਜਾਂਦੇ ਹੋ, ਤੇ ਫਿਰ ਇਕੱਲੇ ਤੁਸੀਂ ਲੱਗੇ ਰਹਿੰਦੇ ਹੋ, ਉਹ ਇੰਜੇ ਉਹ ਇੰਜੇ ਉਹ ਇੰਜੇ, ਉਹ ਵਾਪਸੀ ਉਹ ਲਾ ਕੇ ਬਹਿ ਜਾਂਦੇ ਨੇ। ਤੇ ਉਹ ਜਿੰਨਾ ਕੋ ਇੱਥੇ ਕੋਈ ਬੰਦੇ ਸਾਡੇ ਕੋਲ ਥੋੜਾ ਬਹੁਤਾ ਕੰਮ ਕਰ ਰਹੇ ਨੇ, ਕੋਈ ਪੈਗਾਮ ਪਹੁੰਚਾ ਰਹੇ ਨੇ, ਉਹ ਵੀ ਇਸੇ ਮਸਲੇ 'ਚ ਇਨਵੋਲਵ ਹੋ ਜਾਂਦੇ ਨੇ, ਫਿਰ ਪੂਰਾ ਦਿਨ ਜ਼ਾਇਆ ਹੋ ਜਾਂਦਾ ਹੈਗਾ ਕੰਮ। ਨਹੀਂ, ਨਾਸਰ ਭੱਟ ਸਾਹਿਬ ਦੀ ਉਹਦੇ ਨਾਲ ਜ਼ਾਤੀ ਮੁਖਾਲਫਤ ਹੈ। ਤੁਸੀਂ WhatsApp ਵੀ ਇਹਨਾਂ ਦਾ ਆਪਸ ਸ਼ੇਅਰ ਨੇ, WhatsApp ਤੇ ਵੀ ਗੱਲਾਂ ਕਰਦੇ ਨੇ, ਤੇ ਏਡੀ ਕਿਹੜਾ ਮਤਲਬ ਕਿ ਉਹ ਬੜੀ ਮੁਸ਼ਕਲ ਪਈ ਹੈ ਕਿ ਉਹਦੇ ਨਾਲ ਆਮਣੇ ਸਾਹਮਣੇ ਬਹਿ ਕੇ ਗੱਲ ਨਹੀਂ ਕਰ ਸਕਦੇ ਹੈ। ਅਲੀ ਅਕਬਰ ਸਾਹਿਬ ਜਦੋਂ ਗੱਲ ਕਰੋ, ਫੋਟੋਆਂ ਲਾ ਕੇ ਤੇ ਗੱਲ ਕਰਨੀ। ਹਾਂਜੀ, ਡੋਗਰ ਸਾਹਿਬ ਵਰਗੇ ਸਮਝਦਾਰ ਪੜ੍ਹੇ ਲਿਖੇ ਬੰਦੇ ਉਹਨਾਂ ਦੇ ਵਿੱਚ ਬਹਿੰਦੇ ਨੇ, ਇਹਨਾਂ ਨੂੰ ਚਾਹੀਦਾ ਕੋਈ ਕਹਿ ਕਰਨ ਯਾਰ ਸਾਡਾ ਇਹ ਮਕਸਦ ਨਹੀਂ ਹੈਗਾ ਇਹ ਗੱਲਾਂ ਕਰਨ ਦਾ, ਉਹ ਬਹਿਰੇਨ ਕੀ ਕਰ ਰਿਹਾ, ਉਹ ਕੀ ਕਰ ਰਿਹਾ, ਤੁਸੀਂ ਉਹਨਾਂ ਨੂੰ ਛੱਡ ਦਿਓ। ਤੁਸੀਂ ਆ ਕੇ ਆਖੋ ਭਾਈ ਜੀ ਅਸੀਂ ਇੱਥੇ ਜਿਹੜਾ ਸਾਨੂੰ ਇਮਾਮ ਸਾਡੇ ਨੇ ਕੰਮ ਦੱਸਿਆ ਵੀ ਤੁਸੀਂ ਤਬਲੀਗ ਕਰੋ, ਇੱਥੇ ਬਹਿ ਕੇ ਸਵੇਰੇ ਉੱਠਦੇ ਆ ਸਾਰੀ ਨਮਾਜ਼ ਸ਼ਰੀਫ ਕੁਰਾਨ ਪੜ੍ਹ ਕੇ ਆਮਨ ਜੀ ਦੀ ਫੋਟੋ ਲਾ ਕੇ ਬਹਿ ਜਾਣਾ ਤੇ ਸ਼ੁਰੂ ਹੋ ਜਾਣਾ, ਤੂੰ ਕਮੀਨਾ ਹੈ, ਤੂੰ ਐਵੇਂ, ਤੂੰ ਇਟਲੀ ਸ਼ਾਦੀ ਕੀਤੀ ਹੈ, ਤੂੰ ਇੰਜ ਕਰਦਾ ਰਿਹਾ, ਤੂੰ ਇੰਜ, ਉਹ ਸਾਰਾ ਦਿਨ ਉਹੀ ਰੌਲੇ ਦੇ ਵਿੱਚ ਪੂਰਾ ਦਿਨ ਗੁਜ਼ਰ ਜਾਂਦਾ ਹੈ। ਮੈਂ ਤੇ ਇਹ ਕਹਿਣਾ ਹੁੰਦਾ ਕਿ ਏਦਾਂ ਨਹੀਂ ਕਰਨਾ ਚਾਹੀਦਾ ਜੀ। ਸਿਰਫ 2 ਦਿਨ ਉਹਦਾ ਜ਼ਿਕਰ ਛੱਡ ਦਿਓ ਨਾ, ਤੇ ਆਪਸ ਚ ਨਾਲ ਲੜੇ ਤੇ ਗੱਲ ਕਰਿਓ। ਫਿਰ ਤਾਹਿਰ ਸਾਨੂੰ ਮੌਕਾ ਨਹੀਂ ਮਿਲੇਗਾ, ਤਾਹਿਰ ਸਾਨੂੰ ਫਿਰ ਮੌਕਾ ਨਹੀਂ ਮਿਲੇਗਾ ਆਪਣੀ ਬਰਾੜ ਚਲਾਉਣ ਦਾ, ਕਦਮ ਦੇ ਪੋਸਟਰ ਲਾਸ਼ਾਂ ਨੇ, ਗੰਦ ਕੀੜੇ ਪਈਆਂ ਹੋਈਆਂ ਲਾਸ਼ਾਂ ਨੇ, ਇਹ ਪਤਾ ਨਹੀਂ ਕਿਉਂ। ਮੈਂ ਤੇ ਆਪਣੇ ਅਕਬਰ ਸਾਹਿਬ ਕਿਸੇ ਤੇ ਨਹੀਂ ਲਾਂਦਾ, ਮੈਂ ਤੇ ਟਿਕਟੋਕ 3-4 ਦਿਨ ਹੋਇਆ ਲਾਇਆ ਹੀ ਨਹੀਂ। ਮੈਨੂੰ ਤਕਲੀਫ ਹੁੰਦੀ ਹੈ ਜਦੋਂ ਨਾਸਰ ਭੱਟ ਸਾਹਿਬ ਇਦਾਂ ਦੀਆਂ ਹਰਕਤਾਂ ਕਰਦੇ ਨੇ। ਇੱਕ ਮਿੰਟ ਤਾਹਿਰ ਸਾਹਿਬ, ਹਰਕਤਾਂ ਸਾਰੇ ਇਹ ਕਰਦੇ ਨੇ, ਤਕਲੀਫ ਹੋ ਜਾਂਦੀ ਹੈ। ਇੱਕ ਮਿੰਟ ਮੈਨੂੰ ਸਵਾਲ ਦਾ ਜਵਾਬ ਦੇ ਦਿਓ। ਇਹ ਜਿਹੜੀਆਂ ਤਸਵੀਰਾਂ ਲੱਗ ਰਹੀਆਂ ਨੇ ਅਲੀ ਅਕਬਰ ਸਾਹਿਬ, ਤਾਹਿਰ ਸਾਹਿਬ ਤੁਸੀਂ ਵੀ ਸੁਣ ਲਓ, ਇਹ ਜਦੋਂ ਰਾਤ ਨੂੰ ਸੌਣ ਲੱਗਾ ਹੈ, ਜਦੋਂ ਕਹਿੰਦਾ ਸੀ ਇਹਨਾਂ ਦੇ ਖਲੀਫਤੁਲ ਮਸੀਹ ਦੀ ਆ ਜਿਹੜੀ ਤਸਵੀਰ ਹੈ ਬੁੱਢੀ, ਸਾਰੇ ਲੋਕੀ ਟੰਗ ਕੇ ਰੱਖੋ, ਉਸ ਤੋਂ ਬਾਅਦ ਫਾਈਟਰ ਨੇ ਇਹ ਤਸਵੀਰਾਂ ਲਾਣੀਆਂ ਸ਼ੁਰੂ ਕੀਤੀਆਂ। ਤਾਰ ਸਾਹਿਬ ਕੁਝ ਤੁਸੀਂ ਜਿਹੜੀ ਗੱਲ ਕਰਦੇ ਹੋ ਨਾ, ਠੀਕ ਹੈ, ਇਹ ਸੁਣ ਲਿਆ ਮੌਕਾ। ਫਿਰ ਫਾਨ ਜੱਟ ਸਾਹਿਬ ਮੇਰੀ ਗੱਲ ਸੁਣ, ਜਦੋਂ ਸਾਰੀ ਜਮਾਤ ਫਾਈਟਰ ਨੂੰ ਮਨਾ ਕਰਨ ਡਈ ਹੈ, ਕਿਉਂ ਨਹੀਂ ਮਨਾਉਂਦੇ? ਰੁਕ ਜਾਓ ਤਾਹਿਰ ਸਾਹਿਬ, ਰੁਕ ਜਾਓ। ਜਦੋਂ ਇਹ ਗੋਰੇ ਕਾਰਟੂਨ ਬਣਾਉਂਦੇ ਨੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ, ਜਾਂ ਜਦੋਂ ਇਹ ਗੋਰੇ ਬਣਾਉਂਦੇ ਨੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਉੱਤੇ ਫਿਲਮਾਂ, ਜਾਂ ਜਦੋਂ ਇਹ ਗੋਰੇ ਬਣਾਉਂਦੇ ਨੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਖਾਕੇ, ਤੇ ਕਿਆ ਵਾਪਸੀ ਸਾਨੂੰ ਹਜ਼ੂਰ ਇਹ ਕਹਿੰਦੇ ਨੇ ਕਿ ਤੁਸੀਂ ਵਾਪਸੀ ਲਾ ਦਿਓ ਈਸਾ ਅਲੈਹਿਸਲਾਮ ਦੇ ਜਾਂ ਕਿਸੇ ਦੇ ਖਾਕੇ ਬਣਾ ਦਿਓ, ਈਸਾ ਅਲੈਹਿਸਲਾਮ ਦੀ ਗੰਦੀਆਂ ਫਿਲਮਾਂ ਲਾ ਦਿਓ, ਉਹਨਾਂ ਦੇ ਮੌਲਵੀਆਂ ਦੀਆਂ ਲਾ ਦਿਓ, ਠੀਕ ਹੈ। ਉੱਥੇ तो यही किया जाता है भाई दुआ करें, ये बदबख्त लोग हैं तो अंबिया की तौहीन कर रहे हैं, उम्महातुल मोमिनीन की तौहीन कर रहे हैं। यह जवाब होना चाहिए कि वापसी जनाब तुसी उन्होंने डिजाइन बना के ला दो। मैंने समझना कि वापसी दलील देंदे ने साडे बंदे आके कि उन्हें चूंकि कहा सी कि हजरत बीबी हम तो सबू बेगम साहब की टंग दो तो वापसी असी साड़ी पवा के इनू टंग दिता। भाई दसो इन ज्यादा गुस्ताखी किंदी है? आमन नज़ीर दी कि हम तो सबू साहिबा दी है, वो वापसी मसीह अलैहिस्सलाम दी ला के बह जाते हैं। गुस्ताखी आमन नज़ीर दी है कि खुदा दे नबी दी है। समझ नहीं आ रही केड़ी दलील है कि उन्हें चूंकि कहा सी कि मैं लावांगा तो वापसी फाइटर ने ला दित्तियां। समझ नहीं आती की इंदा की। सैफी साहब तुसी रोशनी पा दिओ कि यार ये है जवाज। वो बंदे ने राती कह के सुता सी कि मैं फोटोआं लावांगा बीबी सबूई बेगम साहबा दियां ते वापसी जनाब इन्होंने लानियां शुरू कर दी। ये बजाय गल खत्म होने वधेगी कि खत्म होएगी? इन्हें दस तो मैंने समझ नहीं आती पई ना।
ਇਹ ਜਿਹੜਾ ਉਹਨੂੰ ਫਾਦਰ ਨੂੰ ਗੱਲ ਉਹਨੂੰ ਡਾਇਰੈਕਟ ਮੈਂ ਕਹਾਂਗਾ ਜਾ ਕੇ। ਚਾਚਾ ਇੱਕ ਮਿੰਟ ਦਿਓ ਯਾਰ, ਦੇਖੋ ਗੱਲ ਸੁਣੋ, ਮੈਨੂੰ ਇਹ ਪਤਾ ਹੈ ਕਿ ਮੇਰੇ ਕਹਿਣ ਨਾਲ ਕਿਸੇ ਨੇ ਨਹੀਂ ਰੁਕਣਾ ਹੈਗਾ, ਨਾ ਫਾਈਟਰ ਨੇ ਰੁਕਣਾ ਹੈ ਤੇ ਨਾ ਬੱਟ ਸਾਹਿਬ ਨੇ ਰੁਕਣਾ ਹੈ। ਮੈਂ ਤਾਂ ਸਿੱਧੀ ਜੀ ਗੱਲ ਕਰਾਂਗਾ, ਠੀਕ ਆ। ਮੇਰੇ ਤੋਂ ਤਾਂ ਹੈਗਾ ਇਹ ਕੰਮ ਭਾਰਾ, ਠੀਕ ਹੈ। ਮੈਂ ਸਿਰਫ ਇਹ ਕਹਿਣਾ ਕਿ ਤਾਹਰ ਸਾਹਿਬ ਅਗਰ ਇਹ ਲਾਂਦੇ ਨੇ ਨਾ, ਠੀਕ ਹੈ, ਇਹ ਆਪਣੀ ਮੁਖਾਲਫਤ ਵਿੱਚ ਬਣਾ ਲੈਣਗੇ ਉਹਨਾਂ ਦੇ ਨਾਲ, ਠੀਕ ਹੈ ਨਾ। ਉਹਨਾਂ ਨੇ ਤਾਂ ਰੁਕਣਾ ਨਹੀਂ, ਮੇਰਾ ਨਹੀਂ ਖਿਆਲ ਰੁਕਣਗੇ। ਮੈਂ ਤਾਂ ਉਹਨਾਂ ਨੂੰ ਕਹਿ ਵੀ ਨਹੀਂ ਸਕਦਾ ਸਿੱਧੀ ਜੀ ਗੱਲ, ਤਾਂ ਨਾ ਮੈਂ ਕਹਿਣਾ ਹੈਗਾ, ਠੀਕ ਹੈ। ਹੁਣ ਸਾਡੇ ਆਪਣੇ ਹੀ ਭਰਾ ਨੇ, ਉਹ ਸਾਡੇ ਨਾਲ ਬਹਿੰਦੇ ਉੱਠਦੇ ਰਹੇ, ਸਾਰੀਆਂ ਹਰਕਤਾਂ ਵੀ ਕਰਦੇ ਰਹੇ, ਬਾਅਦ ਵਿੱਚ ਜਾ ਕੇ ਕਿਤੇ ਵੀ ਬਹਿ ਕੇ ਤੇ ਸਾਡੇ ਖਿਲਾਫ ਹੀ ਬਿਆਨਬਾਜ਼ੀ ਇੱਥੇ ਚੱਲਦਾ ਹੈ। ਲੇਕਿਨ ਮੈਂ ਸਿਰਫ ਇਹ ਗੱਲ ਕਰ ਰਿਹਾ ਕਿ ਯਾਰ ਇਹ ਜਿਹੜਾ ਇਹਨਾਂ ਨੂੰ ਇਹ ਜਿਹੜੀਆਂ ਮੁਰਦਾ ਲਾਸ਼ਾਂ ਨੇ ਨਾ, ਮੈਂ ਫੇਰ ਕਵਾਂਗਾ, ਅਮਰ ਨਜ਼ੀਰ ਹੋ ਗਿਆ, ਇਹ ਬਹਿਰੀਨ ਹੋ ਗਿਆ, ਬੱਟ ਸਾਹਿਬ ਵੀ ਸੁਣਦੇ ਪਏ ਨੇ, ਸੁਣ ਲਵਨ ਕਿ ਯਾਰ ਇਹਨਾਂ ਨੂੰ ਕਿਉਂ ਤੁਸੀਂ ਜ਼ਿੰਦਗੀ ਦਿੰਦੇ ਹੋ ਯਾਰ। ਇਹ ਕੌਣ ਨੇ ਯਾਰ? ਇਹ ਲਾਨਤ ਭੇਜੋ ਇਹਨਾਂ ਦੇ ਉੱਤੇ, ਇਹਨਾਂ ਨੂੰ ਆਪਣਾ ਗੰਦ ਵਿੱਚ ਰਹਿਣ ਦਿਓ। ਗੰਦੇ ਲੋਕ ਨੇ, ਗੰਦ ਕਰਦੇ ਨੇ, ਕਰਨ ਦਿਓ ਇਹਨਾਂ ਨੂੰ, ਠੀਕ ਹੈ। ਤੁਸੀਂ ਤੁਹਾਨੂੰ ਕਿਹੜੀ ਜ਼ਰੂਰਤ ਹੈਗੀ? ਮੈਂ ਤਾਂ ਇਹੀ ਕਹਿ ਸਕਦਾ ਯਾਰ ਅਲੀ ਅਕਬਰ ਸਾਹਿਬ, ਬਸ। ਮੈਂ ਤੇ ਇੱਕ ਦਿਨ ਤੋੜ ਸਮਝਾਣ ਗਿਆ ਸੀ ਤਾਂ ਉਹਨਾਂ ਉਲਟੋ ਮੈਨੂੰ ਚੁੱਕ ਕੇ ਥੱਲੇ ਮਾਰਿਆ ਸੀ ਤੇ ਕਹਿੰਦੇ ਸੀ ਜਾ ਕੇ ਗੱਲਾਂ ਹੋਰ ਕਿਧਰੇ ਕਰ। ਮੈਂ ਖਾਲੀ ਇਹੀ ਕਹਿਣ ਗਿਆ ਸੀ ਕਿ ਫੋਟੋਆਂ ਨਾ ਲਾਓ। ਮੈਨੂੰ ਯਾਰ ਸਾਨੂੰ ਕਦੀ ਵੇਖਿਆ, ਮੈਂ ਤੇ ਬਰਾੜ ਤਾਂ ਨਹੀਂ ਲਾਂਦਾ, ਹਾਲਾਂਕਿ ਮੈਂ ਹਰ ਬਰਾੜ ਤੇ ਜਾਂਦਾ ਵਾਂ, ਹਰ ਬਰਾੜ ਤੇ ਗੱਲ ਕਰਦਾ। ਅਸੀਂ ਵੀ ਲਾ ਸਕਦੇ ਹਾਂ ਬਰਾੜ ਦੀ ਫੋਟੋਆਂ। ਦੇਖੋ ਅਲੀ ਅਕਬਰ ਸਾਹਿਬ, ਅਸੀਂ ਹਰ ਬੰਦੇ ਨੂੰ ਸਮਝਾਇਆ, ਠੀਕ ਹੈ, ਤੇ ਜੇ ਨਹੀਂ ਸਮਝ ਆਉਂਦੀ ਤੇ ਫਿਰ ਇਹ ਹੈ ਕਿ ਫਿਰ ਕੰਮ ਖਰਾਬ ਹੋਏਗਾ ਯਾਰ। ਫਿਰ ਉਹ ਵੀ ਕਰਨਗੇ। ਹੁੰਦਾ ਰਾਣਾ ਸਾਹਿਬ, ਇਹਨਾਂ ਨੇ ਆਮਨ ਨਜ਼ੀਰ ਦੀ ਟੰਗੀ, ਅਗਰ ਨੇ ਵੇਖੇ ਯੂਸਫੀ ਲਾ ਕੇ ਮਸੀਹ ਅਲੈਹਿਸਲਾਮ ਦੀ ਫੋਟੋ ਲਾ ਕੇ ਤੇ ਜੁੱਤੀ ਰੱਖ ਕੇ ਬੈਠਾ ਸੀ। ਹਾਂ, ਤੇ ਉਹ ਫਿਰ ਕਸੂਰ ਕਿਹਦਾ ਹੈ? ਫਿਰ ਇਹਨਾਂ ਦਾ ਹੀ ਹੈ ਨਾ। ਅਲੀ ਅਕਬਰ ਭਾਈ ਮੇਰੀ ਸੁਣੋ ਗੱਲ, ਇੱਕ ਦਿਨ ਨਾ ਮਲਕ ਅਵਾਨ ਦੀ ਬਰਾੜ ਤੇ ਉਹ ਬੈਠਾ ਸੀ ਸ਼ਹਿਨਸ਼ਾਹ ਅਵਾਨ ਨਾਲ। ਮੈਂ ਉਹਨੂੰ ਆਖਿਆ ਕਿ ਭਾਈ ਤੂੰ ਗੁਸਤਾਖੀਆਂ ਕਿਉਂ ਕਰਦਾ ਸਾਡੇ ਅਕਾਬਰੀਨ ਤੇ? ਉਹਨੇ ਸਿੱਧਾ ਅਟੈਕ ਫਾਈਟਰ ਤੇ ਕੀਤਾ ਸੀ। ਕਹਿੰਦਾ ਫਾਈਟਰ ਨੂੰ ਮਨਾ ਕਰ ਦਿਓ, ਇਹ ਸਭ ਕੁਝ ਕਹਿੰਦਾ ਮੈਂ ਕਰਵਾ ਰਿਹਾ ਵਾਂ। ਔਰ ਕਹਿੰਦਾ ਜਾ ਕੇ ਫਾਈਟਰ ਨੂੰ ਮਨਾ ਕਰੋ, ਤੁਹਾਨੂੰ ਅਗਲੇ ਦਿਨ ਕੋਈ ਸ਼ਾਤਮੀਅਤ ਨਜ਼ਰ ਆਏਗੀ ਫਿਰ ਗੱਲ ਕਰਿਓ। ਔਰ ਉਹਨੇ 15 ਆਈਡੀਆਂ ਬਣਵਾਈਆਂ ਨੇ ਔਰ ਸਾਡੇ ਅਕਾਬਰੀਨ ਦੀ ਗੁਸਤਾਖੀਆਂ ਕਰਦਾ ਹੈ। ਇਹੀ ਮੈਂ ਗੱਲ ਕੀਤੀ ਸੀ ਕਿ ਭਾਈਜਾਨ ਤੁਹਾਡੀ ਇਹ ਫੋਟੋ ਵੇਖ ਕੇ ਤੁਸੀਂ ਤੇ 6 ਤੋਂ ਲੈ ਕੇ 10 ਵਜੇ ਤੱਕ ਬਰਾੜ ਲਾ ਕੇ ਚਲੇ ਜਾਂਦੇ ਹੋ, ਬਾਅਦ ਚੋਂ ਰਾਤ 10 ਵਜੇ ਤੱਕ ਉਹ ਮਸੀਹ ਅਲੈਹਿਸਲਾਮ ਦੀ ਫੋਟੋਆਂ ਲਾ ਕੇ ਤੇ ਜੁੱਤੀਆਂ ਰੱਖ ਕੇ ਬੈਠੇ ਹੁੰਦੇ ਨੇ। ਗੁਸਤਾਖੀ ਮਸੀਹ ਅਲੈਹਿਸਲਾਮ ਦੀ ਹੋ ਰਹੀ, ਅਮਰ ਨਜ਼ੀਰ ਦੀ ਨਹੀਂ ਹੋ ਰਹੀ। ਉਹ ਤੇ ਹੈ ਹੀ ਗੰਦਾ। ਉਹ ਤਾਂ ਖੁਦ ਮੂੰਹ ਇੱਕ ਬਰਾੜ ਤੇ ਬਹਿ ਕੇ ਇਕਰਾਰ ਕਰ ਰਿਹਾ ਸੀ ਕਿ ਮੈਂ ਹਲਫ ਕਿਉਂ ਦਵਾਂ, ਮੈਂ ਦੁਨੀਆ ਦਾ ਕਿਹੜਾ ਗੰਦਾ ਕੰਮ ਨਹੀਂ ਕੀਤਾ, ਮੈਂ ਢੂਵੀ ਮਰਵਾਈ ਹੈ, ਮੈਂ ਢੂਵੀ ਮਾਰੀ ਵੀ ਹੈ। ਅਲੀ ਅਕਬਰ ਭਾਈ, ਮਸਲੇ ਇਹਨਾਂ ਦੇ ਜਨਾਬ ਜੀ ਪਤਾ ਨਹੀਂ ਕਿਦੋਂ ਤੋਂ ਤੇ ਕਿਸ ਤਰ੍ਹਾਂ ਜਨਾਬ ਜੀ ਆਪਣੇ ਪਰਸਨਲ ਮਸਲੇ ਨੇ ਜਨਾਬ ਜੀ, ਤੇ ਇੱਥੇ ਟਿਕਟੋਕ ਤੇ ਲਿਆਣ ਕੇ ਜਨਾਬ ਜੀ ਇਹ ਕੰਮ ਕਰਵਾ ਰਹੇ, ਠੀਕ ਹੈ। ਇਹ ਪਰਸਨਲ ਮਸਲੇ ਨੇ ਪਹਿਲਾਂ ਦੇ, ਕਿਤੇ ਸਾਡੇ ਤੋਂ ਵੀ ਪਹਿਲਾਂ ਦੇ, ਠੀਕ ਹੈ। ਤੇ ਸਾਡੇ ਬੰਦੇ ਜਿਹੜੇ ਮੁੰਡੇ ਖੁੰਡੇ ਜਿਹੜੇ ਉਹ ਵੀ ਵਿੱਚ ਮਤਲਬ ਇਸੇ ਚੱਕਰ 'ਚ ਚੱਲ ਪਏ ਨੇ। ਕੁਛ ਜਿਹੜਾ ਨਾ ਇਹਨਾਂ ਨੂੰ ਖਿਆਲ ਕਰਨਾ ਚਾਹੀਦਾ ਯਾਰ। ਉਹ ਨਹੀਂ, ਉਹ ਵੇਖਣਾ ਹੁਣੇ ਮੈਨੂੰ ਫੋਨ ਆਣਗੇ ਇਧਰੋਂ ਉਧਰੋਂ ਕਿ ਤੂੰ ਜਨਾਬ ਉਹਨਾਂ ਦੇ, ਹਾਲਾਂਕਿ ਮੈਂ ਕੋਈ ਗਲਤ ਗੱਲ ਨਹੀਂ ਕੀਤੀ। ਸਾਰੇ ਗਵਾਹ 500 ਬੰਦਾ ਸਾਹਮਣੇ ਸੁਣ ਰਿਹਾ, 500 ਪਿੱਛੇ ਸੁਣ ਰਿਹਾ, 1000 ਬੰਦਾ ਸੁਣ ਰਿਹਾ। ਮੈਂ ਨਾਸਰ ਬੱਟ ਸਾਹਿਬ ਦੇ ਖਿਲਾਫ ਕੋਈ ਗੱਲ ਨਹੀਂ ਕਰਨੀ ਕਿ ਮੈਨੂੰ ਯਕੀਨ ਕਰੋ ਬਾਅਦ ਚੋਂ ਆਣੇ ਨੇ ਸ਼ਾਮੀ ਇਹਨਾਂ ਨੇ ਕਹਿਣਾ ਤੂੰ ਉੱਥੇ ਬਹਿ ਗੱਲ। ਮੈਂ ਕਿਹੜੀ ਗਲਤ ਗੱਲ ਕੀਤੀ? ਕੋਈ ਬੰਦਾ, ਮੈਂ ਇਹੀ ਕਹਿ ਰਿਹਾ ਕਿ ਯਾਰ ਤੁਹਾਡੀ ਇਸ ਵਜ੍ਹਾ ਨਾਲ ਮਸੀਹ ਅਲੈਹਿਸਲਾਮ ਦੀ ਤੋਹੀਨ ਹੁੰਦੀ ਹੈ, ਗੁਸਤਾਖੀਆਂ ਹੁੰਦੀਆਂ ਨੇ, ਤੁਸੀਂ ਛੱਡ ਦਿਓ, ਅੱਲਾ ਦਾ ਨਾਂ ਜੇ ਛੱਡ ਦਿਓ। ਲੇਕਿਨ ਇਹਨਾਂ ਨੇ ਬਜਾਏ ਛੱਡਣ ਦੇ ਮੈਨੂੰ ਵੀ ਕਹਿਣਾ ਕਿ ਹਾਂਜੀ ਇਹਨੇ ਗੱਲ ਕਿਉਂ ਕੀਤੀ, ਇਹਨਾਂ ਨੇ ਕਿਹਾ ਭਾਵੇਂ ਮੇਰੀ ਫੋਟੋ ਟੰਗੀ ਹੋਵੇ। ਨਹੀਂ ਟੰਗਦੇ ਇਨਸ਼ਾਅੱਲਾ, ਅੱਲਾ ਖੈਰ ਕਰੇਗਾ। ਮੈਂ ਫਿਰ ਉਹੀ ਮੌਕਫ ਦਵਾਂਗਾ ਆਪਣਾ, ਮੈਂ ਉਸ ਮੌਕਫ ਉੱਤੇ ਕਾਇਮ ਆ। ਅਗਰ ਅਖਲਾਕੀ ਤੌਰ ਤੇ ਤੁਸੀਂ ਵੇਖਦੇ ਹੋ ਤਾਂ ਗਲਤ ਗੱਲ ਹੈ, ਨਹੀਂ ਕਰਨਾ ਚਾਹੀਦਾ। ਇਹਨਾਂ ਨੂੰ ਇਲਮੀ ਲਾਈਵ ਲਾਣੀ ਚਾਹੀਦੀ ਹੈ, ਠੀਕ ਹੈ। ਵਿੱਚ ਸ਼ੁਗਲ ਜਿਵੇਂ ਅਸੀਂ ਵੀ ਲਾ ਲੈਂਦੇ, ਅਸੀਂ ਵੀ ਕਹਿ ਲੈਂਦੇ, ਕਹਿ ਲੈਣਾ ਚਾਹੀਦਾ ਹੈ। ਅਗਰ ਇੱਜ਼ਤ ਦੇਖਦੇ ਹੋ ਕਿ ਯਾਰ ਅਸੀਂ ਹਜ਼ਰਤ ਮਸੀਹ ਮੌਊਦ अलैहिस्सलातु वस्सलाम, ਅਗਰ ਸਾਡੀ ਵਜ੍ਹਾ ਤੋਂ ਹੋ ਰਿਹਾ ਇਹ ਕੰਮ ਹਜ਼ਰਤ ਮਸੀਹ ਮੌਊਦ अलैहिस्सलातु वस्सलाम ਦੇ ਨਾਲ ਜਾਂ ਉਹਨਾਂ ਦੀ ਜਮਾਤ ਦੇ ਨਾਲ ਜਾਂ ਉਹਨਾਂ ਦੇ ਕਿਸੇ ਵੀ ਖਲੀਫਾ ਦੇ ਨਾਲ, ਤੇ ਇਹਨਾਂ ਨੂੰ ਹਟ ਜਾਣਾ ਚਾਹੀਦਾ ਹੈ, ਠੀਕ ਹੈ। ਅਗਰ ਇਹ ਗੱਲ ਇੱਥੇ ਖਤਮ ਹੋ ਗਈ। ਲੇਕਿਨ ਮੈਨੂੰ ਇਹ ਪਤਾ ਹੈ ਕਿ ਦੁਸ਼ਮਣ ਇਤਨਾ ਗੰਦਾ ਹੈ ਨਾ, ਇਤਨਾ ਗਲੀਜ਼ ਦੁਸ਼ਮਣ ਹੈ ਨਾ, ਖਾਸ ਤੌਰ ਤੇ ਇਹ ਅਮਰ ਨਜ਼ੀਰ, ਇਹ ਨਹੀਂ ਬਾਜ਼ ਆਉਣ ਲੱਗਾ, ਇਹ ਕਦੀ ਵੀ ਨਹੀਂ ਬਾਜ਼ ਆਏਗਾ ਇਹਦੇ ਨਾਲ। ਕਦੀ ਤੁਸੀਂ ਅਲੀ ਅਕਬਰ ਸਾਹਿਬ ਤੁਸੀਂ ਵੀ ਜਾ ਕੇ ਕਦੀ ਪਿਆਰ ਨਾਲ ਵੀ ਗੱਲ ਕਰ ਲਓ ਨਾ, ਮੈਂ ਇਹਦੇ ਨਾਲ ਪਿਆਰ ਨਾਲ ਇੱਕ ਬੜੇ ਸਕੂਨ ਦੇ ਨਾਲ ਗੱਲ ਕਰ ਕੀਤੀ। ਲੇਕਿਨ ਇਹ ਇਤਨਾ ਇਹਨੂੰ ਕੋਈ ਸਾੜ ਪਿਆ ਜਾਂ ਅੰਦਰ ਕੋਈ ਭਾਂਬੜ ਇਹਦੇ ਬਲਿਆ ਕਿ ਯਾਰ ਮੈਂ ਹਜ਼ਰਤ ਮਸੀਹ ਮੌਊਦ ਕਿਉਂ ਕਹਿ ਰਿਹਾ ਜਾਂ ਮੈਂ ਇਮਾਮ ਮਹਿਦੀ ਕਿਉਂ ਕਹਿ ਰਿਹਾ, ਇਹਨੇ ਗਾਲਾਂ ਕੱਢਣਾ ਸ਼ੁਰੂ ਕਰ ਦਿੱਤੀਆਂ।
ਇਹ ਇਤਨਾ ਗੰਦਾ ਬੰਦਾ ਹੈ। ਪਰ ਇਹ ਆ ਕਿ ਅਗਰ ਭਾਈ ਸੋਚਣ, ਯਾਰ ਇਹ ਗੱਲ ਤਾਂ ਸੁਣ ਲਓ ਯਾਰ ਰਾਣਾ ਸਾਹਿਬ, ਇੱਕ ਮਿੰਟ ਯਾਰ ਦੇ ਦੇ। ਅਗਰ ਭਾਈ ਸੋਚਣ ਕਿ ਯਾਰ ਹਾਂ ਯਾਰ ਨਹੀਂ ਕਿ ਇਹ ਸਾਡੀ ਵਜ੍ਹਾ ਤੂੰ ਜਾਂ ਅਸੀਂ ਰੀਜ਼ਨ ਬਣ ਰਹੇ ਆ, ਤੇ ਫਿਰ ਪਿੱਛੇ ਆ ਜਾਣ। ਬਾਕੀ ਬਹਿਰੀਨ ਹੈ ਤੇ ਬਹਿਰੀਨ ਉੱਤੇ ਕੋਈ ਨਹੀਂ ਗਿਲਾ ਕਰਨਾ ਚਾਹੀਦਾ, ਇਸ ਲਈ ਕਿ ਬੱਟ ਸਾਹਿਬ ਦਾ ਬਹੁਤ ਕਲੋਜ਼ ਫਰੈਂਡ ਸੀਗਾ ਤੇ ਉਹ ਹੁਣ ਦੁਸ਼ਮਣ ਬਣਿਆ। ਤੇ ਜਿਹੜਾ ਕਲੋਜ਼ ਫਰੈਂਡ ਦੁਸ਼ਮਣ ਬਣੇ ਨਾ, ਉਹ ਬਹੁਤ ਮਾੜਾ ਦੁਸ਼ਮਣ ਬਣਦਾ ਹੈ ਜੀ। ਹਾਂਜੀ ਵੇਖੋ, मैं आखिरी राणा साहब थल्ले के भाई साहब लिख रहे हैं डीप मोटिव साहब, अगर वो छोड़ देंगे तो आमन नज़ीर भाईजान कुत्ता भौंकने ਹੁੰਦਾ ਹੈ ਨਾ, ਤੇ ਜੇ ਕੁੱਤੇ ਨੱਗੋਂ ਤੁਸੀਂ ਵੱਟੇ ਮਾਰੋਗੇ ਤੁਹਾਡੇ ਪਿੱਛੇ ਹੋਰ ਭੌਂਕੇਗਾ, ਤੇਜ਼ੀ ਨਾਲ ਭੱਜੇਗਾ। ਜੇ ਤੁਸੀਂ ਖਾਮੋਸ਼ੀ ਨਾਲ ਗੁਜ਼ਰ ਜਾਓਗੇ ਥੋੜੀ ਦੇਰ ਭੌਂਕ ਮਾਰ ਕੇ ਆਪ ਹੀ ਚੁੱਪ ਕਰ ਜਾਏਗਾ। ਤੁਸੀਂ ਉਹਨੂੰ ਜਿੰਨਾ ਛੇੜੋਗੇ ਤੁਹਾਨੂੰ ਹੋਰ ਭੌਂਕੇਗਾ, ਹੋਰ ਵੱਧ ਕੇ ਭੌਂਕੇਗਾ, ਤੁਹਾਨੂੰ ਪੈ ਜਾਏਗਾ ਆ ਕੇ। ਤੁਸੀਂ ਖਾਮੋਸ਼ੀ ਨਾਲ ਗੁਜ਼ਰ ਜਾਓ। ਨਬੀਆਂ ਦੀ ਵੀ ਇਹੀ ਤਾਲੀਮ ਹੈਗੀ ਹੈ ਕਿ ਕੁੱਤੇ ਭੌਂਕਦੇ ਨੇ ਚੁੱਪ ਕਰਕੇ ਗੁਜ਼ਰ ਜਾਓ, ਕਿ ਵਾਪਸੀ ਨਬੀ ਵੀ ਸ਼ੁਰੂ ਹੋ ਜਾਂਦੇ ਨੇ। ਉਹ ਤੁਸੀਂ ਹਦੀਸ ਨਹੀਂ ਸੁਣੀ ਕਿ ਰਸੂਲੇ ਪਾਕ ਸੱਲੱਲਾਹੁ ਅਲੈहि ਵਸੱਲਮ ਮਸਜਿਦ 'ਚ ਬੈਠੇ ਸੀ, ਅਬੂ ਬਕਰ ਸਦੀਕ ਰਜ਼ੀ ਅੱਲਾਹੁ ਕੋਈ ਬੰਦਾ ਗਾਲਾਂ ਬੁਰਾ ਭਲਾ ਕਹਿ ਰਿਹਾ ਸੀ ਤੇ ਉਹ ਖਾਮੋਸ਼ ਬੈਠਾ, ਰਸੂਲ ਸੱਲਮ ਹੱਸ ਰਿਹਾ ਸੀ। ਲੇਕਿਨ ਜਦੋਂ ਅਬੂ ਬਕਰ ਸਦੀਕ ਨੇ ਵਾਪਸੀ ਜਵਾਬ ਦਿੱਤਾ ਉਹਦਾ ਤੇ ਨਬੀ ਪਾਕ ਉੱਠ ਕੇ ਚਲੇ ਗਏ। ਫਿਰ ਅਬੂ ਬਕਰ ਸਦੀਕ ਨੇ ਜਾ ਕੇ ਪੁੱਛਿਆ ਨਬੀ ਪਾਕ ਨੂੰ ਕਿ ਜਦੋਂ ਮੇਰੀ ਮਾਂ ਭੈਣ ਕਰ ਰਿਹਾ ਸੀ ਤੁਸੀਂ ਹੱਸੀ ਜਾ ਰਿਹਾ ਸੀ, ਜਦੋਂ ਵਾਪਸੀ ਮੈਂ ਕੀਤੀ ਤੁਸੀਂ ਚਲੇ ਗਏ। ਤੇ ਆਪ ਸੱਲੱਲਾਹੁ ਅਲੈहि ਵਸੱਲਮ ਨੇ ਫਰਮਾਇਆ ਕਿ ਜਦੋਂ ਤੇਰੀ ਮਾਂ ਭੈਣ ਕਰ ਰਿਹਾ ਸੀ ਤੇ ਉਹਦੀ ਜਗ੍ਹਾ ਤੇ ਫਰਿਸ਼ਤੇ ਦਾ ਦਿਫਾ ਤੇਰਾ ਕਰ ਰਿਹਾ ਸੀ, ਲੇਕਿਨ ਜਦੋਂ ਤੂੰ ਜਵਾਬ ਦਿੱਤਾ ਤੇ ਫਰਿਸ਼ਤੇ ਵੀ ਗਿਆ ਤੇ ਫਿਰ ਮੈਂ ਵੀ ਨਿਕਲ ਗਿਆ। ਇਹ ਸਾਡੇ ਵਾਸਤੇ ਸਬਕ ਹੈਗਾ। ਹਾਂਜੀ, ਇਹ ਸਾਨੂੰ ਸਬਕ ਦਿੱਤਾ ਨਬੀ ਮੁਹੰਮਦ ਵਾਲੇ ਮੁਹੰਮਦ ਨੇ ਕਿ ਤੁਹਾਨੂੰ ਕੋਈ ਕਰ ਰਿਹਾ, ਤੁਹਾਡੀ ਜਗ੍ਹਾ ਤੇ ਅੱਲਾਹ ਦੇ ਫਰਿਸ਼ਤੇ ਜਵਾਬ ਦੇ ਫਜ਼ੱਕਿਰ ਇਨਮਾ ਅੰਤ ਮੁਜ਼ੱਕਿਰ ਲਸਤਾ ਅਲੈਹਿਮ ਬਿਮੁਸੈਤਿਰ ਇਲਾ ਮਨ ਤਵੱਲਾ व कफर ਫਯੁਅਜ਼ਿਬੁਹੁ ਅੱਲਾਹੁ ਅਜ਼ਾਬ। ਉਹਨਾਂ ਵਾਸਤੇ ਖੁਦਾ ਨੇ ਅਜ਼ਾਬ ਰੱਖਿਆ ਹੋਇਆ ਵੇ, ਤੁਸੀਂ ਉਹਨਾਂ ਦਾ ਅਜ਼ਾਬ ਤੋਂ ਉਹਨਾਂ ਨੂੰ ਬਚਾਉਂਦੇ ਹੋ ਵਾਪਸੀ ਇਦਾਂ ਦੇ ਕੰਮ ਕਰਕੇ। ਤੁਸੀਂ ਮੌਜੂ ਚਲਾਣਾ ਕਿ ਵਧਾਣਾ ਜਾਂ ਇਹਨੂੰ ਖਤਮ ਕਰਨਾ? ਨਹੀਂ ਡੋਗਰ ਭਾਈ, ਸਿਰਫ ਉਹਨਾਂ ਨੂੰ ਮੈਂ ਵੀ ਪੁੱਛਾਂਗਾ ਕਿ ਆਮਨ ਨਜ਼ੀਰ ਦੀ ਫੋਟੋ ਵਿਗਾੜ ਕੇ ਲਗਾਉਣ ਨਾਲ ਖੁਸ਼ੀ ਜ਼ਿਆਦਾ ਮਿਲਦੀ ਹੈ ਕਿ ਹਜ਼ਰਤ ਮਸੀਹ ਮੌਦ ਦੀ ਅਗਰ ਉਹ ਤੋਹੀਨ ਕਰਨ ਤਸਵੀਰ ਲਗਾ ਕੇ ਤੇ ਉਹਦੇ ਨਾਲ ਦੁੱਖ ਜ਼ਿਆਦਾ? ਕਿਹੜੀ ਚੀਜ਼ ਜ਼ਿਆਦਾ? ਉਹ ਕਰ ਲੈਣ ਫਿਰ। ਅੱਛਾ ਜੱਟ ਸਾਹਿਬ, ਤੁਸੀਂ ਇਕੱਲੇ ਨਾ ਕਰੋ, ਤੁਸੀਂ ਇੰਜ ਕਰੋ ਕੋ 3-4 ਬੰਦੇ ਨਾਲ ਰਲ ਕੇ ਗਰੁੱਪ ਕਾਲ ਕਰੋ ਆਪਣੇ WhatsApp ਤੇ। ਇਕੱਲਿਆਂ ਕੌਣ ਮੰਨਦਾ ਜੀ ਕਿਸੇ ਦੀ ਗੱਲ? ਮੈਂ ਜਾਵਾਂਗਾ, ਜੇ ਬੋਲਣ ਦਿੱਤਾ ਤੇ ਕਵਾਂਗਾ ਮੈਂ। ਜੀ ਨਹੀਂ ਗਰੁੱਪ ਕਾਲ ਕਰਿਓ ਉਹਦੇ ਤੇ। ਡੋਗਰ ਸਾਹਿਬ ਕੀ ਕਹਿੰਦੇ ਨੇ ਕਰਨ ਦੀ ਜ਼ਰੂਰਤ ਨਹੀਂ, ਵਿੱਚ ਲਿਓ ਨਾ। ਜੱਟ ਸਾਹਿਬ ਵਿੱਚ ਅੱਗੇ ਵੱਧਦਾ ਜਾਂਦਾ, ਖਤਮ ਕਰਨਾ ਜਾਂ ਵਧਾਉਣਾ, ਅੱਗੇ ਚਲਾਉਣਾ? ਹਲੇ ਜਿਹੜੀਆਂ ਗੱਲਾਂ ਇਸ ਤਰ੍ਹਾਂ ਚੰਨ ਗੱਲ ਚੋਂ ਗੱਲ ਨਿਕਲਦੀ ਰਹਿੰਦੀ ਹੈ, ਠੀਕ ਹੈ ਨਾ। ਮੈਂ ਥੋੜਾ ਬਿਜ਼ੀ ਸੀ, ਮੈਂ ਸੁਣ ਰਿਹਾ ਸੀ। ਬਹਰਹਾਲ ਮੇਰਾ ਖਿਆਲ ਗੱਲ ਯਾਦ ਜਿਹੜੀ ਮੌਜੂਦ ਖਤਮ ਕਰਨੀ ਚਾਹੀਦੀ ਹੈ। ਕੁਝ ਕਰ ਲਓ, ਅੱਧਾ ਮਿੰਟ ਦਿਓ। ਇੱਕ ਭਾਈ ਉਹ ਗੱਲ ਯਾਦ ਰੱਖਿਓ, ਆਪਣੇ ਦਿਲ ਮਜ਼ਬੂਤ ਰੱਖੋ, ਆਪਣੇ ਸੀਨੇ ਚੌੜੇ ਰੱਖੋ, ਜਿਗੜੇ ਮਜ਼ਬੂਤ ਰੱਖੋ ਆਪਣੇ। ਇਹ ਤੁਹਾਨੂੰ ਤਕਲੀਫਾਂ ਸਹਿਣੀਆਂ ਹੀ ਪੈਣੀਆਂ ਨੇ, ਇਹਨਾਂ ਨੇ ਕੋਈ ਨਹੀਂ ਬਾਜ਼ ਆਣਾ। ਬੱਟ ਸਾਹਿਬ ਠੀਕ ਆ, ਮੈਂ ਫੇਰ ਕਹਿਣਾ ਕਿ ਉਹ ਅਗਰ ਦੇਖਦੇ ਨੇ ਕਿ ਯਾਰ ਇਹ ਉਹਨਾਂ ਦੀ ਆਪਣੀ ਮਰਜ਼ੀ ਹੈ, ਮੈਂ ਉਹਨਾਂ ਨੂੰ ਕਹਿ ਨਹੀਂ ਸਕਦਾ, ਨਾ ਮੈਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਸਕਦਾ, ਨਾ ਉਹ ਹਟ ਜਾਣਾ ਚਾਹੀਦਾ ਉਹਨਾਂ ਨੂੰ, ਮੈਂ ਇਹ ਕਹਿਣਾ। ਲੇਕਿਨ ਇਹ ਅਗਰ ਲੋਕੀ ਬਾਜ਼ ਆ ਜਾਵਨ, ਇਹ ਸ਼ਹਿਨशाह ਹੋ ਗਿਆ, ਇਹ ਜ਼ਿਆ ਰਸੂਲ ਹੋ ਗਿਆ, ਯੂਸਫੀ ਹੋ ਗਿਆ, ਇਹ ਰਾਓ ਨਈਮ ਹੋ ਗਿਆ, ਇਹ ਆਮਰ ਨਜ਼ੀਰ ਜਿਹੜਾ ਇੱਕ ਸੱਪ ਹੈਗਾ, ਇਹਨਾਂ ਦੀ ਮਾਂ ਹੈ, ਸੱਪਾਂ ਦੀ ਮਾਂ ਹੈ ਜਿਹੜੀ, ਠੀਕ ਹੈ। ਇਹ ਸਪੋਲੇ ਨੇ ਸੱਪਾਂ ਦੀ ਜਿਹੜੀ ਮਾਂ ਹੈ, ਅਗਰ ਇਹ ਬਾਜ਼ ਆ ਜਾਵੇ ਨਾ ਇਹ ਹਰਕਤਾਂ ਤੋਂ, ਤੇ ਮੈਨੂੰ ਪਕੜ ਲਿਓ ਤੁਸੀਂ ਆ ਕੇ। ਇਹ ਤੁਹਾਨੂੰ ਆਪਣੀ ਮਜ਼ਬੂਤੀ ਕਾਇਮ ਰੱਖਣੀ ਹੈ ਕਿ ਇਹਨਾਂ ਨੇ ਨਹੀਂ ਬਾਜ਼ ਆਣਾ। ਹਾਂਜੀ, ਸਾਡਾ ਤੇ ਮੇਰਾ ਤੇ ਸੈਫੀ ਸਾਹਿਬ ਦਾ ਕੰਮ ਹੀ ਹੋ ਰਿਹਾ। ਸਾਡੇ ਕੋਲ ਤੇ ਫੈਲਾ ਨੇ 1400 ਸਾਲ ਪਹਿਲੇ ਦੀਆਂ ਨਾ, ਸਾਡਾ ਤੇ ਕੋਈ ਲੈਣੇ ਦੇਣੇ ਨਹੀਂ ਹੈਗਾ ਇਹਨਾਂ ਬਹਿਸਾਂ ਦੇ ਨਾਲ। ਕੌਣ ਕੇ ਨਾਲ ਸਾਡੇ ਉੱਤੇ ਨਾ ਬਰਾੜ ਲਾ ਦਿਓ ਸੈਫੀ ਤੇ ਅਲੀ ਅਕਬਰ ਤੇ ਕਿ ਇਹਨਾਂ ਨੇ ਕੀ ਜਵਾਬ ਦਿੱਤੇ ਨੇ। ਸਾਡੀ ਮਨਪਸੰਦ ਦਾ ਇੱਕ ਬਰਾੜ ਖੁੱਲਾ ਲੱਗੀ ਹੈ। ਹਾਂਜੀ, ਸਾਡਾ ਤੇ ਮੌਜੂ ਵਿੱਚ ਸਾਡਾ ਤੇ ਮੌਜੂ ਅਸੀਂ ਤੇ ਪਿਛਲਾ ਖਾਤਾ ਖੋਲਣਾ ਹੁੰਦਾ ਹੈ। ਸਾਡੇ ਸਾਹਮਣੇ ਕੋਈ ਖਾਤਾ ਖੋਲ, ਅਸੀਂ ਗਾਲ ਗੂਲ ਨਹੀਂ ਕੋਈ ਕੱਢਦੇ, ਅਸੀਂ ਹਦੀਸਾਂ ਖੋਲ ਕੇ ਸਾਹਮਣੇ ਰੱਖ ਦਿੰਦੇ ਆ। ਭਾਈ ਜਾਨ ਇਹ ਜੇ ਤੁਹਾਡੇ ਸਵਾਲ ਦਾ ਜਵਾਬ, ਇਹਦਾ ਜਵਾਬ ਦਿਓ। ਗੁਫ਼ਤਗੂ ਹੋ ਗਈ ਮਾਸ਼ਾਅੱਲਾ। ਜਿਹੜੀ ਮੈਂ ਕਿਹਾ ਇਸ ਟਾਈਮ ਤਾਂ ਇਹ ਸਾਨੂੰ ਜੱਜ ਆ ਰਹੀ ਹੈ ਨਾ, 4500 ਬੰਦਾ ਵੇਖ ਰਿਹਾ ਇਹਨਾਂ ਨੂੰ। ਦੂਜੇ ਪਾਸੇ ਲਾਓ
दूजे सफे खोलोगे ना तो खुल भी जाना ਸਾਰਿਆਂ ਨਾਲੋਂ ਛੋਟਾ ਬੇਟਾ बहुत गंद निकलना ਯਾਰ ਡੋਗਰ ਸਾਹਿਬ ਇਹ ਹੁਣ ਸਾਰਿਆਂ ਨਾਲ ਛੋਟਾ ਬੇਟਾ ਹੈ ਅਮਰ ਦਾ ਨਾ ਛੋਟਾ ਰਹਿਮਤੁल्लाह ਯਾਰ ਇੱਕ ਤੇ ਖੁਦਾ ਦੇ ਬੰਦੇ ਪਾਣੀ ਚ ਮਧਾਣੀ ਪਾ ਕੇ ਨਾ ਗੇੜਾ ਦੇ ਕੇ ਰੱਖਦੇ ਹੋ ਥੋੜਾ ਜਿਹਾ ਹੋਲਾ ਗੇੜਾ ਦੇ ਲੋ ਯਾਰ ਕੀ ਹੋ ਗਿਆ ਖੁਦਾ ਦੀ ਕਸਮ ਇਹ ਗੇੜਾ ਦੇਣ ਤੇ ਲੈਣ ਦੇ ਯਾਰ ਬਾਬਾ ਜੀ ਗੇੜਾ ਦੇਣ ਦਿਓ ਯਾਰ ਉਹ ਤੋਂ ਨਿਕਲਣਾ ਕੱਖ ਨਹੀਂ ਜਮਾਏ ਉਹਦੇ ਚੋਂ ਗੱਲ ਇਹ ਹੈ ਕਿ ਜਾਂ ਤਾਂ ਇਥੇ ਤੁਸੀਂ ਲਟਕਾਓ ਨਾ ਲਟਕਾਓ ਉਹਨਾਂ ਨੇ ਤੁਹਾਨੂੰ ਲਟਕਾ ਕੇ ਰੱਖਣਾ ਵਾ ਹਾਂਜੀ ਗੱਲ ਇਹ ਗੱਲ ਆਪਣੀ ਦਿਮਾਗ ਨਾਲ ਬੰਨ ਲਓ ਸਾਨੂੰ ਮੰਦਰ ਦੇ ਘੰਟੇ ਦੀ ਤਰ੍ਹਾਂ ਹਰ ਇੱਕ ਨੇ ਆਂਦੇ ਹਾਂਜੀ ਬਿਲਕੁਲ ਉਹਨਾਂ ਨੇ ਸਾਨੂੰ ਬਚਾ ਕੇ ਰੱਖਣਾ ਵਾ ਤੇ ਤੁਸੀਂ ਐਵੇਂ ਆਪਸ ਚ ਲੜਨ ਦੇ ਹੋ ਯਾਰ ਉਹ ਨਾ ਸਾਡੇ ਕੋਲ ਦਲੀਲਾਂ ਹੈ ਨੇ ਨਾ ਮੈਂ ਦਿੰਦਾ ਨਾ ਜਵਾਬ ਵਿੱਚ ਵੜ ਕੇ ਬਸ ਉਹ ਦਲੀਲਾਂ ਜ਼ਰੂਰੀ ਨੇ ਅਲੀ ਅਕਬਰ ਸਾਹਿਬ ਇਹ ਹੁਣ ਛੋਟਾ ਸਪੋਲਾ ਆਇਆ ਹੈ ਕਾਸਮ ਇਹਦਾ ਮੈਸੇਜ ਪੜੋ ਤੈਨੂੰ ਦਿਓ ਹੁਣ ਕੋਈ ਦਲੀਲ ਇਹਨੂੰ ਦਿਓ ਹਾਂਜੀ ਦਲੀਲ ਦੇਣੇ ਪਹਿਲੇ ਤਾਰ ਸਾਦੇ ਪੋਸਟਰ ਤੇ ਹਟਵਾ ਲਈਏ ਸਾਰੇ ਵਾਰੀ ਵਾਰੀ ਕਰਕੇ ਇਸ ਵਜ੍ਹਾ ਨਾਲ ਉਹ ਸਿਲਸਿਲਾ ਬਾਬਾ ਜੀ ਇਹ ਕਿ ਜਿਹੜਾ ਤਰੀਕਾ ਅਸੀਂ ਫੜਿਆ ਉਹ ਤਰੀਕਾ ਠੀਕ ਹੈ ਇਹ ਤਰੀਕੇ ਛੱਡਣੇ ਚਾਹੀਦੇ ਨੇ ਸਾਰੇ ਉਹ ਜੋ ਕਹਿੰਦੇ ਨੇ ਤੁਸੀਂ ਜਾ ਕੇ ਉਹਨਾਂ ਨੂੰ ਉਹਨਾਂ ਦੀ ਜ਼ੁਬਾਨ ਦੇ ਵਿੱਚ ਜਵਾਬ ਦੇਣਾ ਹੁੰਦਾ ਲੇਕਿਨ ਇਹ ਫੋਟੋਆਂ ਸ਼ੋਟੋਆਂ ਨਾਲ ਮੈਂ ਦੋਵਾਂ ਪਾਸੇ ਦਾ ਖਿਲਾਫ ਹੈ ਉਹਨਾਂ ਤੇ ਨਹੀਂ ਬਾਜ਼ ਆਣਾ ਸਾਨੂੰ ਰੁਕ ਜਾਣਾ ਚਾਹੀਦਾ ਹੈਗਾ ਇੰਨਾ ਬਸ ਹੈਗਾ